तो सब तो वड्डा सवाल कि BSF का दायरा बढ़ाने पिछे सियासी खेड की हैगी है कि सरकार सरहदी इलाकों ते असिद्धे रूप दे विच कब्जा चाहती है। BSF का दायरा जे वधेगा तो उसका पंजाब ते असर की होवेगा। ये झूठ और भ्रम फैलाया जा रहा है, बड़ा दुर्भाग्यपूर्ण है। झूठ और भ्रम की है कि पंजाब के अंदर BSF का दायरा 50 किलोमीटर करन दे नाल संघीय ढांचे नूं ढाहा लग रहा है, फैडरल स्ट्रक्चर नूं ढाहा लग रहा है। बड़ा हैरान हो रहा है कि कह रहे भी इतना की फर्क पेगा। 15 किलोमीटर तो 50 किलोमीटर किसी का दायरा बढ़ जाना। पंजाब पुलिस का जिथे कंट्रोल ऑफ कंट्रोल सीधा BSF को चले जाना, ये कहते उस नाल फर्क ही कोई नहीं। ये तो कामरेडां ढिड पीड़ होंदी, मेरी गल सुन लो मैं चंगी तरह। कामरेडां होंदे, मैं जवाब दे देवां ना, मैं जवाब दे देवां। ले लो जवाब, जवाब सुनदे प्रोफेसर एक मिनट, जवाब सुनने का मादा नहीं है ना। दम रखो ना जवाब सुनने दा। प्रोफेसर एक मिनट सुनो, देखो टेंपरेचर सुनो जी देश की सुरक्षा की हुंदी है ते इहदे बारे बीजेपी तो किसी नूं सर्टिफिकेट लैण दी जरूरत नहीं हैगी है। ਉਹ ਇੱਕ ਕਹਾਵਤ ਹੈ ਨਾ, ਕਿਸੇ ਨੇ ਕਿਹਾ ਜੂੰ ਤਾਂ ਕੋਈ ਬੇਵਫਾ ਨਹੀਂ ਹੁੰਦਾ, ਕੋਈ ਤਾਂ ਬਾਤ ਰਹੀ ਹੋਗੀ। ਤੁਸੀਂ ਇੱਕ ਜਾਨੀ ਕਿ ਸਾਡੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚੰਨੀ ਜੀ 6 ਤਰੀਕ ਨੂੰ ਅਮਿਤ ਸ਼ਾਹ ਜੀ ਨੂੰ ਮਿਲਦੇ ਹੈਗੇ ਆ, ਉਹਨਾਂ ਨੂੰ ਕਹਿੰਦੇ ਕਿ ਜਿਹੜਾ ਸਾਡਾ ਇੰਟਰਨੈਸ਼ਨਲ ਬਾਰਡਰ ਹੈਗਾ ਉਸ ਨੂੰ ਸੀਲ ਕਰ ਦੇਣਾ। ਪਰ ਤੁਸੀਂ ਆਪਣੇ ਆਪ ਪੰਜਾਬ ਪੁਲਿਸ ਨੂੰ ਨਾਕਾਬਲ ਕਹਿ ਰਹੇ ਹੋ, ਜਿਹੜਾ ਤੁਸੀਂ ਮੌਕਾ ਦੇ ਰਹੇ ਹੋ ਬੀਜੇਪੀ ਨੂੰ। ਜਿਹੜਾ ਬਾਰਡਰ ਹੀ ਨਸ਼ਾ ਹੁੰਦਾ BSF ਦੀ ਸਹਿਮਤੀ ਤੋਂ ਬਗੈਰ ਨਹੀਂ ਆ ਸਕਦਾ। ਉਹਨਾਂ ਦਾ ਕੰਮ ਹੈ ਉੱਥੇ ਰੋਕਣਾ, ਨਾ ਕਿ ਉਹਨਾਂ ਨੂੰ ਤੁਸੀਂ 50 ਕਿਲੋਮੀਟਰ ਤੱਕ ਅੰਦਰ ਲੈ ਫਿਰ ਪੂਰਾ ਹੀ ਦੇ ਦਿਓ। ਅੱਗੇ ਜੰਮੂ ਕਸ਼ਮੀਰ ਨੂੰ UT ਬਣਾਤਾ, ਇਹ ਇਨਡਾਇਰੈਕਟਲੀ ਉਧਰ ਨੂੰ ਪੰਜਾਬ ਨੂੰ ਲਿਜਾਇਆ ਜਾ ਰਿਹਾ। ਜੇ ਤੁਸੀਂ ਗੱਲ ਕਰਦੇ ਰਾਸ਼ਟਰੀ ਸੁਰੱਖਿਆ ਦੀ, ਰਾਸ਼ਟਰੀ ਸੁਰੱਖਿਆ ਇਹਨਾਂ ਵਾਸਤੇ ਸਿਰਫ ਰਾਜਨੀਤੀ ਹੈਗੀ ਹੈ। 2019 ਅਸੀਂ ਨਹੀਂ ਭੁੱਲ ਸਕਦੇ, ਪੂਰੇ ਮੁਲਕ ਦੇ ਵਿੱਚ ਮਾਹੌਲ BJP ਦੇ ਖਿਲਾਫ ਸੀ। ਆਲ ਆਫ ਸਡਨ ਪੁਲਵਾਮਾ ਹੁੰਦਾ ਹੈ, ਉੱਥੇ ਸਾਡੇ ਨੌਜਵਾਨ ਫੌਜੀ ਜਵਾਨ ਸ਼ਹੀਦ ਹੋ ਜਾਂਦੇ ਆ, 650 ਕਿਲੋ RDS ਫੜਿਆ ਜਾਂਦਾ ਹੈ। ਠੀਕ ਹੈ, ਇੰਟਰਨੈਸ਼ਨਲ ਬਾਰਡਰ ਤੋਂ ਆਇਆ ਸੀ ਨਾ, ਉਹਦੀ ਜਾਂਚ ਦਾ ਕੀ ਬਣਿਆ? ਜਿਹੜੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਦਾ ਜੋ ਸਰ ਬੜਾ ਸੈਂਸਿਟਿਵ ਕੁਐਸਚਨ ਹੈ। ਸ਼ਰਾਬ ਦੀ ਇੱਥੇ ਕਿੱਥੇ ਗੱਲ ਆ ਰਹੀ ਹੈ? ਪੁੱਠੇ ਲੱਗੇ ਨਾ ਮੇਰੇ ਚ ਲੱਗੇ ਸਰ, ਕੋਈ ਨਹੀਂ ਨਿੱਜੀ ਨਾ ਹੋਈ ਹੈ। ਜਵਾਬ ਦੇ ਦਿਓ। ਸਿੰਪਲ ਸਵਾਲ ਪੁੱਛਿਆ ਤਾਂ ਮੈਂ ਦੇਣਾ ਜਵਾਬ। ਪੁੱਛਿਆ ਸਤੰਬਰ 2018 ਤੋਂ ਬਾਅਦ ਕਿੰਨੀਆਂ ਮੀਟਿੰਗਾਂ ਦੱਸ ਦਿਓ ਤੁਹਾਨੂੰ। ਸਿੰਪਲ ਜਿਹਾ ਗਰ ਸਾਹਿਬ ਜਵਾਬ ਦੇਣ ਲੱਗੇ। ਸ਼ਹੀਦਾਂ ਦਾ ਜਿਹੜਾ ਹੈ ਨਾ ਮਜ਼ਾਕ ਉਡਾਉਣਾ ਆਮ ਆਦਮੀ ਪਾਰਟੀ ਔਰ ਕਾਮਰੇਡਾਂ ਦਾ ਮਜ਼ਾਕ ਤਾਂ ਤੁਸੀਂ ਉਡਾ ਰਹੇ ਹੋ। ਇਨਕੁਆਇਰੀ ਅਸੀਂ ਉਹਨਾਂ ਦੀ ਕੁਰਬਾਨੀ ਕਹਿ ਰਹੇ ਹਾਂ, ਕੁਰਬਾਨ ਹੋ ਗਏ ਆ। ਮੈਂ ਤਾਂ ਗੱਲ ਇਨਕੁਆਇਰੀ ਦੱਸੀ ਹੋਈ ਹੈ। ਤੁਸੀਂ ਲੋਕਾਂ ਦੇ ਪਿੱਛੇ ਯਾਰ ਰੌਲਾ ਪਾਈ ਜਾਂਦੇ। ਜੋਸ਼ੀ ਜੀ ਮੈਂ ਇਹ ਕਹਿਣਾ ਕਿ BSF ਬਣਾਈ ਸੀ ਬਾਰਡਰ ਸਿਕਿਉਰਿਟੀ ਫੋਰਸ, ਬਾਰਡਰ ਨੂੰ ਸਿਕਿਉਰ ਕਰ ਲਈ, ਨਾ ਕਿ ਤੁਹਾਡੇ ਸੂਬਿਆਂ ਦੇ ਅੰਦਰ 50 ਕਿਲੋਮੀਟਰ ਅੰਦਰ ਆਉਣ ਲਈ। ਕਿਲੋਮੀਟਰ ਜੇ ਚੋਂ 27,000 ਸਕੁਅਰ ਕਿਲੋਮੀਟਰ ਤੁਸੀਂ BSF ਨੂੰ ਫੜਾ ਰਹੇ ਆ, ਫਿਰ ਤੁਸੀਂ ਕੀ ਨਹੀਂ ਕੁਛ ਨਾ ਬੋਲੋ। ਇਹ ਤੇ ਸੇਵਾ ਕਰ ਰਹੇ, ਦੇਸ਼ ਭਗਤੀ ਆ। ਹੱਦ ਹੋ ਗਈ ਆ। ਤੁਸੀਂ ਸਾਰੇ ਪੰਜਾਬ ਨੂੰ ਸਿੱਧਾ ਯੂਨੀਅਨ ਟੈਰੀਟਰੀ ਬਣਾ ਦਿਓ। ਡਿਬੇਟ ਚੱਲਦੀ ਰਹੀ ਹੈ। ਰਾਜਾ ਜੀ ਪੰਜਾਬ ਨੂੰ ਇਸ ਵਕਤ ਜਿਹੜਾ ਖਤਰਾ ਹੈ ਨਾ ਉਹ ਬਾਰਡਰਾਂ ਤੋਂ ਘੱਟ ਹੈ, BJP ਤੋਂ ਜ਼ਿਆਦਾ ਹੋ ਗਿਆ। ਇਹ ਗੱਲ ਮੇਰੀ ਹੁਣ ਨੋਟ ਕਰ ਲੈਣ ਸਾਰੇ, ਕਿਉਂਕਿ BJP ਨੇ ਹੁਣੇ ਪ੍ਰੋਗਰਾਮ ਬਣਾ ਲਿਆ। ਜੋਸ਼ੀ ਤੁਸੀਂ ਪੁੱਛਿਆ ਸੀਗਾ ਇੱਕ ਜ਼ਿੰਮੇਵਾਰ ਅਖਬਾਰ ਦੀ ਖਬਰ ਹੈਗੀ ਆ, ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਮਿਲੂਗੀ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਇਸ ਵਕਤ। ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਇਸ ਵਕਤ ਬੜੀ ਅਹਿਮ ਚਰਚਾ ਅਸੀਂ ਅੱਜ ਕਰਨੀ ਹੈ। ਅੱਜ ਦਾ ਸੁਲਗ ਦਾ ਪ੍ਰਸ਼ਨ ਦੇ ਵਿੱਚ ਸਭ ਤੋਂ ਵੱਡਾ ਮਸਲਾ ਪੰਜਾਬ ਦੇ ਲਈ ਇਸ ਵੇਲੇ ਜੇ ਹੈ ਤਾਂ ਉਹ BSF ਦਾ ਜਿਹੜਾ ਦਾਇਰਾ ਵਧਾਇਆ ਗਿਆ ਉਹਨੂੰ ਲੈ ਕੇ ਅੱਜ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਬਹੁਤ ਸਾਰੇ ਸਵਾਲ ਪੈਦਾ ਹੋ ਗਏ ਨੇ ਇਸ ਮੁਤਲਕ। ਤੇ ਅੱਜ ਇੱਕ ਸਰਬਦਲੀ ਬੈਠਕ ਵੀ ਪੰਜਾਬ ਦੀ ਸਰਕਾਰ ਦੇ ਵੱਲੋਂ ਸੱਦੀ ਗਈ, ਉਹਦੇ ਵਿੱਚ ਕੀ ਕੁਝ ਖਾਸ ਰਿਹਾ ਉਹਦੇ ਬਾਰੇ ਵੀ ਚਰਚਾ ਕਰਾਂਗੇ। ਪਰ ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਅੱਜ ਦੇ ਸਟ੍ਰਿੰਗ ਤੇ। ਤੇ ਅੱਜ ਕੁਝ ਸਵਾਲ ਲੈਣ ਦੀ ਕੋਸ਼ਿਸ਼ ਕਰਾਂਗੇ। ਹਰ ਵਾਰ ਦੀ ਤਰ੍ਹਾਂ ਕੋਸ਼ਿਸ਼ ਕਰਦੇ ਹਾਂ ਕੁਝ ਪ੍ਰਸ਼ਨਾਂ ਦੀ, ਕੁਝ ਚਰਚਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਸਭ ਤੋਂ ਵੱਡਾ ਸਵਾਲ ਕਿ BSF ਦਾ ਦਾਇਰਾ ਵਧਾਉਣ ਪਿੱਛੇ ਸਿਆਸੀ ਖੇਡ ਕੀ ਹੈਗੀ ਹੈ, ਇਸ ਖੇਡ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਸਿਆਸੀ ਮਾਹਿਰ ਵੀ ਰਹਿਣਗੇ, ਪੋਲੀਟੀਕਲ ਪਾਰਟੀਆਂ ਤੋਂ ਸਾਡੇ ਨਾਲ ਸਾਡੇ ਨੁਮਾਇੰਦੇ ਵੀ ਰਹਿਣਗੇ, ਉਹਨਾਂ ਤੋਂ ਵੀ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਇਹ ਖੇਡ ਕਿਉਂ ਖੇਡੀ ਜਾ ਰਹੀ ਹੈ ਜਾਂ ਇਹਦੇ ਪਿੱਛੇ ਕਾਰਨ ਕੀ ਹੈਗੇ ਨੇ। ਇਸ ਤੋਂ ਇਲਾਵਾ ਕੀ ਸਰਕਾਰ ਸਰਹੱਦੀ ਇਲਾਕਿਆਂ ਤੇ ਅਸਿੱਧੇ ਰੂਪ ਦੇ ਵਿੱਚ ਕਬਜ਼ਾ ਚਾਹੁੰਦੀ ਹੈ? ਕੇਂਦਰ ਦੀ ਸਰਕਾਰ ਤੋਂ ਬਹੁਤ ਸਾਰੇ ਸਵਾਲ ਨੇ ਅੱਜ, ਕਿਉਂਕਿ ਬਹੁਤ ਸਾਰੇ ਤਰੀਕੇ ਦੇ ਨਾਲ ਬਹੁਤ ਸਾਰੀਆਂ ਸਿਆਸੀ ਧਿਰਾਂ ਜਿਹੜੀਆਂ ਪੰਜਾਬ ਦੇ ਵਿੱਚ ਨੇ ਉਹਨਾਂ ਨੇ ਸਾਫ਼ ਤੌਰ ਤੇ ਮਤਾ ਪਾ ਕੇ ਭੇਜ ਦਿੱਤਾ ਕਿ ਸਾਨੂੰ ਇਹ ਜਿਹੜਾ ਦਾਇਰਾ ਵਧਾਉਣ ਦਾ ਫੈਸਲਾ ਲਿਆ ਗਿਆ ਕਬੂਲ ਨਹੀਂ ਹੈਗਾ। ਤਾਂ ਉਸ ਦੇ ਪਿੱਛੇ ਸਵਾਲ ਪੁੱਛਣ ਦੀ ਕੋਸ਼ਿਸ਼ ਕਰਾਂਗੇ BJP ਦੇ ਕੋਲੋਂ। ਤੇ ਨਾਲ BSF ਦਾ ਦਾਇਰਾ ਜੇ ਵਧੇਗਾ ਤਾਂ ਉਸ ਦਾ ਪੰਜਾਬ ਤੇ ਅਸਰ ਕੀ ਹੋਵੇਗਾ,
ਇਹ ਵੀ ਬੜਾ ਅਹਿਮ ਸਵਾਲ ਹੈ ਕਿਉਂਕਿ ਪੰਜਾਬ ਦੇ ਵਾਂਗ ਹੀ ਕੁਝ ਹੋਰ ਸੂਬੇ ਵੀ ਹੈਗੇ ਨੇ ਜਿਨ੍ਹਾਂ ਤੇ ਬਹੁਤ ਵੱਡੇ ਪੱਧਰ ਤੇ ਅਸਰ ਰਹੇਗਾ। ਸਾਡੇ ਨਾਲ ਅੱਜ ਇੱਕ तमाम ਪੈਨਲ ਮੌਜੂਦ ਰਹੇਗਾ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਾਡੇ ਨਾਲ ਉਚੇਚੇ ਤੌਰ ਤੇ ਆਮ ਆਦਮੀ ਪਾਰਟੀ ਤੋਂ ਨੀਲ ਗਰਗ ਜੁੜੇ ਨੇ, ਵਨੀਤ ਜੋਸ਼ੀ ਭਾਜਪਾ ਤੋਂ ਸਾਡੇ ਨਾਲ ਜੁੜੇ ਨੇ, ਸਵਾਲ ਲੈਣ ਦੀ ਕੋਸ਼ਿਸ਼ ਕਰਾਂਗੇ। ਕਾਂਗਰਸ ਤੋਂ ਰਾਜਾ ਕੰਵਰਜੋਤ ਸਿੰਘ ਸਾਡੇ ਨਾਲ ਨੇ ਤੇ ਉਚੇਚੇ ਤੌਰ ਤੇ ਸਿਆਸੀ ਮਾਹਿਰ ਵਜੋਂ ਪ੍ਰੋਫੈਸਰ ਮਨਜੀਤ ਸਿੰਘ ਸਾਡੇ ਨਾਲ ਰਹਿਣਗੇ। ਤਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਆਖਰਕਾਰ ਜਿਹੜਾ ਇਹ ਦਾਇਰਾ ਵਧਾਇਆ ਜਾ ਰਿਹਾ, BSF ਦਾ ਦਾਇਰਾ ਵਧਾਇਆ ਜਾ ਰਿਹਾ, ਇਹਦੇ ਪਿੱਛੇ ਕਾਰਨ ਕੀ ਨੇ। ਸਾਡੇ ਨਾਲ ਸਭ ਤੋਂ ਪਹਿਲਾਂ ਅਸੀਂ ਸਵਾਲ ਕਿਉਂਕਿ BJP ਤੋਂ ਬਣਦਾ, ਸਾਡੇ ਨਾਲ ਵਨੀਤ ਜੋਸ਼ੀ ਨੇ। ਜੋਸ਼ੀ ਸਾਹਿਬ, ਕੀ ਕਾਰਨ ਲੱਗੇ ਕਿ ਇਸ ਵਕਤ ਇਹ ਦਾਇਰਾ ਵਧਾਉਣ ਦੀ ਲੋੜ ਪੈ ਗਈ ਕਿ 15 ਕਿਲੋਮੀਟਰ ਦੇ ਵਿੱਚ ਜਿਹੜੇ ਕੰਮ ਨਹੀਂ ਹੁੰਦੇ ਸੀ ਹੁਣ 50 ਕਿਲੋਮੀਟਰ 'ਚ ਹੋਣਗੇ? ਮੁੱਦਾ ਜਿਹੜਾ ਹੈਗਾ ਹੈ ਨੈਸ਼ਨਲ ਸਿਕਿਉਰਿਟੀ ਦਾ ਜੀ, ਰਾਸ਼ਟਰ ਦੀ ਸੁਰੱਖਿਆ ਨਾਲ ਜੁੜਿਆ ਮੁੱਦਾ ਹੈ। ਔਰ ਜਦ ਰਾਸ਼ਟਰ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਮੁੱਦਾ ਹੁੰਦਾ ਹੈ, ਨੈਸ਼ਨਲ ਸਿਕਿਉਰਿਟੀ ਨਾਲ, ਜਿਹਦੇ ਕਰਕੇ ਅਸੀਂ ਸਭ ਸੁਰੱਖਿਅਤ ਰਹਿੰਦੇ ਹਾਂ, ਸੁਰੱਖਿਅਤ ਰਹਿੰਦੇ ਹਾਂ, ਉਹਨਾਂ ਮੁੱਦਿਆਂ ਦੇ ਉੱਪਰ ਰਾਜਨੀਤੀ, ਉਹ ਵੀ ਝੂਠ ਦੀ ਰਾਜਨੀਤੀ ਕਰਨਾ ਵਾਜਿਬ ਨਹੀਂ ਹੈ ਜੀ। ਪੰਜਾਬ 'ਚ ਚੋਣਾਂ ਦਾ ਮੌਸਮ ਹੈ। 2022 ਫਰਵਰੀ 'ਚ ਚੋਣ ਹੋਣੀ ਹੈ, ਦਸੰਬਰ ਐਂਡ 'ਚ ਚੋਣ ਜਾਬਤਾ ਲੱਗ ਜਾਣਾ ਹੈ ਤੇ ਹੁਣ ਸਾਰੀ ਪੋਲੀਟੀਕਲ ਪਾਰਟੀ, ਸਿਆਸੀ ਪਾਰਟੀਆਂ ਜਿਹੜੀਆਂ ਇੱਕ ਤਰ੍ਹਾਂ ਇੱਕ ਦੇ ਉੱਪਰ ਜਿਵੇਂ ਨਾ ਸਕੋਰ ਕਰਨ ਦੇ, ਪੁਆਇੰਟ ਸਕੋਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਪੁਆਇੰਟ ਸਕੋਰ ਕਰਨ ਦੇ ਚੱਕਰ 'ਚ ਉਹ ਇਹ ਭੁੱਲ ਗਏ ਨੇ ਕਿ ਉਹ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰ ਰਹੇ ਨੇ। ਦੇਖੋ, ਗੱਲ ਇਹ ਹੈ ਕਿ ਜੋ ਇਹ ਝੂਠ ਔਰ ਭਰਮ ਫੈਲਾਇਆ ਜਾ ਰਿਹਾ ਹੈ, ਇਹ ਬੜਾ ਦੁਰਭਾਗਿਆਪੂਰਨ ਹੈ। ਝੂਠ ਔਰ ਭਰਮ ਕੀ ਹੈ ਕਿ ਪੰਜਾਬ ਦੇ ਅੰਦਰ BSF ਦਾ ਦਾਇਰਾ 50 ਕਿਲੋਮੀਟਰ ਕਰਨ ਦੇ ਨਾਲ ਸੰਘੀਏ ਢਾਂਚੇ ਨੂੰ ਢਾਹਾ ਲੱਗ ਰਿਹਾ, ਫੈਡਰਲ ਸਟਰਕਚਰ ਨੂੰ ਢਾਹਾ ਲੱਗ ਰਿਹਾ, ਜਿਹੜਾ ਹੈਗਾ ਪੰਜਾਬ ਦੇ ਹੱਕ ਖੋਏ ਜਾ ਰਹੇ ਨੇ ਔਰ ਪੰਜਾਬ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਾਰੀ ਗੱਲਾਂ ਝੂਠ, ਬੇਬੁਨਿਆਦ ਔਰ ਕੱਲੀ ਰਾਜਨੀਤੀ ਤੋਂ ਪ੍ਰੇਰਿਤ ਨੇ, ਵੋਟਾਂ ਦੀ ਰਾਜਨੀਤੀ ਤੋਂ ਪ੍ਰੇਰਿਤ ਨੇ ਔਰ ਵੋਟਾਂ ਦੇ ਰਾਜਨੀਤੀ ਚੱਕਰ 'ਚ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕੀਤਾ ਜਾ ਰਿਹਾ। 15 ਕਿਲੋਮੀਟਰ ਤੱਕ ਤਾਂ ਪਹਿਲੇ ਵੀ BSF ਕੋਲ ਰਾਈਟ ਸੀਗੇ। 15 ਕਿਲੋਮੀਟਰ ਤੱਕ ਪਹਿਲੇ BSF ਜਿਹੜੀ ਹੈਗੀ ਹੈ ਆਪਣੀ ਜੁਰਿਸਡਿਕਸ਼ਨ ਐਕਸਰਸਾਈਜ਼ ਕਰਦੀ ਸੀ, ਕਾਰਵਾਈ ਕਰਦੀ ਸੀਗੀ, ਜੋ ਉਹਦੇ ਕੋਲ ਰਾਈਟਸ ਹੈਗੇ ਨੇ। ਤਦ ਤੱਕ ਸੰਘੀਏ ਢਾਂਚੇ ਨੂੰ ਕੋਈ ਢਾਹਾ ਨਹੀਂ ਲੱਗਿਆ, ਤਦ ਤੱਕ ਪੰਜਾਬ ਪੁਲਿਸ ਦੀ ਕੋਈ ਪਾਵਰ ਨਹੀਂ ਘਟੀ, ਤਦ ਤੱਕ ਕੋਈ ਜਿਹੜੀ ਹੈਗੀ ਪੰਜਾਬ ਸਰਕਾਰ ਦੀ ਪਾਵਰ ਨਹੀਂ ਘਟੀ। ਤੇ ਜੇ 50 ਕਿਲੋਮੀਟਰ 15 ਦਾਇਰਾ ਕਰਤਾ, ਉਸ 'ਚ ਕਿਹੜੀ ਪਾਵਰ ਘਟ ਗਈ? ਸਿਰਫ ਦਾਇਰਾ ਵਧਿਆ, ਪਾਵਰਾਂ ਤਾਂ ਨਹੀਂ ਵਧੀਆਂ। ਦਾਇਰਾ ਵਧਿਆ ਤੇ ਦਾਇਰਾ ਵਧਣ ਕਿੱਥੋਂ ਘਟ ਗਈਆਂ? ਕੋਈ ਨਹੀਂ ਘਟੀ। ਮਸਲਾ ਇਹ ਹੈ ਕਿ ਇਸ ਦੇਸ਼ ਨੂੰ, ਖਾਸ ਕਰਕੇ ਪੰਜਾਬ ਨੂੰ, ਨਸ਼ਿਆਂ ਤੋਂ ਸੁਰੱਖਿਅਤ ਰੱਖਣਾ ਹੈ। ਇਸ ਪੰਜਾਬ ਨੂੰ ਜਿਹੜਾ ਹੈਗਾ ਕ੍ਰਾਸ ਬਾਰਡਰ ਟੈਰਰਿਜ਼ਮ, ਜਿਹੜਾ ਪਾਕਿਸਤਾਨ ISI ਜਿਹੜਾ ਸਪਾਂਸਰ ਕਰਦੀ ਹੈ, ਉਸ ਟੈਰਰਿਜ਼ਮ ਤੋਂ ਜੋ ਪੰਜਾਬ 'ਚ ਸ਼ਾਂਤੀ ਫੜਾਉਣ ਦੀ ਕੋਸ਼ਿਸ਼ ਹੁੰਦੀ ਹੈ, ਕਈ ਵਾਰ ਮੋਡਿਊਲਸ ਫੜੇ ਜਾਂਦੇ ਨੇ, ਬੰਬ ਫੜੇ ਜਾਂਦੇ ਨੇ, ਉਹਨਾਂ ਤੋਂ ਬਚਾਉਣ ਦੀ ਇੱਕ ਜਿਹੜੀ ਇਹ ਕੋਸ਼ਿਸ਼ ਹੈ। ਅਗਰ ਇਹ ਕੋਸ਼ਿਸ਼ ਹੈਗੀ ਹੈ, ਇਹ ਕੋਸ਼ਿਸ਼ ਕਿਹਨੂੰ ਮਾੜੀ ਲੱਗਦੀ ਹੈ? ਇਹ ਉਹਨਾਂ ਨੂੰ ਮਾੜੀ ਲੱਗਦੀ ਹੈ ਜਿਹੜੇ ਚਾਹੁੰਦੇ ਨੇ ਪੰਜਾਬ 'ਚ ਸ਼ਾਂਤੀ ਹੋਏ। ਇਹ ਉਹਨਾਂ ਨੂੰ ਮਾੜੀ ਲੱਗਦੀ ਹੈ ਜਿਹੜੇ ਚਾਹੁੰਦੇ ਪੰਜਾਬ 'ਚ ਨਸ਼ਾ ਵਿਕੇ, ਇਹ ਉਹਨਾਂ ਨੂੰ ਮਾੜੀ ਲੱਗਦੀ ਹੈ। ਹੁਣ ਗੱਲ ਇਹ ਹੈ ਕਿ BSF ਦੇ ਦਾਇਰਾ ਵਧਾਉਣ ਦੇ ਨਾਲ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਮੁੱਖ ਮੰਤਰੀ ਨੇ, ਜਾਂ ਸਾਡੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਜਾਂ ਸਰਪ੍ਰਸਤ ਵੱਡੇ ਬਾਦਲ ਸਾਹਿਬ, ਜਾਂ ਫਿਰ ਜਿਹੜਾ ਸਾਡੇ ਆਮ ਆਦਮੀ ਪਾਰਟੀ ਦੇ ਹਰਪਾਲ ਚੀਮਾ ਜੀ, ਭਗਵੰਤ ਮਾਨ ਜੀ, ਜਾਂ ਹੋਰ ਜਿੰਨੇ ਵੀ ਲੀਡਰ ਨੇ, ਉਹ ਦੱਸਦੇ ਨੇ ਕਿ BSF ਦਾ ਦਾਇਰਾ ਜਿਹੜਾ ਹੈ, ਜਿਹੜਾ ਪਹਿਲੇ 15 ਕਿਲੋਮੀਟਰ ਸੀਗਾ, ਜੇ ਉਹਦੇ ਅੰਦਰ ਸੰਘੀਏ ਢਾਂਚੇ ਨੂੰ ਕੋਈ ਢਾਹਾ ਨਹੀਂ ਲੱਗਾ ਤਾਂ ਪੰਜਾਬ 'ਚ ਕਿੱਥੋਂ ਲੱਗਦਾ ਹੈ? ਸਿਰਫ ਔਰ ਸਿਰਫ ਸਿਆਸਤ ਹੈ, ਵੋਟਾਂ ਦੀ ਰਾਜਨੀਤੀ ਹੈ। ਇਹ ਵੋਟਾਂ ਦੇ ਗਿੱਧ ਬਣ ਕੇ ਜਿਹੜੇ ਪੰਜਾਬ ਦੀ ਸ਼ਾਂਤੀ ਨਾਲ ਖੇਲਦੇ ਪਏ। ਰਾਜਾ ਜੀ, ਤੁਸੀਂ ਕੀ ਜਵਾਬ ਦੋਗੇ? ਤੁਹਾਡੀ ਪਾਰਟੀ ਨੇ ਸਰਵਦਲੀ ਬੈਠਕ ਸੱਦੀ ਸੀ, ਉਹਦੇ ਵਿੱਚ ਸਾਫ਼ ਤੌਰ ਤੇ ਮਤਾ ਪਾਤਾ, ਕਹਿੰਦੇ ਕਿ ਇਹ ਬਿਲਕੁਲ ਇਹ ਚੀਜ਼ ਨਹੀਂ ਹੋਣੀ ਚਾਹੀਦੀ, 15 ਤੋਂ 50 ਕਿਲੋਮੀਟਰ ਨਹੀਂ ਕਰਨਾ ਚਾਹੀਦਾ। ਵਨੀਤ ਜੀ ਕਹਿੰਦੇ ਸਿੱਧੇ ਤੌਰ ਤੇ ਸਿਕਿਉਰਿਟੀ ਦਾ ਮਸਲਾ ਹੈਗਾ, ਤੁਹਾਡੀ ਸਰਕਾਰ ਚਾਹੁੰਦੀ ਨਹੀਂ ਕਿ ਪੰਜਾਬ 'ਚ ਸ਼ਾਂਤੀ ਹੋਵੇ। ਸਾਡੇ ਕਾਬਲ ਦੋਸਤ ਵਨੀਤ ਜੀ ਨੇ ਗੱਲ ਕੀਤੀ ਹੈ, ਮੈਂ ਬੜਾ ਹੈਰਾਨ ਹੋ ਰਿਹਾ। ਇਹ ਕਹਿ ਰਹੇ ਵੀ ਇਹਦੇ ਨਾਲ ਕੀ ਫਰਕ ਪਏਗਾ? 15 ਕਿਲੋਮੀਟਰ ਤੋਂ 50 ਕਿਲੋਮੀਟਰ ਕਿਸੇ ਦਾ ਦਾਇਰਾ ਵੱਧ ਜਾਣਾ, ਪੰਜਾਬ ਪੁਲਿਸ ਦਾ ਜਿੱਥੇ ਕੰਟਰੋਲ ਸਿੱਧਾ BSF ਕੋਲ ਚਲੇ ਜਾਣਾ, ਇਹ ਕਹਿੰਦੇ ਉਹਦੇ ਨਾਲ ਫਰਕ ਹੀ ਕੋਈ ਨਹੀਂ। ਸਿੱਧਾ ਡਾਕਾ ਹੈ ਪੰਜਾਬ ਦੇ ਉੱਤੇ, ਉਹਦਾ ਕੰਟਰੋਲ BSF ਦਾ ਸਿੱਧਾ ਹੈਗਾ ਸੈਂਟਰ ਕੋਲੇ, ਪੰਜਾਬ ਦਾ ਕੰਟਰੋਲ ਪੰਜਾਬ ਕੋਲੇ ਹੈ, ਪੰਜਾਬ ਪੁਲਿਸ ਦਾ ਕੰਟਰੋਲ ਪੰਜਾਬ ਕੋਲੇ ਹੈ। ਇਹ ਤਾਂ ਬੇਸਿਕਲੀ ਹੌਲੀ ਹੌਲੀ ਕਹਿੰਦੇ 50 ਨਾਲ ਕੀ ਫਰਕ, ਤਾਂ ਤੁਸੀਂ 200 ਕਿਲੋਮੀਟਰ ਲੈ ਲਓ, ਸਾਰਾ ਪੰਜਾਬ ਹੀ ਤੁਸੀਂ ਆਪਣੇ ਕੋਲੇ ਸਾਂਭ ਲਓ। ਤਾਂ ਬੇਸਿਕਲੀ ਸੁਤੰਤਰਤਾ ਪੰਜਾਬ ਦੀ ਤੇ ਸਿੱਧਾ ਡਾਕਾ ਮਾਰਿਆ ਮੋਦੀ ਨੇ। ਜਦੋਂ ਦਾ ਮੋਦੀ ਸਾਹਿਬ ਬਣਿਆ, ਮੈਂ ਇਸ ਗੱਲ ਦੇ ਉੱਤੇ ਮੈਨੂੰ ਵੈਸੇ ਬੜੀ ਸ਼ਰਮ ਨਾਲ ਕਹਿਣਾ ਪੈ ਰਿਹਾ ਕਿ ਇਹ ਜਦੋਂ ਦੇ ਮੋਦੀ ਸਾਹਿਬ ਦੁਬਾਰਾ ਬਣੇ ਨੇ, ਇਹਨਾਂ ਨੇ ਕੇਵਲ ਤੇ ਕੇਵਲ ਪੰਜਾਬ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਪੰਜਾਬ ਦੇ ਹੱਕਾਂ ਤੇ ਉੱਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਇਹ ਦੇਖੋ, ਇਹ ਕਹਿ ਰਹੇ ਨੇ 15 ਕਿਲੋਮੀਟਰ ਤੋਂ ਜੇ 50 ਕਿਲੋਮੀਟਰ ਆ ਜਾਣ ਕੀ ਫਰਕ ਪੈ ਜਾਂਦਾ? ਫਰਕ ਤਾਂ ਜੇ ਤੁਸੀਂ 200 ਤੇ ਆ ਜਾਓ ਤਾਂ ਵੀ ਕੋਈ ਨਹੀਂ ਪੈਣਾ। ਪਰ ਪੰਜਾਬ, ਜੋ ਕਿ ਤੁਸੀਂ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਬਹੁਤ ਲੁੱਟਿਆ ਤੇ ਕਸੁੱਟਿਆ, ਪੰਜਾਬ ਨਾਲ ਹਮੇਸ਼ਾ ਧੱਕਾ ਹੋਇਆ, ਪਰ ਐਤਕੀ ਤਾਂ ਮੈਂ ਕਹਿੰਦਾ ਕਮਾਲ ਹੀ ਹੋ ਗਈ। ਫਾਰਮਰਸ ਲਾਅ ਤੋਂ ਲੈ ਕੇ
ਆ BSF ਦਾ ਜਿਹੜਾ ਇਹਨਾਂ ਨੇ ਦਾਇਰਾ ਵਧਾਤਾ, ਇਹਦੇ ਨਾਲ ਪੰਜਾਬ ਦੇ ਉੱਤੇ ਸਿੱਧਾ ਇਹਨਾਂ ਨੇ, ਮੈਂ ਸਮਝਦਾ ਪੰਜਾਬ ਦਾ ਬਹੁਤ ਵੱਡਾ ਨੁਕਸਾਨ। ਗਰਗ ਸਾਹਿਬ ਤੁਸੀਂ ਕਿੱਦਾਂ ਦੇਖਦੇ ਹੋ? ਕਹਿੰਦੇ ਕਿ ਸਿਕਿਉਰਿਟੀ, ਮੈਂ ਜਵਾਬ ਤੁਹਾਡਾ ਲੈਣਾ ਇੱਕ ਵਾਰੀ। ਨਾਲ ਦੀ ਨਾਲ ਹੋ ਜਾਵੇ ਨਾਲ ਦੇ ਨਾਲ। ਭੋਗਲ ਸਾਹਿਬ ਮੇਰੀ ਬੇਨਤੀ ਹੈ, ਜੋਸ਼ੀ ਜੀ ਸਿੰਘ ਥੋੜੀ ਦੱਸਣਗੇ। ਜੋਸ਼ੀ ਜੀ ਮੈਂ ਤੁਹਾਡਾ, ਜੋਸ਼ੀ ਜੀ ਮੈਂ ਤੁਹਾਨੂੰ ਟਾਈਮ ਦੇਣਾ, ਤੁਹਾਨੂੰ ਟਾਈਮ ਇਹ ਥੋੜੀ ਦੱਸਣਗੇ ਡਿਬੇਟ ਕਿਵੇਂ ਚੱਲਣੀ ਹੈ, ਤੁਹਾਨੂੰ ਟਾਈਮ ਦੇਣਾ, ਇੱਕ ਗਿੱਦੀ ਨਹੀਂ, ਤੁਹਾਨੂੰ ਟਾਈਮ ਦੇਣਾ ਮੈਂ। ਜੋਸ਼ੀ ਜੀ ਤੁਹਾਨੂੰ ਟਾਈਮ ਦੇਣਾ ਮੈਂ। ਜੋਸ਼ੀ ਜੀ ਟਾਈਮ ਤੁਹਾਨੂੰ ਦੇਣਾ, ਮੈਂ ਤੁਹਾਨੂੰ ਟਾਈਮ ਦੇਣਾ, ਤੁਹਾਨੂੰ ਟਾਈਮ ਦੇਣਾ। ਗਰਗ ਸਾਹਿਬ ਦਾ ਪੁਆਇੰਟ ਲੈ ਲਈਏ, ਗਰਗ ਸਾਹਿਬ ਦਾ ਪੁਆਇੰਟ ਲੈ ਲਈਏ, ਮੈਂ ਤੁਹਾਡੇ ਤੋਂ ਆਉਣਾ। ਮੈਂ ਗਰਗ ਸਾਹਿਬ ਦਾ ਪੁਆਇੰਟ ਲੈ ਲਈਏ, ਤੁਹਾਡੇ ਕੋਲ ਆਉਣਾ। ਕਈ ਤਾਂ 1 ਵਰਸਸ ਆਲ ਹੈ, ਇਹ ਤਾਂ ਕਾਮਰੇਡਾਂ ਢਿੱਡ ਪੀੜ ਹੁੰਦੀ। ਮੇਰੀ ਗੱਲ ਸੁਣ ਲਓ, ਮੈਂ ਚੰਗੀ ਤਰ੍ਹਾਂ ਕਾਮਰੇਡਾਂ ਨੂੰ ਮੈਂ ਜਵਾਬ ਦੇ ਦੇਵਾਂ ਨਾ, ਮੈਂ ਜਵਾਬ ਦੇ ਦੇਵਾਂ, ਲੈ ਲਓ ਜਵਾਬ ਸੁਣਦੇ ਪ੍ਰੋਫੈਸਰ ਇੱਕ ਮਿੰਟ, ਪ੍ਰੋਫੈਸਰ ਮਾਤਾ ਨਹੀਂ ਹੈ ਨਾ, ਦਮ ਰੱਖੋ ਨਾ ਜਵਾਬ ਸੁਣਨ ਦਾ। ਪ੍ਰੋਫੈਸਰ ਇੱਕ ਮਿੰਟ ਸੁਣੋ, ਲੈ ਲਓ, ਸੁਣੋ ਜੀ ਜਵਾਬ ਜੇ ਤਿੰਨੋਂ ਮਿਲ ਕੇ ਰਾਜਾ ਵੀ ਕਰੋਗੇ ਨਾ, ਆਵਾਜ਼ ਉੱਚੀ ਕਰਨੀ ਪੈਣੀ ਹੈ ਨਾ। ਚਲੋ ਮੈਂ ਇੱਕ ਜਵਾਬ ਦੇ ਦਵਾਂ ਜੀ ਜਵਾਬ ਮੇਰੇ ਵੀਰ ਜੀ, ਇਹ ਕੋਰਾ ਝੂਠ ਹੈ, ਇਹ ਬਿਲਕੁਲ ਝੂਠ ਹੈ ਕਿ ਪੰਜਾਬ ਪੁਲਿਸ ਦੀ ਪਾਵਰਸ ਦੇ ਉੱਪਰ ਕੋਈ ਰੁਕਾਵਟ ਆਈ ਹੈ। BSF ਜਦ 15 ਕਿਲੋਮੀਟਰ ਦੇ ਅੰਦਰ ਵੀ ਕੰਮ ਕਰਦੀ ਸੀ ਤਾਂ ਵੀ ਪੰਜਾਬ ਪੁਲਿਸ ਦੀ ਪਾਵਰਸ ਦੇ ਉੱਪਰ ਕੋਈ ਰੁਕਾਵਟ ਨਹੀਂ ਸੀ। 50 ਕਿਲੋਮੀਟਰ ਦੇ ਅੰਦਰ ਵੀ ਕੋਈ ਰੁਕਾਵਟ ਨਹੀਂ ਹੈ। ਇੱਥੇ ਪੁੱਛਣਾ ਚਾਹੁੰਦਾ ਹੁਣ ਕੀ ਲੋੜ ਪੈਗੀ, ਹੁਣ ਇਲੈਕਸ਼ਨ ਆ ਸਕਦੇ ਨੇ। ਮੈਂ ਜਵਾਬ ਦੇ ਦਾਂ, ਹੁਣ ਕੀ ਲੋੜ ਪੈਗੀ, ਜਵਾਬ ਦੇ ਦਾਂ, ਕੀ ਲੋੜ ਪੈਗੀ, ਲੋ ਸੁਣ ਲਓ ਜਵਾਬ, ਸੁਣ ਲਓ। ਦੇਖੋ ਗੱਲ ਹੈ, ਮੇਰੀ ਇਹਨਾਂ ਦੇ ਪਹਿਲੇ ਕੁਐਸਚਨ ਦਾ ਜਵਾਬ ਦਿੱਤਾ, ਉਹਦਾ ਇਹਨਾਂ ਕੋਲ ਕੋਈ ਜਵਾਬ ਨਹੀਂ ਹੈ ਕਿ ਜਦ 15 ਕਿਲੋਮੀਟਰ ਦੇ ਅੰਦਰ ਪੰਜਾਬ ਪੁਲਿਸ ਦੀ ਕੋਈ ਪਾਵਰ ਤੇ ਰੁਕਾਵਟ ਨਹੀਂ ਸੀ, 50 ਕਿਲੋਮੀਟਰ ਚ ਕਿੱਥੇ ਹੈ? ਇਹ ਸ਼ਰਿਆਮ ਦੱਸੋ ਕਿੱਥੇ ਹੈ, ਦੱਸੋ, ਉਦਾਹਰਨ ਦਿਓ। BSF ਓਵਰਪਾਵਰ ਕਰੂਗੀ 100%। 15 ਕਿਲੋਮੀਟਰ ਚ ਕੀਤਾ ਸੀਗਾ, 15 ਕਿਲੋਮੀਟਰ ਚ ਕੀਤਾ ਸੀਗਾ। ਜੋਸ਼ੀ ਜੀ ਇੱਕ ਮਿੰਟ, ਗਰਗ ਸਾਹਿਬ ਜਦ ਬੇਨਕਾਬ ਹੁੰਦੇ ਨੇ ਸਾਰੇ ਇਕੱਠੇ ਬੋਲਦੇ ਨੇ। ਗਰਗ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ? ਤੁਹਾਡੇ ਤੇ ਵੀ ਇਲਜ਼ਾਮ ਨੇ ਕਿ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਵੀ ਨਹੀਂ ਚਾਹੁੰਦੀ ਕਿ ਪੰਜਾਬ ਦੇ ਵਿੱਚ ਸ਼ਾਂਤੀ ਬਰਕਰਾਰ ਰਹੇ, ਇਹ BJP ਦਾ ਕਹਿਣਾ ਤੁਹਾਡੇ ਸਾਹਮਣੇ। ਨਸ਼ੇ ਤੋਂ ਵੀ ਮੁਕਤ ਰਹੇ ਦੋਨੋਂ, ਨਸ਼ੇ ਤੋਂ ਵੀ। ਹਰਦੀਪ ਜੀ, ਪਹਿਲੀ ਗੱਲ ਤੇ ਹੈਗੀ ਹੈ ਵੀ ਇਹ ਦੇਸ਼ ਦੀ ਸੁਰੱਖਿਆ ਕੀ ਹੁੰਦੀ ਹੈ ਤੇ ਇਹਦੇ ਬਾਰੇ BJP ਤੋਂ ਕਿਸੇ ਨੂੰ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈਗੀ ਹੈ। ਔਰ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੀ ਕੋਈ ਵੀ ਪੋਲੀਟੀਕਲ ਪਾਰਟੀ ਦੇਸ਼ ਦੀ ਸੁਰੱਖਿਆ ਦੇ ਨਾਲ ਕਿਤੇ ਵੀ ਕੰਪਰੋਮਾਈਜ਼ ਕਰ ਸਕਦੀ। ਔਰ ਨੰਬਰ 1, ਨੰਬਰ 2, ਇਹ ਜਿਹੜਾ ਹੈਗਾ BJP ਦਾ ਡਾਇਰੈਕਟਲੀ ਜਿਹੜੀ ਕਿ ਸੰਘੀਏ ਢਾਂਚੇ ਦੇ ਉੱਤੇ ਹਮਲਾ ਹੈਗਾ। ਰਾਸ਼ਟਰੀ ਸੁਰੱਖਿਆ ਦੇ ਨਾਲ ਇਸ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈਗਾ। ਜੇਕਰ ਰਾਸ਼ਟਰੀ ਸੁਰੱਖਿਆ ਦੇ ਨਾਲ ਹੀ BSF ਦਾ ਕੋਈ ਲੈਣਾ ਦੇਣਾ ਹੁੰਦਾ ਜਾਂ ਨਸ਼ਿਆਂ ਦੇ ਨਾਲ ਕੁਝ ਲੈਣਾ ਦੇਣਾ ਹੁੰਦਾ ਤਾਂ ਪਿਛਲੇ ਦਿਨੀ ਗੁਜਰਾਤ ਦੇ ਵਿੱਚ 3000 ਕਿਲੋ ਹੈਰਨ ਫੜੀ ਗਈ ਸੀ। ਉੱਥੇ ਤੇ ਤੁਸੀਂ ਦਾਇਰਾ ਜਿਹੜਾ 80 ਕਿਲੋਮੀਟਰ ਤੋਂ ਘਟਾ ਕੇ ਜਿਹੜੀ 50 ਕਿਲੋਮੀਟਰ ਕਰਤਾ ਤੇ ਪੰਜਾਬ ਦਾ ਜਿਹੜਾ ਦਾਇਰਾ ਤੁਸੀਂ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰਤਾ। ਜਦ ਕਿ BJP ਲਗਾਤਾਰ ਦੇਸ਼ ਦੀ ਸੰਵਿਧਾਨ ਦੇ ਖਿਲਾਫ ਜਿਹੜਾ ਹੈਗਾ ਸੰਘੀ ਢਾਂਚੇ ਦੇ ਖਿਲਾਫ ਕੰਮ ਕਰ ਰਹੀ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਹਿੰਦੁਸਤਾਨ ਦੇ ਬੱਚਾ ਜਿਹੜਾ ਇਸ ਬਾਰੇ ਜਾਣੂ ਹੈਗਾ। ਲੇਕਿਨ ਸਾਰਿਆਂ ਨੂੰ ਹੈਰਾਨਗੀ ਤਾਂ ਇਹ ਹੁੰਦੀ ਹੈ ਕਿ ਰਾਜਾ ਜੀ ਇੱਥੇ ਆ ਕੇ ਕਾਂਗਰਸ ਦੇ ਨੁਮਾਇੰਦੇ ਉਹ ਮਗਰਮੱਛ ਦੇ ਹੰਝੂ ਬਹਾ ਰਹੇ ਹੈਗੇ, ਠੀਕ ਹੈ ਨਾ। ਮਗਰਮੱਛ ਤੇ ਤੁਸੀਂ ਦੇਖੋ, ਉਹ ਇੱਕ ਕਹਾਵਤ ਨੇ ਕਿਸੇ ਨੇ ਕਿਹਾ, ਯੂੰ ਤਾਂ ਕੋਈ ਬੇਵਫਾ ਨਹੀਂ ਹੁੰਦਾ, ਕੋਈ ਤੋਂ ਬਾਤ ਰਹੀ ਹੋਗੀ। ਤੁਸੀਂ ਇੱਕ ਜਾਨੀ ਕਿ ਸਾਡੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚੰਨੀ ਜੀ 6 ਤਰੀਕ ਨੂੰ ਅਮਿਤ ਸ਼ਾਹ ਜੀ ਨੂੰ ਮਿਲਦੇ ਹੈਗੇ ਆ। ਉਹਨਾਂ ਨੂੰ ਕਹਿੰਦੇ ਕਿ ਜਿਹੜਾ ਸਾਡਾ ਇੰਟਰਨੈਸ਼ਨਲ ਬਾਰਡਰ ਹੈਗਾ ਉਸ ਨੂੰ ਸੀਲ ਕਰ ਦਿਓ ਕਿਉਂਕਿ ਪੰਜਾਬ ਦੇ ਵਿੱਚ ਨਸ਼ੇ ਆਉਂਦੇ ਆ, ਪੰਜਾਬ ਦੇ ਵਿੱਚ ਹਥਿਆਰ ਆਉਂਦੇ ਆ। ਇਹਦਾ ਮਤਲਬ ਤੁਸੀਂ ਦੋ ਚੀਜ਼ਾਂ ਤਾਂ ਮੰਨ ਹੀ ਲਈਆਂ ਨਾ। ਪਹਿਲੀ ਚੀਜ਼ ਇਹ ਮੰਨ ਲਈ ਕਿ ਜਿਹੜੀ ਤੁਹਾਡਾ ਲਾ ਐਂਡ ਆਰਡਰ ਜਦੋਂ ਸੂਬੇ ਦਾ ਅਧਿਕਾਰ ਹੈਗਾ ਇਹਦਾ ਜਾਨੀ ਕਿ ਜਿਹੜੀ ਪੰਜਾਬ ਪੁਲਿਸ ਦੇ ਅੰਡਰ ਆਉਂਦਾ ਤੇ ਤੁਸੀਂ ਨਾਕਾਬਲ ਹੈਗੇ ਹੋ। ਇਹਦਾ ਮਤਲਬ ਤੁਸੀਂ ਆਪਣੇ ਆਪ ਪੰਜਾਬ ਪੁਲਿਸ ਨੂੰ ਨਾਕਾਬਲ ਕਹਿ ਰਹੇ ਹੋ ਜਿਹੜਾ ਤੁਸੀਂ ਮੌਕਾ ਦੇ ਰਹੇ ਹੋ BJP ਨੂੰ। ਨੰਬਰ 1, ਨੰਬਰ 2 ਤੇ ਅੰਦਰ ਖਾਤੇ ਕੀ ਡੀਲ ਜਿਹੜੀ ਇਹਨਾਂ ਦੀ ਮੋਦੀ ਦੇ ਨਾਲ ਹੋਈ ਹੈ ਕਿਉਂਕਿ ਜਦੋਂ ਅੱਜ ਹਾਲਾਤ ਇਲੈਕਸ਼ਨਾਂ ਦਾ ਹੈਗਾ, ਅੱਜ ਪੰਜਾਬ ਦੇ ਵਿੱਚ ਕਿਤੇ ਵੀ BJP ਨੂੰ ਪੈਰ ਧਰਨ ਨੂੰ ਥਾਂ ਨਹੀਂ ਮਿਲਦੀ। ਕਦੇ ਉਹ ਡੋਰੇ ਪਾ ਰਹੇ ਨੇ ਜਾਨੀ ਕਿ ਕੈਪਟਨ ਦੇ ਉੱਤੇ ਤੇ ਹੁਣ ਚੰਨੀ ਦੇ ਉੱਤੇ ਪਾਤੇ। ਇਹਨਾਂ ਦੀ ਕਿਹੜੀ ਇਹੋ ਜਿਹੀ ਕਮਜ਼ੋਰੀ ਕੇਂਦਰ ਸਰਕਾਰ ਕੋਲੇ ਹੈ ਤੇ ਚੰਨੀ ਸਾਹਿਬ ਦੱਸ ਸਕਦੇ ਆ। ਔਰ ਦੂਸਰੀ ਗੱਲ, ਰਾਜਾ ਜੀ ਇਹ ਭੁੱਲ ਰਹੇ ਨੇ ਕਿ ਇਹਨਾਂ ਦੇ ਸਾਬਕਾ ਮੁੱਖ ਮੰਤਰੀ ਬਹੁਤ ਵੱਡੇ ਲੀਡਰ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਇੰਨਾ ਹੀ ਜਾਨੀ ਕਿ ਜਿਹੜਾ ਫੈਸਲਾ ਜਿਹੜਾ ਹੈਗਾ 11 ਤਰੀਕ ਨੂੰ ਹੋਇਆ ਸੀ ਉਹਦਾ ਹੱਕ ਜਾਨੀ ਕਿ ਹਮਾਇਤ ਕਰ ਰਹੇ ਨੇ। ਔਰ ਤੁਸੀਂ ਇਹ ਨਾ ਕਹਿ ਦਿਓ ਕਿ ਉਹ ਉਹਨਾਂ ਦੀ ਨਿੱਜੀ ਰਾਏ, ਉਹ ਹੱਲੇ ਵੀ ਜਾਨੀ ਕਿ ਕਾਂਗਰਸ ਦੇ ਜਾਨੀ ਕਿ ਵੱਡੇ ਲੀਡਰ ਨੇ, ਉਹਨਾਂ ਨੇ ਕਾਂਗਰਸ ਹੱਲੇ ਛੱਡੀ ਨਹੀਂ ਹੈ ਜੀ। ਜੇ ਅਸੀਂ ਹੁਣ ਪ੍ਰੋਫੈਸਰ ਸਾਹਿਬ ਤੁਹਾਡੇ ਕੋਲ ਆਈਏ, ਤਿੰਨੇ ਪਾਰਟੀਆਂ ਦਾ ਪੱਖ ਤੁਸੀਂ ਸੁਣ ਲਿਆ, ਹਰ ਇੱਕ ਪਾਰਟੀ ਆਪਣੇ ਹਿਸਾਬ ਨਾਲ ਦੱਸ ਰਹੀ ਹੈ ਕਿ ਇਹਦੇ ਫਾਇਦੇ ਤੇ ਨਫੇ ਤੇ ਨੁਕਸਾਨ ਕੀ ਨੇ। BJP ਨੇ ਨਫੇ ਗਿਣਾਏ ਨੇ, ਬਾਕੀ ਨੁਕਸਾਨ ਤੁਸੀਂ ਗਿਣੇ ਨੇ। ਤਾਂ ਤੁਸੀਂ ਇਹਨਾਂ ਤਿੰਨਾਂ ਪਾਰਟੀਆਂ ਦੇ ਜਿਹੜੇ ਫੈਸਲੇ ਜਾਂ ਇਹਨਾਂ ਦੇ ਵੱਲੋਂ ਜਿਹੜੀ ਆਪਣੇ ਟਿੱਪਣੀਆਂ ਕੀਤੀਆਂ ਗਈਆਂ ਕਿੰਨਾ ਸਹਿਮਤੀ ਰੱਖਦੇ ਹੋ? ਖੈਰ ਪਾਰਟੀਆਂ ਦਾ ਦੇਖੋ ਇਹ ਗੱਲ ਇੱਕ ਹੱਦ ਤੱਕ ਠੀਕ ਹੈ ਕਿ ਹੁਣ ਚੋਣਾਂ ਆਈਆਂ, ਉਹਨਾਂ ਨੇ ਪੋਲੀਟੀਕਲ ਤੌਰ ਤੇ ਵੈਸੇ ਵੀ ਨਾ ਵੀ ਚੋਣਾਂ ਉਹਨਾਂ ਨੇ ਪਾਰਟੀਆਂ ਨੇ ਆਪਣੀ ਪਾਰਟੀ ਨੂੰ ਪ੍ਰਮੋਟ ਕਰਨ ਲਈ ਕਾਫੀ ਕੁਝ ਬਿਆਨਬਾਜ਼ੀ ਕਰਨੀ ਹੁੰਦੀ ਹੈ। ਜੇ ਤੁਸੀਂ ਸਵਾਲ ਦੇਖੋ ਪੰਜਾਬ ਦੇ ਹਿੱਤਾਂ ਨਾਲ, ਪੰਜਾਬ ਦੇ ਲੋਕਾਂ ਦਾ, ਤੇ ਜਦੋਂ ਇਹ ਰਾਸ਼ਟਰੀ ਸੁਰੱਖਿਆ ਦਾ ਇੰਨਾ ਜ਼ਿਆਦਾ ਰੌਲਾ ਪਾਇਆ ਜਾਂਦਾ, ਜ਼ੋਰ ਦਿੱਤਾ ਜਾਂਦਾ, ਪਰ ਉਹਦਾ ਖਤਰਾ ਕਿੱਥੋਂ ਹੈਗਾ?
ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜੇ BSF ਸਮਗਲਰਾਂ ਦੇ ਨਾਲ ਨਾ ਰਲੀ ਹੋਵੇ ਬਾਰਡਰ ਦੇ ਉੱਤੇ ਤੇ ਕਦੀ ਇੱਕ ਭੋਰਾ ਚੀਜ਼ ਵੀ ਅੰਦਰ ਨਹੀਂ ਆ ਸਕਦੀ। ਔਰ ਇਹੀ ਇਹਨਾਂ ਦੇ ਸਪੋਕਸਮੈਨ BJP ਦੇ ਬਾਰ-ਬਾਰ ਕਹਿੰਦੇ ਆ ਕਿ ਉਹ ਜਿਹੜਾ ਕਿ ਚੰਨੀ ਸਾਹਿਬ ਨੇ ਵੀ ਕਿਹਾ ਕਿ ਦੇਖੋ ਜੀ ਉੱਥੋਂ ਕਦੀ ਡਰੋਨ ਆ ਜਾਂਦੇ ਆ, ਕਦੀ ਕੋਈ ਬੰਦੇ ਆ ਜਾਂਦੇ ਆ, ਸਮਗਲਰ ਆ ਜਾਂਦੇ, ਕਦੀ ਉਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਨਸ਼ੇ ਆ ਰਹੇ ਆ, ਹਥਿਆਰ ਆ ਰਹੇ ਆ, ਸਾਡੀ ਜਿਹੜੇ ਬਾਰਡਰ ਨੂੰ ਪ੍ਰੋਪਰਲੀ ਸੀਲ ਕਰੋ। ਜੇ ਚੰਨੀ ਬਾਹਰ ਆ ਕੇ ਬਿਆਨ, ਅੰਦਰ ਕੀ ਹੋਇਆ ਇਹ ਤੇ ਚਲੋ ਨੀਲ ਗਰਗ ਜੀ ਕਦੀ ਨਾ ਕਦੀ ਕੱਢ ਕੇ ਲੈ ਆਉਣਗੇ RTI ਰਾਹੀਂ ਜਾਂ ਕਿੱਦਾਂ ਕੁਛ ਨਾ ਕੁਛ, ਪਰ ਜੋ ਬਾਹਰ ਹੋਇਆ ਉਹਨਾਂ ਨੇ ਇਹੀ ਕਿਹਾ ਆਖੇ ਕਿ ਅਸੀਂ ਚਾਹੁੰਦੇ ਹਾਂ ਕਿ ਬਾਰਡਰ ਪ੍ਰੋਪਰਲੀ ਸੀਲ ਹੋਵੇ। ਸੀਲ ਹੈ ਨਹੀਂ, ਜਦ ਕਿ ਉੱਥੇ ਇੰਨਾ ਜ਼ਿਆਦਾ ਫੈਂਸਿੰਗ ਦੇ ਉੱਤੇ ਖਰਚਾ ਔਰ ਉਹਨਾਂ ਦੇ ਕੋਲ ਇਹੋ ਜਿਹੀਆਂ ਦੂਰਬੀਨਾਂ ਜਿਹੜੀਆਂ ਰਾਤ ਨੂੰ ਵੀ ਦੇਖ ਸਕਦੀਆਂ, ਅੰਧੇਰੇ 'ਚ ਵੀ ਦੇਖ ਸਕਦੀਆਂ, ਦੂਰ ਤੱਕ ਦੇਖ ਸਕਦੀਆਂ। ਇਹ ਗੱਲ ਇੱਕ ਫੈਕਟ ਆ, ਨੋਨ ਫੈਕਟ ਆ, ਜਿਵੇਂ ਪੁਲਿਸ ਬਾਰੇ ਵੀ ਹੈ ਕਿ ਜੇ ਨਸ਼ਾ ਪੁਲਿਸ ਦੀ ਸਹਿਮਤੀ ਨਾ ਹੋਵੇ ਤੇ ਪੁਲਿਸ ਨੂੰ ਵੀ ਉੱਪਰੋਂ ਕਿਸੇ ਰਾਜਨੀਤਿਕ ਬੰਦਿਆਂ ਦੀ ਪੈਟਰਨੇਜ ਨਾ ਹੋਵੇ, ਉਤੋਂ ਉਹਨਾਂ ਨੂੰ ਛਤਰੀ ਨਾ ਹੋਵੇ, ਪ੍ਰੋਟੈਕਸ਼ਨ ਨਾ ਹੋਵੇ ਤੇ ਨਹੀਂ ਨਸ਼ਾ ਜਾ ਸਕਦਾ। ਇਸੇ ਤਰੀਕੇ ਨਾਲ ਜਿਹੜਾ ਬਾਰਡਰਾਂ ਹੀ ਨਸ਼ਾ ਹੁੰਦਾ BSF ਦੀ ਸਹਿਮਤੀ ਤੋਂ ਬਗੈਰ ਨਹੀਂ ਆ ਸਕਦਾ। ਉਹਨਾਂ ਦਾ ਕੰਮ ਹੈ ਉੱਥੇ ਰੋਕਣਾ, ਨਾ ਕਿ ਉਹਨਾਂ ਨੂੰ ਤੁਸੀਂ 50 ਕਿਲੋਮੀਟਰ ਤੱਕ ਅੰਦਰ ਲੈ, ਫਿਰ ਪੂਰਾ ਹੀ ਦੇ ਦਿਓ। ਫਿਰ 50 ਕਿਲੋਮੀਟਰ ਤੱਕ 50 ਕਿਲੋਮੀਟਰ ਦਾ ਕ੍ਰਾਈਟੇਰੀਆ ਕੀ ਹੈ? ਅਸਰ ਕੀ ਹੈ ਪੰਜਾਬ ਤੇ, ਅਸਰ ਕੀ ਹੈ ਤੁਹਾਡੇ ਹਿਸਾਬ ਨਾਲ? ਬਿਲਕੁਲ ਨਹੀਂ, ਇੱਕ ਅਸਰ ਨਹੀਂ ਹੈਗਾ। ਇੱਕ ਜਿਹੜੀ ਦੂਜੇ ਨੇ ਨੀਲ ਗਰਗ ਨੇ ਕਿਹਾ, ਜਿਹੜੇ ਸਾਰੇ ਲੋਕ ਪੰਜਾਬੀ ਇਸ ਵੇਲੇ ਬਾਰ-ਬਾਰ ਕਹਿ ਰਹੇ ਆ, ਸਭ ਤੋਂ ਵੱਡਾ ਅਸਰ ਹੈ ਕਿ ਜਿਹੜੀ ਪ੍ਰਭੂ ਸੱਤਾ ਕਿਸੇ ਦੀ ਵੀ ਆਟੋਨਮੀ ਹੈਗੀ ਹੈ ਸੂਬੇ ਦੀ, ਉਸਦੇ ਉੱਤੇ ਵੱਡਾ ਹਮਲਾ ਹੈਗਾ। ਤੁਹਾਡੇ ਰੰਧਾਵਾ ਹੋਣਾ ਨਹੀਂ ਕਰਨਾ, ਸੁਖਜਿੰਦਰ ਰੰਧਾਵਾ ਨੇ ਅੱਧਿਓਂ ਵੱਧ ਪੰਜਾਬ ਜਿਹੜਾ BSF ਦੇ। ਪਰ ਜੋਸ਼ੀ ਜੀ ਨੇ ਸਾਫ਼ ਤੌਰ ਤੇ ਸਵਾਲ ਪੈਦਾ ਕੀਤਾ ਕਿ ਅਸੀਂ ਕੋਈ ਵੀ ਪੰਜਾਬ ਪੁਲਿਸ ਦੇ ਤਾਂ ਅਧਿਕਾਰ ਘਟਾਏ ਨਹੀਂ ਹੈਗੇ, ਕਿਉਂ ਨਹੀਂ? BSF ਦੇ ਵਧਾਏ ਅਧਿਕਾਰ। ਇੱਕ ਮਿੰਟ ਜੇ ਨਹੀਂ ਹੈ ਤੇ ਦੋ ਫੋਰਸਾਂ ਦੀ ਲੋੜ ਕੀ ਹੈ ਵੀ? ਉਹ ਪੰਜਾਬ ਪੁਲਿਸ ਨੂੰ ਕਹਿਣ, ਜਿਸ ਤਰ੍ਹਾਂ 15 ਕਿਲੋਮੀਟਰ ਸੀ ਪਹਿਲਾਂ, ਉਹ ਪੰਜਾਬ ਪੁਲਿਸ ਨੂੰ ਕਹਿਣ ਕਿ ਦੇਖੋ ਜੀ ਆ ਸਾਨੂੰ ਪੰਜਾਬ ਪੁਲਿਸ ਕੰਮ ਕਰੇ। ਇਹਦਾ ਮਤਲਬ ਯਾਰ ਸੈਂਟਰ ਨੂੰ ਪੰਜਾਬ ਪੁਲਿਸ ਤੇ ਬਿਲਕੁਲ ਭਰੋਸਾ ਨਹੀਂ ਹੈ। ਮੈਂ ਇਹ ਕਹਿਣਾ ਕਿ 15 ਕਿਲੋਮੀਟਰ ਦਾ ਵੀ ਏਰੀਆ ਦੇਣਾ ਉਹ ਵੀ ਇੱਕ ਗਲਤ ਗੱਲ ਆ। ਉਹਨਾਂ ਨੂੰ ਵੱਧ ਤੋਂ ਵੱਧ ਕਿਲੋਮੀਟਰ 2 ਕਿਲੋਮੀਟਰ ਦਾ ਏਰੀਆ ਦੇਣ ਜਿੱਥੇ ਉਹ ਆਪਣਾ ਮੂਵ ਕਰ ਸਕਣ। ਜਿਹੜੇ ਨਾਲ ਦੇ ਪਿੰਡ ਆਉਂਦੇ ਆ ਉੱਥੇ ਜੇ ਇਨਸਪੈਕਸ਼ਨ ਕੋਈ ਕਰਨੀ ਕਰਨ, ਉਦੋਂ ਬਾਅਦ ਬਾਕੀ ਦਾ ਸਾਰੇ। ਜੇ ਅਸੀਂ BSF ਦੀ ਗੱਲ ਕਰੀਏ ਤਾਂ ਬਣਾਈ ਇਸੇ ਕਰਕੇ ਸੀ ਕਿ ਸਰਹੱਦੀ ਇਲਾਕੇ ਦੀ ਸੁਰੱਖਿਆ ਕਰਨੀ ਆ, ਬਾਰਡਰ ਦੀ ਨਾ ਕਿ ਲੋਕਾਂ ਦੇ ਘਰਾਂ ਜਾ ਕੇ। ਹੁਣ ਕੀ ਹੋਣਾ, ਲੋਕਾਂ ਦੇ ਘਰਾਂ ਜਾ ਕੇ ਕਿਸੇ ਨੂੰ ਛਾਪੇ ਮਾਰ ਸਕਦੇ ਆ, ਕਿਸੇ ਨੂੰ ਫੜ ਸਕਦੇ ਆ, ਉੱਤੇ ਧਾਰਾ ਵੀ ਲਾ ਸਕਦੇ, ਜਿਹੜੀ ਨਵੀਂ ਗੱਲ ਕੀਤੀ ਹੈ CRPC। ਇਸ ਕਰਕੇ ਇਹ ਤੇ ਜਿਹੜੇ ਇੱਕ ਕਿਸਮ ਦਾ ਜਿਹੜਾ ਸਿੱਧਾ ਜੇ ਤੁਸੀਂ ਪ੍ਰੈਜ਼ੀਡੈਂਟ ਰੂਲ ਨਾ ਕਹੋ ਤੇ ਇੱਕ ਸੈਂਟਰਲੀ ਕੇਟਰਡ ਡਿਫੈਂਸ ਫੋਰਸ ਦਾ ਰੂਲ ਆ। ਅੱਗੇ ਜੰਮੂ ਕਸ਼ਮੀਰ ਨੂੰ UT ਬਣਾਤਾ, ਇਹ ਇਨਡਾਇਰੈਕਟਲੀ ਉਧਰ ਨੂੰ ਪੰਜਾਬ ਨੂੰ ਲਿਜਾਇਆ ਜਾ ਰਿਹਾ, ਜਿੱਥੇ ਪੰਜਾਬ ਦੀ ਆਪਣੀ ਸਰਕਾਰ, ਰਾਜਾ ਜੀ ਤੁਹਾਡੇ ਸਰਕਾਰ ਦੇ ਹੱਕ ਹਕੂਕ ਤੇ ਜਿਹੜੀ ਸਿਵਲ ਦੀ ਸਾਰੀ ਸਾਡੀ ਆਪਣੀ ਪੁਲਿਸ ਨੇ ਮੈਨੇਜ ਕਰਨਾ, ਉਹਦੇ ਤੇ ਛਾਪਾ ਮਾਰਨ ਦੀ। ਗਰਗ ਸਾਹਿਬ ਤੁਸੀਂ ਬੋਲੋ ਆਪਣਾ। ਮੈਂ ਇੱਕ ਚੀਜ਼ ਹੋਰ ਐਡ ਕਰਦੇ ਆ, ਮਤਲਬ ਇੱਥੇ ਜੋਸ਼ੀ ਜੀ ਨਾ ਕਿ ਬਹੁਤ ਹੀ ਉਹ ਆਪਣੇ ਆਪ ਨੂੰ ਇਹ ਪੇਸ਼ ਕਰਨ ਜਾ ਰਹੇ ਕਿ ਸ਼ਾਇਦ ਜਿਹੜੀ ਕਿ ਨਸ਼ਿਆਂ ਦੇ ਖਿਲਾਫ ਤੇ ਦੇਸ਼ ਦੀ ਸੁਰੱਖਿਆ ਦੇ ਖਿਲਾਫ ਇਹਨਾਂ ਦੀ ਪਾਰਟੀ ਕੋਲ ਹੀ ਸਾਰਾ ਕੁਝ ਜਿਹੜੀ ਕਿ ਹੱਕ ਹਕੂਕ ਹੈਗੇ ਆ। ਮੈਂ ਇੱਥੇ ਚੀਜ਼ ਐਡ ਕਰਨੀ ਚਾਹੁੰਦਾ, ਸਤੰਬਰ 2018 ਦੇ ਵਿੱਚ ਇਹਨਾਂ ਦੀ ਪਾਰਟੀ ਨੇ, ਸੈਂਟਰ ਨੇ ਨਾਰਥ ਇੰਡੀਆ ਦੀ ਇੱਕ ਕੋਆਰਡੀਨੇਸ਼ਨ ਕਮੇਟੀ ਬਣਾਈ ਸੀ, ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਨਸ਼ਿਆਂ ਦੀ ਜਿਹੜੀ ਸਮਗਲਿੰਗ ਰੋਕਣ ਵਾਸਤੇ ਆਪਸ ਕੋਆਰਡੀਨੇਸ਼ਨ ਦੀ ਬੜੀ ਜ਼ਰੂਰਤ ਹੈਗੀ ਹੈ, ਜਿਹੜੀ ਕਿ ਹਰ 6 ਮਹੀਨਿਆਂ ਪਿੱਛੋਂ ਮੀਟਿੰਗ ਹੋਣੀ। ਜੋਸ਼ੀ ਸਾਹਿਬ ਇਹ ਦੱਸਦੇ ਨੇ ਸਤੰਬਰ 2018 ਚ ਕਮੇਟੀ ਬਣੀ ਸੀ, ਉਸ ਤੋਂ ਬਾਅਦ ਕਿੰਨੀਆਂ ਮੀਟਿੰਗਾਂ ਹੋਈਆਂ, ਫਿਰ ਅਸੀਂ ਮੰਨ ਲਾਂਗੇ ਕਿੰਨੇ ਕੁ ਸੀਰੀਅਸ ਹੈ। ਜੋਸ਼ੀ ਸਾਹਿਬ ਦੱਸ ਦਿਓ ਕਿੰਨੀਆਂ ਮੀਟਿੰਗਾਂ ਹੋਈਆਂ ਉਸ ਕਮੇਟੀ ਦੀਆਂ। ਨੰਬਰ 2 ਜਿਹੜੀ ਕਿ 2 ਜਿਹੜਾ ਹੈਗਾ, ਜੇ ਤੁਸੀਂ ਗੱਲ ਕਰਦੇ ਰਾਸ਼ਟਰੀ ਸੁਰੱਖਿਆ ਦੀ, ਰਾਸ਼ਟਰੀ ਸੁਰੱਖਿਆ ਇਹਨਾਂ ਵਾਸਤੇ ਸਿਰਫ ਰਾਜਨੀਤੀ ਹੈਗੀ ਹੈ। 2019 ਅਸੀਂ ਨਹੀਂ ਭੁੱਲ ਸਕਦੇ, ਪੂਰੇ ਮੁਲਕ ਦੇ ਵਿੱਚ ਮਾਹੌਲ BJP ਦੇ ਖਿਲਾਫ ਸੀ। ਆਲ ਆਫ ਸਡਨ ਪੁਲਵਾਮਾ ਹੁੰਦਾ ਹੈ, ਉੱਥੇ ਸਾਡੇ ਨੌਜਵਾਨ ਫੌਜੀ ਜਵਾਨ ਸ਼ਹੀਦ ਹੋ ਜਾਂਦੇ ਆ, 650 ਕਿਲੋ RDS ਫੜਿਆ ਜਾਂਦਾ ਹੈ। ਇੰਟਰਨੈਸ਼ਨਲ ਬਾਰਡਰ ਤੋਂ ਆਇਆ ਸੀ ਨਾ, ਉਹਦੀ ਜਾਂਚ ਦਾ ਕੀ ਬਣਿਆ? ਜਿਹੜੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਦਾ ਜੋ ਸਭ ਬੜਾ ਸੈਂਸਿਟਿਵ ਕੁਐਸਚਨ ਹੈ, ਜਵਾਬ ਧਿਆਨ ਨਾਲ ਦੇਣਾ ਪੈਣਾ ਤਾਂ ਬਣਿਆ। ਅੱਜ ਉਹਦੀ ਇਹ ਗੱਲ ਵੀ ਨਹੀਂ ਕਰਦੇ। ਜੀ ਜੋਸ਼ੀ ਜੀ ਦਿਓ ਜਵਾਬ ਤੁਸੀਂ। ਦੇਖੋ, ਜਿਸ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਜਿਹਦੇ ਵੀਡੀਓ ਵਾਇਰਲ ਹੁੰਦੇ ਹੋਣ ਨਸ਼ੇ ਦੇ, ਸ਼ਰਾਬ ਦੇ, ਉਹ ਤੋਂ ਤਾਂ ਫਿਰ ਇਸ ਤੋਂ ਜ਼ਿਆਦਾ ਕੀ ਸੀਰੀਅਸ ਨਹੀਂ। ਸ਼ਰਾਬ ਦੀ ਇੱਥੇ ਕਿੱਥੇ ਗੱਲ ਆ ਰਹੀ ਹੈ? ਲੱਗਦਾ ਮੇਰੇ ਚ ਲੱਗ ਗਿਆ ਸਰ, ਕੋਈ ਨਹੀਂ ਨਿੱਜੀ ਨਾ ਹੋਈਏ। ਦੇਖੋ ਮੇਰੇ ਜੋਸ਼ੀ ਨਿੱਜੀ ਨਾ ਹੋਈਏ। ਨਿੱਜੀ ਤਾਂ ਨਹੀਂ ਹੋ ਰਿਹਾ ਜੀ, ਪੰਜਾਬ ਦਾ ਪ੍ਰਧਾਨ ਹੈ, ਸ਼ਰਾਬ ਪੀ ਕੇ ਨਸ਼ੇ ਟੁੰਨ ਰਹਿੰਦਾ, ਵੀਡੀਓ ਵਾਇਰਲ ਹੁੰਦੇ, ਨਿੱਜੀ ਕਿੱਥੋਂ ਹੋ ਗਿਆ? ਨਹੀਂ, ਸ਼ਰਾਬ ਤਾਂ ਪੰਜਾਬ 'ਚ ਵਿਕਦੀ ਹੈ। ਨਹੀਂ, ਮੈਂ ਕਿਹਾ ਜੀ ਪੰਜਾਬ 'ਚ ਬੰਦ ਕਰਾ ਦਿਓ ਸ਼ਰਾਬ। ਪੰਜਾਬ 'ਚ ਵਿਕਦੀ ਵੀ ਹੈ। ਨਹੀਂ, ਸ਼ਰਾਬ ਵਾਲੇ ਪਾਸੇ ਅੱਜ ਕਾਂਗਰਸ ਜਿਹੜਾ ਸਰਹੱਦੀ ਨਸ਼ਾ ਆ ਰਿਹਾ ਉਹਦੀ ਗੱਲ, ਕਾਂਗਰਸ ਇਸ ਗੱਲ ਤੇ ਰਾਜੀ ਹੈ ਕਿ ਆਮ ਆਦਮੀ ਪਾਰਟੀ ਦੇ
ਜਿਹੜੇ ਪ੍ਰਧਾਨ ਨੇ ਭਗਵੰਤ ਮਾਨ ਜੀ ਸ਼ਰਾਬ ਪੀ ਕੇ ਇਹਦੇ ਚ ਰਾਜੀ ਘੁੰਮਦੇ ਨੇ, ਰਾਜੀ ਹੈ ਨਾ, ਬਾਕੀ ਸਪੋਕਸਮੈਨ ਆਬਜੈਕਸ਼ਨ ਕਰਦੇ ਰਾਜੀ ਹੈ, ਇਹ ਸ਼ਰਾਬ ਨੂੰ ਰਾਜੀ ਹੈ ਜੀ। ਜੋਸ਼ੀ ਜੀ ਸਿੱਧਾ ਜਿਹਾ ਜਵਾਬ ਰਾਜੇ ਜੀ, ਇੱਕ ਮਿੰਟ ਰਾਜੇ ਜੀ 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 ਜਵਾਬ ਵਰਸਸ ਆਲ ਪੰਜਾਬੀ ਵੀਰੋ ਦੇਖ ਲਓ ਇਹੀ ਹਾਲ ਹੈ। ਜਵਾਬ ਦਿਓ ਪ੍ਰਚਾਰ ਹੈ, ਕੂੜ ਪ੍ਰਚਾਰ ਹੈ, ਜਵਾਬ ਦਿਓ, ਤੋਪਾਂ ਲੈ ਕੇ ਚੜੇ ਰਹਿਣਾ, ਬੀਜੇਪੀ ਨੂੰ ਢਾਣਾ, ਢਾਲੋ ਭਰਾਵਾ ਬੀਜੇਪੀ ਨੂੰ। ਜੋਸ਼ੀ ਜਵਾਬ ਦਿਓ, ਜਵਾਬ ਤੁਸੀਂ ਵੀ ਢਾਲੋ, ਜੋਸ਼ੀ ਜਵਾਬ ਤੁਸੀਂ ਵੀ ਢਾਲੋ। ਨਹੀਂ ਜਵਾਬ, ਬਾਕੀ ਵੀ ਬੋਲਦੇ ਨੇ ਕਹਾਣੀ ਬੋਲਦੇ, ਮੈਨੂੰ ਕਹਾਣੀ ਜਵਾਬ ਮੈਂ ਤੁਹਾਨੂੰ ਤੁਸੀਂ ਜਵਾਬ ਦੇ ਦਿਓ। ਸਿੰਪਲ ਜਿਹਾ ਸਵਾਲ ਪੁੱਛਿਆ ਤਾਂ ਮੈਂ ਦੇਣਾ ਜਵਾਬ। ਮੈਂ ਸਤੰਬਰ 2018 ਤੋਂ ਬਾਅਦ ਕਿੰਨੀਆਂ ਮੀਟਿੰਗਾਂ ਮੈਨੂੰ ਦੱਸ ਦਿਓ। ਤੁਹਾਨੂੰ ਸਿੰਪਲ ਜਿਹਾ ਗਰਗ ਸਾਹਿਬ ਜਵਾਬ ਦੇਣ ਲੱਗੇ ਜਵਾਬ। ਇਸ ਤਰ੍ਹਾਂ ਕਿ ਵੀ ਗਰਗ ਸਾਹਿਬ ਕਹਿੰਦੇ ਕਿ ਫੈਡਰਲ ਸਟਰਕਚਰ ਤੇ ਅਟੈਕ ਹੋਇਆ, ਠੀਕ ਹੈ। ਮੈਂ ਦੱਸਣਾ ਚਾਹੁੰਦਾ ਕਿ ਬੀਐਸਐਫ ਦਾ ਦਾਇਰਾ ਕੱਲਾ ਕੋਈ ਪੰਜਾਬ ਦਾ ਨਹੀਂ ਵਧਿਆ, ਹੋਰ ਸੂਬਿਆਂ 'ਚ ਵੀ ਵਧਾਇਆ, ਬੰਗਾਲ ਦਾ ਵਧਿਆ, ਅਸਾਮ ਦਾ ਵਧਿਆ, ਰਾਜਸਥਾਨ ਦਾ ਵੀ ਵਧਿਆ। ਲੈਟ ਮੀ ਫਿਨਿਸ਼, ਠੀਕ ਹੈ। ਦਾਇਰਾ ਵਧਿਆ, ਕੱਲਾ ਪੰਜਾਬ ਦਾ ਨਹੀਂ ਵਧਿਆ। ਦੂਸਰਾ, ਜਿਹੜੇ ਬਾਰਡਰ ਨੇ ਨਾ, ਬਾਰਡਰ ਦੀ ਸੁਰੱਖਿਆ ਹਮੇਸ਼ਾ ਸੈਂਟਰਲ ਏਜੰਸੀਜ਼ ਕੋਲ ਰਹਿੰਦੀ ਹੈ, ਸੈਂਟਰਲ ਫੋਰਸਿਸ ਕੋਲ ਰਹਿੰਦੀ ਹੈ, ਉਹ ਪੰਜਾਬ ਪੁਲਿਸ ਕੋਲ ਨਹੀਂ ਹੁੰਦੀ। ਤੀਸਰਾ, ਜਿਹੜੇ ਸੀਆਰਪੀਸੀ ਦੇ ਤਹਿਤ ਤਿੰਨੋਂ ਪੋਲੀਟੀਕਲ ਪਾਰਟੀਆਂ ਨੇ ਝੂਠ ਬੋਲਿਆ ਹੈ, ਉਹ ਕਹਿੰਦੇ ਸੀਆਰਪੀਸੀ ਦੇ ਤਹਿਤ ਜਿਹੜਾ ਹੈਗਾ ਬੀਐਸਐਫ ਨੂੰ ਪਾਵਰ ਦਿੱਤੀ ਗਈ ਹੈ। ਦੇਖੋ ਬੀਐਸਐਫ ਨੂੰ ਸੀਆਰਪੀਸੀ ਦੀ ਪਾਵਰ 1969 ਤੋਂ ਇਹਨਾਂ ਕੋਲ ਨੇ, ਅੱਜ ਤੋਂ ਨਹੀਂ ਹੈ। 1969 ਚ ਦੇਸ਼ ਦੇ ਅੰਦਰ ਕਾਂਗਰਸ ਦਾ ਰਾਜ ਸੀਗਾ, ਤਦ ਤੋਂ ਇਹ ਪਾਵਰਾਂ ਉਹਨਾਂ ਕੋਲ ਹੈਗੀਆਂ। ਉਹ ਸੀਆਰਪੀਸੀ ਪਾਵਰ ਇਸ ਲਈ ਹੈ ਕਿ ਜਦ ਬਾਰਡਰ ਕੋਈ ਪਾਰ ਕਰਕੇ ਨੱਠਦਾ ਹੈ ਜਾਂ ਨਸ਼ਾ ਆਂਦਾ ਹੈ ਜਾਂ ਕੁਝ ਵੀ ਆਂਦਾ, ਜਦੋਂ ਉਹਦੇ ਪਿੱਛਾ ਕਰੇਗੀ ਬੀਐਸਐਫ ਬਾਰਡਰ ਤੋਂ ਬਾਹਰ, ਤੇ ਪਿੱਛਾ ਕਰਦੇ ਕਰਦੇ ਉਹਨਾਂ ਨੂੰ ਫੜਨ ਦਾ ਹੱਕ ਜਿਹੜਾ ਹੈਗਾ ਉਹ ਸੀਆਰਪੀਸੀ ਤਹਿਤ ਮਿਲਿਆ, ਸਿਰਫ ਫੜਨ ਦਾ ਹੱਕ। ਫੜਨ ਤੋਂ ਬਾਅਦ ਉਹਨਾਂ ਨੇ ਲੋਕਲ ਥਾਣੇ ਨੂੰ ਇਨਫਾਰਮ ਕਰਨਾ ਹੈ, ਉਹਨਾਂ ਨੇ ਆ ਕੇ ਪਰਚਾ ਦਰਜ ਕਰਨਾ ਹੈ, ਉਹਨਾਂ ਨੇ ਇਨਵੈਸਟੀਗੇਸ਼ਨ ਕਰਨੀ ਹੈ, ਉਹਨਾਂ ਨੇ ਉਹਦੀ ਕਸਟਡੀ ਲੈਣੀ ਹੈ। ਉਹ ਸਿਰਫ ਕਿਸੇ ਦੇ ਘਰ ਜਾ ਕੇ ਸਿਰਫ ਸਮਾਨ ਫੜ ਸਕਦੇ ਨੇ, ਉਸ ਤੋਂ ਬਾਅਦ ਕੁਝ ਨਹੀਂ। ਪਰ ਸਮਾਨ ਕਿਸੇ ਦੇ ਘਰ ਜਾ ਕੇ ਫੜਨਾ ਵੀ ਕਾਨੂੰਨੀ ਹੱਕ ਸੀਆਰਪੀਸੀ ਦਿੱਤਾ ਹੈ, ਪਰ ਪਰਚੇ ਦਰਜ ਕਰਨ ਦਾ ਹੱਕ ਨਹੀਂ। ਪਰਚੇ ਤਾਂ ਲੋਕਲ ਪੁਲਿਸ ਨੇ ਹੀ ਦਰਜ ਕਰਨੇ ਹੁੰਦੇ ਨੇ। ਸੋ ਇਸ ਕਰਕੇ ਕਿ ਪੰਜਾਬ ਪੁਲਿਸ ਦੇ ਕਿਸੇ ਹੱਕ ਦੇ ਉੱਪਰ ਵੀ ਕੋਈ ਰੁਕਾਵਟ ਨਹੀਂ ਆਈ ਹੈ, ਪੰਜਾਬ ਸਰਕਾਰ ਦੇ ਕਿਸੇ ਹੱਕ ਉੱਪਰ ਵੀ ਕੋਈ ਰੁਕਾਵਟ ਨਹੀਂ ਆਈ ਹੈ। ਫਿਰ ਸੰਘੇ ਢਾਂਚੇ ਨੂੰ ਟਾਹਾ ਕਿੱਥੋਂ ਲੱਗ ਰਿਹਾ? ਮੈਂ ਗੱਲ ਤਾਂ ਖਤਮ ਹੋ ਲੈਣ ਦਿਓ। ਕਿਤੇ ਵੀ ਟਾਹਾ ਨਹੀਂ ਲੱਗਿਆ, ਕੁਝ ਨਹੀਂ ਹੋਇਆ। ਜੇ ਤੁਸੀਂ ਉੱਚੀ ਆਵਾਜ਼ 'ਚ ਬੋਲਣਾ, ਮੇਰੀ ਗੱਲ ਕਰਨੀ, ਸੱਚਾਈ ਛੁਪਣੀ ਨਹੀਂ। ਸੱਚਾਈ ਇਹ ਹੈ ਕਿ ਤੁਸੀਂ ਸਿਰਫ ਵੋਟਾਂ ਦੀ ਰਾਜਨੀਤੀ ਕਰ ਰਹੇ ਹੋ। ਰਾਜੀ ਤੁਹਾਡੇ ਤੋਂ ਪੁਲਵਾਮਾ ਨਾ ਇਹਨਾਂ ਨੇ ਪੁਲਵਾਮਾ ਦਾ ਜਵਾਬ ਦਿੱਤਾ, ਨਾ 2017 ਜੋਸ਼ੀ ਜੀ ਜਵਾਬ ਦੇ ਦਾ ਜਵਾਬ ਇਹ ਹੈ। ਕਿੰਨੀਆਂ ਮੀਟਿੰਗਾਂ ਹੋਈਆਂ ਤੁਹਾਡੀਆਂ? ਮੀਟਿੰਗਾਂ ਹੋਈਆਂ ਦੱਸੋ ਤੁਸੀਂ, ਸਤੰਬਰ 2018 ਤੋਂ ਲੈ ਕੇ ਹੁਣ ਤੱਕ। ਪੁਲਵਾਮਾ ਦੇ ਜਵਾਬ ਇਹਨਾਂ ਹੈ ਕਿ ਜਿਹੜੀ ਸ਼ਹੀਦਾਂ ਦਾ ਜਿਹੜਾ ਹੈ ਨਾ ਮਜ਼ਾਕ ਉਡਾਣਾ ਆਮ ਆਦਮੀ ਪਾਰਟੀ ਔਰ ਕਾਮਰੇਡਾਂ ਦਾ ਮਜ਼ਾਕ ਤਾਂ ਤੁਸੀਂ ਉਡਾ ਰਹੇ ਹੋ। ਇਨਕੁਆਇਰੀ ਅਸੀਂ ਉਹਨਾਂ ਦੀ ਕੁਰਬਾਨੀ ਕਹਿ ਰਹੇ ਹਾਂ, ਕੁਰਬਾਨ ਹੋ ਗਏ। ਮੈਂ ਤਾਂ ਗੱਲ ਕੀ ਹੋਈ ਹੈ, ਮੇਰੀ ਗੱਲ ਖਤਮ ਹੋ ਗਈ। ਵੋਟਾਂ ਲੈਣ ਲਈ ਸਾਰਾ ਕੁਝ ਕੀਤਾ ਗਿਆ, ਸਾਰੀ ਜੱਗ ਜ਼ਾਹਰ ਹੋ ਗਈ ਗੱਲ ਜੀ। ਤੁਸੀਂ ਗੱਲ ਕੀ ਕਰ ਰਹੇ ਹੋ? ਵੋਟਾਂ ਲੈਣ ਮੰਨ ਜੋ, ਕਹਿਣ ਕੀ ਹੱਲ ਤੁਸੀਂ ਮੰਨ ਜੋ। ਹੁਣ ਲੋਕ ਤੁਹਾਨੂੰ ਮੂੰਹ ਨਹੀਂ ਲਾ ਰਹੇ, ਸਿੱਧੀ ਜੀ ਗੱਲ ਤੁਸੀਂ ਹੁਣ ਪੰਜਾਬੀ ਵੀਰ ਦੇਖ ਲਓ, 50 ਕਿਲੋਮੀਟਰ ਲੈ ਕੇ ਜਾ ਰਹੇ ਪੰਜਾਬੀ। ਜੋਸ਼ੀ ਉਹ ਮੀਟਿੰਗਾਂ ਕਿੰਨੀਆਂ ਹੋਈਆਂ ਉਹ ਦੱਸ ਸੁਣ ਲਓ। ਇਹ ਪੰਜਾਬੀ ਵੀਰ ਮੇਰੇ ਸੁਣ ਲਓ ਹੁਣ ਮੇਰੀ ਗੱਲ। ਪੰਜਾਬੀ ਵੀਰ ਮੇਰੀ ਗੱਲ ਸੁਣ ਲਓ। ਇਹ ਕਾਂਗਰਸ ਦੇ ਨੁਮਾਇੰਦੇ ਹੈ ਜਿਹੜੇ ਦੱਸ ਨਹੀਂ ਪਾ ਰਹੇ, ਜਿਹੜੀ ਆਪਣੀ ਗੱਲ ਨੂੰ ਜਸਟੀਫਾਈ ਨਹੀਂ ਕਰ ਰਹੇ ਕਿ ਪੰਜਾਬ ਪੁਲਿਸ ਦੀ ਕਿਹੜੀ ਪਾਵਰ ਖਤਮ ਹੋਈ ਹੈ, ਪੰਜਾਬ ਸਰਕਾਰ ਦੀ ਕਿਹੜੀ ਪਾਵਰ ਖਤਮ ਹੋਈ ਹੈ। ਇਹ ਦੱਸ ਨਹੀਂ ਸਕਦੇ, ਬਾਰ-ਬਾਰ ਬੋਲ ਰਹੇ, ਦੱਸ ਨਹੀਂ ਸਕਦੇ ਕਿਉਂਕਿ ਬੋਲਣ ਨੂੰ ਕੁਝ ਹੈ ਨਹੀਂ। ਬੀਜੇਪੀ ਪਰ ਅਟੈਕ ਕਰਨਾ ਹੈ। ਇਹ ਬੀਜੇਪੀ ਹੈ ਜਿਹੜਾ ਸਰਜੀਕਲ ਅੱਜ ਮੀਟਿੰਗ 'ਚ ਕਿਉਂ ਨਹੀਂ ਗਏ? ਬੀਜੇਪੀ ਹੈ ਜਿਹੜੇ ਪੁਲਵਾਮਾ ਸ਼ਹੀਦਾਂ ਸਨਮਾਨ ਕਰਨਾ ਜਾਂਦੀ ਹੈ। ਇਹ ਬੀਜੇਪੀ ਹੈ ਜਿਹੜਾ ਵੜ ਕੇ ਪਾਕਿਸਤਾਨ 'ਚ ਅਟੈਕ ਕਰਕੇ ਵਾਪਸ ਆਉਣ ਦਾ ਦਮ ਰੱਖਦੀ ਹੈ। ਇਹਨਾਂ ਨੂੰ ਪੁੱਛਿਆ ਜਾਵੇ, ਲੈਣ ਦਿਓ ਮੇਰੀ ਗੱਲ ਖਤਮ ਹੋ ਲੈਣ ਦਿਓ। ਇਹਨਾਂ ਨੂੰ ਪੁੱਛੋ ਦੁਬਾਰਾ। ਮੇਰਾ ਕੁਐਸਚਨ ਹੈ, ਤਿੰਨਾਂ ਨੂੰ ਕੁਐਸਚਨ ਹੈ। ਇੱਕ 10 ਦਿਨ ਪਾਵਰ ਜਿਹੜੀ 15 ਕਿਲੋਮੀਟਰ ਪੰਜਾਬ ਉੱਪਰ, ਮੈਂ ਸਾਰੇ ਤੋਂ ਪੰਜਾਬ ਸਰਕਾਰ ਦੀ ਜਾਂ ਪੰਜਾਬ ਪੁਲਿਸ ਦੀ ਕੱਟੀ ਹੈ, ਇੱਕ ਪਾਵਰ ਦੱਸੋ ਇੰਕਲੂਡਿੰਗ ਭੋਗਲ ਸਾਹਿਬ ਤੁਸੀਂ ਦੱਸੋ। ਜੀ ਮੈਂ ਸਿਰਫ ਉਹ ਸਵਾਲ ਜਿਹੜਾ ਵਿੱਚ ਪਾਵਰ ਦੱਸੋ। ਪਾਵਰ ਪੰਜਾਬ ਜੋਸ਼ੀ ਜੀ ਪੰਜਾਬ ਸਰਕਾਰ ਦੀ ਕਿਹੜੀ ਪਾਵਰ ਅੱਜ ਮੀਟਿੰਗ ਸੀ ਜੀ, ਦੱਸਾ ਦੋ ਸਰ। ਪਾਰਟੀ ਮੀਟਿੰਗ ਬੀਜੇਪੀ ਨੇ ਬਾਈਕਾਟ ਕਿਉਂ ਕੀਤਾ? ਜੋਸ਼ੀ ਜੀ ਉਹ ਬਿਨਾਂ ਐਸੇ ਗੱਲ ਤੋਂ ਕਿਉਂਕਿ ਭੱਜਦੇ ਆ। ਨਹੀਂ ਗੱਲ ਸੁਣੋ, ਭੱਜਦੇ ਆ। ਮੈਂ ਬੈਠਾ ਪੰਜਾਬ ਦੇ ਕਿਹੜੀ ਪਾਵਰ ਘਟੀ ਹੈ ਪੰਜਾਬ ਸਰਕਾਰ ਦੀ, ਪੰਜਾਬ ਪੁਲਿਸ ਦੀ? ਦੱਸਤਾ ਦੋ। ਪੰਜਾਬ ਪੁਲਿਸ ਦੀ ਪਾਵਰ ਆਟੋਮੈਟਿਕ ਘਟ ਜਾਂਦੀ ਹੈ। ਜੋਸ਼ੀ ਜੀ ਦੱਸ ਦੇਣਾ ਕਿਵੇਂ ਘਟੀ? ਮੇਰੀ ਮੈਂ ਜਦੋਂ ਕਿਆ ਪਰਚਾ ਦਰਜ ਨਹੀਂ ਕਰ ਸਕਦੇ? ਕਿਆ ਬਾਰਡਰ ਤੱਕ ਪਿੰਡਾਂ 'ਚ ਘੁੰਮ ਨਹੀਂ ਸਕਦੇ? ਕਿਆ ਪੁਲਿਸਿੰਗ ਨਹੀਂ ਕਰ ਸਕਦੇ? ਕਿਹੜੀ ਪਾਵਰ ਘਟੀ ਹੈ? ਸੈਂਟਰ ਦਾ ਜਦੋਂ ਪਾਵਰ ਬਣ ਜਾਂਦੀ ਹੈ ਨਾ ਜੀ, ਦੇਖੋ 15 ਕਿਲੋਮੀਟਰ ਤੱਕ ਉਦੋਂ ਉਹਨਾਂ ਕੋਲੇ ਪਾਵਰ ਹੈ ਕਿਸੇ ਦੇ ਘਰ ਦੇ ਵਿੱਚ ਰੇਡ ਕਰਨ ਦੀ। ਬਸ ਇੰਨੀ ਇਸ ਵਕਤ ਨਹੀਂ ਤੇ ਫਿਰ ਉਹ
ਕਿਉਂਕਿ ਦੇਖੋ ਖਦਸ਼ਾ ਹੁੰਦਾ ਜਦੋਂ ਮੈਂ ਕਹਿੰਦਾ ਸਾਨੂੰ ਖਦਸ਼ਾ ਪਾਕਿਸਤਾਨ ਤੋਂ ਨਹੀਂ ਹੈਗਾ। ਸਾਨੂੰ ਸਾਡੇ ਬੀਐਸਐਫ ਦਾ ਇੱਕ ਉਦਾਹਰਨ ਦਿਓ, ਸਾਡੇ 15 ਕਿਲੋਮੀਟਰ ਦੇ ਅੰਦਰ ਸਾਡੇ ਪੰਜਾਬ ਨੂੰ ਹੁਣ ਖਦਸ਼ਾ ਤੇ ਖਤਰਾ ਬੀਜੇਪੀ ਤੋਂ ਹੋ ਗਿਆ। 15 ਕਿਲੋਮੀਟਰ ਦੇ ਅੰਦਰ ਹੁਣ ਇੱਕ ਮਿੰਟ ਵੀ ਕੋਈ ਗੱਲ ਕਰਨ ਰਾਜਾ ਜੀ ਮੈਂ ਤੁਹਾਡੇ ਕੋਲ ਆਉਣਾ। ਰਾਜਾ ਜੀ ਦੱਸਣਾ ਚਾਹੁੰਦਾ ਜੋਸ਼ੀ ਜੀ ਇੱਕ ਮਿੰਟ ਬੋਲੋ। ਜੋਸ਼ੀ ਜੀ ਇੱਕ ਮਿੰਟ ਜੋਸ਼ੀ ਇੱਕ ਮਿੰਟ ਬੋਲੋ। ਅੱਜ ਤੱਕ ਬੀਜੇਪੀ ਝੂਠ ਦੇ ਸਿਰ ਤੇ ਹੀ ਕੰਮ ਕਰਦੀ ਆਈ ਹੈ, ਇਹ ਵੀ ਇੱਕ ਵੱਡਾ ਝੂਠ ਫਰੇਮ ਕਰ ਰਹੀ ਹੈ। ਸਾਨੂੰ ਪੰਜਾਬ ਨੂੰ ਯਾਰ ਇੱਕ ਮਿੰਟ ਤੇ ਆ ਗਏ ਜੋਸ਼ੀ ਜੀ ਇੱਕ ਮਿੰਟ ਡੀਜਰ ਤੇ ਆ ਗਏ ਜੋਸ਼ੀ ਜੀ ਇੱਕ ਮਿੰਟ ਵੀ ਬਚੇ ਨਹੀਂ ਤੁਹਾਡੇ। ਹੁਣ ਜਿਹੜੇ ਹੈਗੇ ਜੀ ਤੁਹਾਡੇ ਕਾਂਗਰਸ ਨੇ ਤੁਹਾਡੇ ਅਗੇਂਸਟ ਬੋਲਦੇ ਨੇ, ਉਹ ਸਾਨੂੰ ਆ ਜਾ ਰਹੇ ਲੋਕ ਸਾਨੂੰ ਵੋਟ। ਜੋਸ਼ੀ ਜੀ ਇੱਕ ਮਿੰਟ ਜੋਸ਼ੀ ਜੀ ਇੱਕ ਮਿੰਟ ਤੁਹਾਨੂੰ ਵੀ ਨਾ ਸੁਣਾ। ਜੋਸ਼ੀ ਜੀ ਇੱਕ ਮਿੰਟ ਸੁਣ ਲਓ। ਜੋਸ਼ੀ ਜੀ ਜੋਸ਼ੀ ਜੀ ਇੱਕ ਮਿੰਟ ਸੁਣ ਲਓ। ਮੈਂ ਵੀ ਬੋਲੂੰਗਾ। ਜੋਸ਼ੀ ਜੀ ਇੱਕ ਮਿੰਟ ਸੁਣ ਜਵਾਬ ਦੇ ਦੇਣਾ। ਜੋਸ਼ੀ ਜੀ ਪੁਲਿਸ ਦੀ ਕਿਹੜੀ ਪਾਵਰ ਕੱਢੀ ਮੈਂ ਹੈ, ਇਹਨਾਂ ਨੂੰ ਜਵਾਬ ਦੇ ਦੇਣਾ। ਪੰਜਾਬ ਸਰਕਾਰ ਦੀ ਕਿਹੜੀ ਪਾਵਰ। ਮੈਂ ਦੱਸਦਾ ਯਾਰ। ਚਲੋ ਇੱਕ ਮਿੰਟ ਹੋਰ ਝੂਠ ਸੁਣ ਲਓ। ਪ੍ਰੋਫੈਸਰ ਇੱਕ ਮਿੰਟ ਪ੍ਰੋਫੈਸਰ ਜਦੋਂ NIA ਨੂੰ ਅਮੈਂਡਮੈਂਟ ਕੀਤਾ, ਇਹਨਾਂ ਨੇ ਅਮੈਂਡਮੈਂਟ ਕੀਤੀ ਜਿਹੜਾ NIA ਐਕਟ ਹੈਗਾ, ਉਹਦੇ 'ਚ ਇਹ ਅਮੈਂਡਮੈਂਟ ਕੀਤੀ ਹੈ ਕਿ ਸਿੱਧਾ ਬਿਨਾਂ ਸਟੇਟ ਦੀ ਪੁਲਿਸ ਨੂੰ ਇਨਫਾਰਮ ਕੀਤਾ ਤੁਸੀਂ ਸਿੱਧਾ ਰੇਡ ਕਰ ਸਕਦੇ, ਬੰਦੇ ਨੂੰ ਫੜ ਸਕਦੇ। ਇਹ ਕੀ ਕੰਮ ਹੈ ਤੁਹਾਡਾ? ਅੱਜ BSF ਚੁੱਪ ਰਹੋ ਮੈਂ ਤੁਹਾਨੂੰ ਦੱਸਦਾ। ਤੁਸੀਂ ਇੱਕ ਮਿੰਟ ਸਵਾਲ ਹੈ ਜੋਸ਼ੀ ਜੀ ਲੋਕਾਂ ਦੇ ਪਿੱਛੇ ਅੱਜ BSF ਤੁਸੀਂ ਲੋਕਾਂ ਦੇ ਪਿੱਛੇ ਕਦੇ ਯਾਰ ਰੌਲਾ ਪਾਈ ਜਾਂਦੇ। ਜੋਸ਼ੀ ਜੀ ਤੁਸੀਂ ਕਰ ਰਹੇ ਹੋ BSF ਦੇ। ਜੋਸ਼ੀ ਜੀ ਇੱਕ ਮਿੰਟ BSF ਦੀ ਪਾਵਰ ਇਹਦਾ ਮੂੰਹ ਬੰਦ ਕਰੋ ਯਾਰ। ਜੋਸ਼ੀ ਜੀ ਇੱਕ ਮਿੰਟ ਜੋਸ਼ੀ ਜੀ ਦੀ ਪਾਵਰ ਦੀ ਗੱਲ ਕਰੋ। ਜੋਸ਼ੀ ਜੀ ਤੁਹਾਨੂੰ ਜੋਸ਼ੀ ਜੀ ਤੁਹਾਨੂੰ ਸਮਾਂ ਦਿੰਨੇ ਆ ਤੁਸੀਂ ਉਸ ਤੋਂ ਬਾਅਦ ਬੋਲੋ। ਅਸੀਂ ਤਾਂ ਪੰਜਾਬ ਦੇ ਹੱਕ ਦੀ ਗੱਲ ਕਰ ਰਹੇ ਹਾਂ ਰਾਜਾ ਜੀ। ਮੈਂ ਤਾਂ ਪੰਜਾਬ ਦੇ ਹੱਕ ਦੀ ਗੱਲ। ਜੋਸ਼ੀ ਜੀ ਤੁਹਾਨੂੰ ਟਾਈਮ ਦੇ ਰਹੇ ਆ ਪੂਰਾ। ਰਾਜਾ ਜੀ ਇੱਕ ਮਿੰਟ ਦਿਓ ਬਸ ਇੱਕ ਮਿੰਟ। ਪ੍ਰੋਫੈਸਰ ਨੂੰ ਬੋਲਣ ਦਿਓ, ਉਹਨਾਂ ਨੂੰ ਕਰ ਲੈਣ ਦਿਓ ਗੱਲ। ਉਹਨਾਂ ਨੂੰ ਗੱਲ ਕਰ ਲੈਣ ਦਿਓ ਫਿਰ ਤੁਹਾਡੇ ਤੇ ਪ੍ਰੋਫੈਸਰ ਗੱਲ ਕਰੋ। ਮੈਂ ਇਹ ਕਹਿਣਾ ਕਿ ਜਿੰਨਾ ਕੇਂਦਰੀਕਰਨ ਹਰ ਲੈਵਲ ਤੇ ਹੋ ਰਿਹਾ ਉਹਦਾ ਇੱਕ ਯਾਰ ਪ੍ਰੋਫੈਸਰ ਸਾਹਿਬ ਗੱਲ ਕਰਨੀ ਪ੍ਰੋਫੈਸਰ ਸਾਹਿਬ ਨੂੰ ਗੱਲ ਕਰਨ ਦਿਓ। ਕੱਲ ਹੀ ਬੁਲਾਓ, ਇਹਨੂੰ ਕੱਲੇ ਨੂੰ ਬੁਲਾ ਲਿਆ ਕਰੋ ਯਾਰ। ਇੱਕ ਮਿੰਟ ਜੋਸ਼ੀ ਜੀ ਇੱਕ ਮਿੰਟ ਮੈਨੂੰ ਨਾ ਬੁਲਾਇਆ ਕਰੋ। ਜੋਸ਼ੀ ਜੀ ਇੱਕ ਮਿੰਟ ਜੋਸ਼ੀ ਜੀ ਇੱਕ ਮਿੰਟ ਜੋਸ਼ੀ ਜੀ ਇੱਕ ਮਿੰਟ ਕੇਂਦਰੀਕਰਨ ਜੋਸ਼ੀ ਜੀ ਇੱਕ ਮਿੰਟ। ਬੀਜੇਪੀ ਦੇ ਪਿਛਲੇ 7 ਸਾਲਾਂ 'ਚ ਹਰ ਕਿਸਮ ਦੀ ਸੱਤਾ ਦਾ ਔਰ ਕਿਸੇ ਦੇ ਪਿੱਛੇ ED CBI ਬਾਰੇ ਤਾਂ ਪਹਿਲਾਂ ਹੀ ਸਾਰਿਆਂ ਨੂੰ ਪਤਾ ਹੀ ਆ ਕਿ ਸੈਂਟਰ ਦਾ ਤੋਤਾ ਆ। ਕਿਸੇ ਦੇ ਪਿੱਛੇ NSA ਕਿ ਕੋਈ ਬੰਦੇ ਕਿਹੜੇ ਅੰਦਰ ਦਿੱਤੇ ਜਾ ਰਹੇ ਆ। ਕਿਸੇ ਦੇ NIA ਦਾ ਸ਼ਰੇਆਮ ਕੇਸ ਹੈ ਕਿ ਜਿਹੜਾ ਸੈਂਟਰ ਦੇ ਸੂਬਿਆਂ ਦੇ ਵੱਧ ਅਧਿਕਾਰਾਂ ਦਾ ਜਿਹੜਾ ਹਨਨ ਹੋਇਆ। ਉਸੇ ਲਾਈਟ 'ਚ ਜਦੋਂ ਤੁਸੀਂ BSF ਵਾਲਾ ਦੇਖਦੇ ਆ ਤੇ ਲੋਕਾਂ ਨੂੰ ਸਾਫ਼ ਨਜ਼ਰ ਆਉਂਦਾ ਕਿ ਜਿਹੜੀਆਂ ਇਹ ਕਹਿੰਦੇ ਕਿਵੇਂ ਨਹੀਂ ਪਾਵਰ ਘਟੀ। ਜਦੋਂ ਤੁਸੀਂ BSF ਨੂੰ ਇਸ ਗੱਲ ਦਾ ਕਿਤੇ ਵੀ ਰੇਡ ਕਰਨ ਦਾ, ਅਰੈਸਟ ਕਰਨ ਦਾ, CRP ਦੇ ਤਹਿਤ ਉਹਨੂੰ ਬੁੱਕ ਕਰਨ ਦਾ ਅਧਿਕਾਰ ਦਿੰਦੇ ਆ ਤੇ ਹੋਰ ਇਹ ਤੋਂ ਵੱਧ ਕੀ ਹੁੰਦਾ ਆ? ਤੁਸੀਂ ਉਸੇ ਤੁਹਾਡਾ 1 ਮਿੰਟ BSF ਬਣਾਈ ਕਾਹਦੇ ਲਈ ਆ? ਪਹਿਲਾਂ ਮੈਨੂੰ ਇਹ ਦੱਸੋ। BSF ਇੱਕ ਮਿੰਟ ਗੱਲ ਕਰ ਦਿਓ। ਬਣਾਈ ਚੁੱਪ ਵੀ ਕਰੋ। BSF ਯਾਰ ਹੁਣ ਚੁੱਪ ਵੀ ਰਹਿ। ਪੰਜਾਬ ਪੁਲਿਸ ਲੈ ਤੂੰ ਬੋਲ ਪਹਿਲਾਂ। ਪਰ ਤੁਸੀਂ ਕਹਿ ਰਹੇ ਹੋ 10 ਵਾਰੀ ਕਹੇ ਇਹੋ ਗੱਲ। ਹਾਂ ਬੋਲ ਫਿਰ। ਰਾਜਾ ਜੀ ਮੈਂ ਕਹਿਣਾ ਕਿ BSF ਬਣਾਈ ਸੀ ਬਾਰਡਰ ਸਿਕਿਉਰਿਟੀ ਫੋਰਸ, ਬਾਰਡਰ ਨੂੰ ਸਿਕਿਉਰ ਕਰ ਲਈ, ਨਾ ਕਿ ਤੁਹਾਡੇ ਸੂਬਿਆਂ ਦੇ ਅੰਦਰ 50 ਕਿਲੋਮੀਟਰ ਅੰਦਰ ਆਉਣ ਲਈ। ਜਿਹੜੀ ਗੁਜਰਾਤ ਦੀ 1 ਮਿੰਟ ਜਿਹੜੀ ਗੁਜਰਾਤ ਦੀ ਰਾਜਸਥਾਨ ਦੀ ਗੱਲ ਕਰਦੇ ਵੀ ਉੱਥੇ ਵੀ ਕੀਤਾ। ਉੱਥੇ ਦੇ ਬੰਦੇ ਉੱਥੇ ਰੇਗਿਸਤਾਨ ਆ। ਗੁਜਰਾਤ ਦਾ ਕੱਛ ਦਾ ਏਰੀਆ, ਸਾਡਾ ਤੁਸੀਂ ਫਰਟਾਈਲ ਏਰੀਆ, ਪੰਜਾਬ ਦਾ ਏਰੀਆ ਹੀ ਇੰਨਾ ਥੋੜਾ ਆ। 50,000 ਸਕੁਅਰ ਕਿਲੋਮੀਟਰ ਜੇ ਚੋਂ 27,000 ਸਕੁਅਰ ਕਿਲੋਮੀਟਰ ਤੁਸੀਂ BSF ਨੂੰ ਫੜਾ ਰਹੇ ਆ। ਫਿਰ ਤੁਸੀਂ ਕਹਿੰਦੇ ਕਿ ਕੁਛ ਨਾ ਬੋਲੋ, ਇਹ ਤੇ ਸੇਵਾ ਕਰ ਰਹੇ, ਦੇਸ਼ ਭਗਤੀ ਆ। ਹੱਦ ਹੋ ਗਈ ਆ। ਤੁਸੀਂ ਸਾਰੇ ਪੰਜਾਬ ਨੂੰ ਸਿੱਧਾ ਯੂਨੀਅਨ ਟੈਰੀਟਰੀ ਬਣਾ ਦਿਓ। ਰਾਜਾ ਜੀ ਬੋਲੋ ਤੁਸੀਂ। ਮੈਂ ਇੱਥੇ ਇੱਕ ਚੀਜ਼ ਐਡ ਕਰਨਾ ਚਾਹੁੰਦਾ। ਅਸੀਂ BSF ਦਾ ਪੂਰਾ ਸਤਿਕਾਰ ਕਰਦੇ ਹਾਂ, ਸਾਰੇ ਸਤਿਕਾਰ ਕਰਦੇ ਹਾਂ ਜੀ। ਸਾਡੀ ਉਹ ਨੈਸ਼ਨਲ ਫੋਰਸ ਹੈ, ਉਹ ਸਾਡੀ ਦੇਸ਼ ਦੀ ਸੁਰੱਖਿਆ ਕਰਦੀ ਹੈ। ਪਰ ਉਹਦਾ ਇਹ ਮਤਲਬ ਨਹੀਂ ਹੈਗਾ ਕਿ ਉਹ ਦੇਖੋ ਬਾਰਡਰ ਦੀ ਗੱਲ 1 ਕਿਲੋਮੀਟਰ 2 ਕਿਲੋਮੀਟਰ 5 ਕਿਲੋਮੀਟਰ ਜਿਹੜੀ ਲਾਈਨ ਹੁੰਦੀ ਹੈ ਉਹਦੇ ਤੇ BSF ਕੰਮ ਕਰੇ। ਉਸ ਤੋਂ ਅੱਗੇ ਤਾਂ ਲੋਕਲ ਪੁਲਿਸ ਹੈ। ਤੁਹਾਡੇ ਦੇਖੋ ਤੁਸੀਂ ਸੂਬੇ ਦੀ ਇਲੈਕਸ਼ਨ ਹੋਈ, ਸੂਬੇ ਦੇ ਇਲੈਕਸ਼ਨ ਤੋਂ ਮੁੱਖ ਮੰਤਰੀ ਬਣਿਆ, ਮੁੱਖ ਮੰਤਰੀ ਦੇ ਅੰਡਰ ਹੋਮ ਹੁੰਦਾ, ਹੋਮ ਦੇ ਵਿੱਚ ਲੋਕਲ ਪੁਲਿਸ ਹੁੰਦੀ ਹੈ। ਉਹ ਪੁਲਿਸ ਦੇ ਅੰਡਰ ਏਰੀਆ ਹੋਣਾ ਚਾਹੀਦਾ ਹੈ। BSF ਦਾ ਜਿਹੜਾ ਏਰੀਆ ਉਹ ਬਿਲਕੁਲ ਬਾਰਡਰ ਤੇ ਹੋਣਾ ਚਾਹੀਦਾ। ਪਹਿਲੀ ਗੱਲ ਤਾਂ ਜੇ ਜਿਹੜੀ BSF ਹੈ, BSF ਜੇ
ਜਿਹੜੀ ਜਿਵੇਂ ਪਾਕਿਸਤਾਨ ਦਾ ਬਾਰਡਰ ਹੁਣ ਆਪਣੇ ਲੱਗਦਾ ਹੈ ਤਾਂ ਉਹ ਬੰਦੇ ਅੰਦਰ ਆ ਕਿਵੇਂ ਜਾਣ ਜੇ BSF ਦੀ ਜੇ ਮਤਲਬ BSF ਨਾਲ ਨਾ ਹੋਵੇ। ਸੋ ਅਸੀਂ ਉਹਨਾਂ ਤੇ ਕੁਐਸਚਨ ਨਹੀਂ ਕਰਦੇ, ਇਸ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਜਿਹੜਾ ਸੂਬਾ ਹੈ ਕੱਲ ਨੂੰ ਸਟੇਟ ਕਿਸੇ ਦੇ ਅੰਡਰ ਵੀ ਹੋ ਸਕਦੀ ਹੈ, ਅੱਜ ਕਾਂਗਰਸ ਕੋਲ ਹੈ ਕੱਲ ਨੂੰ ਕਿਸੇ ਕੋਲ ਵੀ ਹੋ ਸਕਦੀ ਹੈ, ਇਹ ਨਹੀਂ ਕਹਿੰਦਾ, ਪਰ ਕਿਉਂਕਿ ਪੰਜਾਬ ਦੇ ਹੱਕਾਂ ਦੀ ਗੱਲ ਹੈ, ਪੰਜਾਬ ਦੇ ਹੱਕਾਂ ਵਾਸਤੇ ਇਹ ਮੇਰੇ ਹਿਸਾਬ ਨਾਲ ਤਾਂ 15 ਤੋਂ 10 ਕਿਲੋਮੀਟਰ ਤਾਂ 5 ਕਿਲੋਮੀਟਰ ਤੱਕ ਜਿਹੜੀ ਰਾਜਾ ਜੀ ਜੇ ਤੁਹਾਡੀ ਗੱਲ ਕਰੀਏ, ਕਾਂਗਰਸ ਦੀ ਅਸੀਂ ਗੱਲ ਕਰੀਏ, 2012 ਦੇ ਵਿੱਚ ਤੁਹਾਡੀ ਸਰਕਾਰ ਨੇ ਵੀ ਇਹੀ ਸਿੱਧੇ ਤੌਰ ਤੇ ਪਾਰਲੀਮੈਂਟ ਦੇ ਵਿੱਚ ਬਿੱਲ ਲਿਆਂਦਾ ਸੀਗਾ ਕਿ ਜਿਹੜੀ BSF ਦੀ ਫੋਰਸ ਆ ਉਹਨੂੰ ਸਿੱਧੇ ਤੌਰ ਤੇ ਜ਼ਿਆਦਾ ਤਾਕਤਾਂ ਦੇਣੀਆਂ ਚਾਹੀਦੀਆਂ, ਪਾਵਰਾਂ ਦੇਣੀਆਂ ਚਾਹੀਦੀਆਂ ਤਾਂ ਜੋ ਸਿਕਿਉਰਿਟੀ ਦੇ ਮਸਲੇ ਨੂੰ ਦੇਖ ਸਕਣ, ਸੀਜ਼ ਕਰ ਸਕਣ, ਅਰੈਸਟ ਕਰ ਸਕਣ। ਉਸ ਵੇਲੇ ਤੁਹਾਡੀ ਪਾਰਟੀ ਨੂੰ ਨਹੀਂ ਪਤਾ ਸੀਗਾ ਇਸ ਗੱਲ ਦਾ ਕਿ ਇਦਾਂ ਦੇ ਹਾਲਾਤ ਬਣ ਸਕਦੇ। ਮੇਰੇ ਕਾਬਿਲ ਦੋਸਤ ਗਰਗ ਸਾਹਿਬ ਨੇ ਉਦੋਂ ਕੁਐਸਚਨ ਕੀਤਾ ਸੀ, ਮੈਂ ਉਹਦਾ ਜਵਾਬ ਦੇਣਾ ਚਾਹੁੰਦਾ ਸੀ, ਫਿਰ ਰੌਲਾ ਪੈ ਗਿਆ। ਗਰਗ ਸਾਹਿਬ ਕਹਿ ਰਹੇ ਸੀਗੇ ਚੰਨੀ ਸਾਹਿਬ ਜਾ ਕੇ ਅਮਿਤ ਸ਼ਾਹ ਨੂੰ ਮਿਲੇ। ਚੰਨੀ ਸਾਹਿਬ ਅਮਿਤ ਸ਼ਾਹ ਨੂੰ ਕਿਉਂ ਮਿਲੇ? ਕਿਉਂਕਿ ਉਹ ਹੋਮ ਮਿਨਿਸਟਰ ਦੇਸ਼ ਦੇ ਨੇ, ਇਹ CM ਨੇ, ਇਹਨਾਂ ਦੀ ਡਿਊਟੀ ਬਣਦੀ ਹੈ ਕਿਉਂਕਿ ਜਦੋਂ ਨਵਾਂ ਜੁਆਇਨ ਕਰਦੇ ਨੇ ਡਿਊਟੀ ਬਣਦੀ ਹੈ ਬਾਰਡਰ ਨੂੰ ਦੇਖਣਾ, ਕਿਉਂਕਿ ਬਾਰਡਰ ਸਟੇਟ ਹੈ ਸਾਡੀ। ਇਹਨਾਂ ਨੇ ਜਾ ਕੇ ਗੱਲ ਕੀਤੀ, ਹੁਣ ਉਸ ਗੱਲ ਨੂੰ ਬਣਾ ਲੈਣਾ ਵੀ ਇਹਨਾਂ ਨੇ ਅੰਦਰ ਖਾਤੇ ਕੀ ਗੱਲ ਕੀਤੀ। ਦੇਖੋ ਇਹ ਕਿੱਡੀ, ਮੈਂ ਤਾਂ ਆਮ ਆਦਮੀ ਪਾਰਟੀ ਵਾਸਤੇ ਕਹਿਣਾ ਚਾਹੁੰਦਾ ਵੀ ਆਪਾਂ ਨੂੰ ਪੰਜਾਬ ਦੀ ਗੱਲ ਕਰਨੀ ਚਾਹੀਦੀ ਹੈ। ਇਲੈਕਸ਼ਨ ਆਊਗੀ, ਇਲੈਕਸ਼ਨ ਲੜਿਓ, ਜੇ ਵੋਟਾਂ ਜਿਹਨੂੰ ਪੈਣਗੇ ਉਹਨੂੰ ਪੈ ਜਾਣਗੀਆਂ, ਪਰ ਇੱਥੇ ਪੰਜਾਬ ਦਾ ਮੁੱਦਾ ਹੈ। ਜਿੱਥੇ ਉਹ ਗੱਲ ਹੋਈ ਸੀ ਬਿਲਕੁਲ ਠੀਕ ਹੈ, BSF ਕੋਲ ਫੁੱਲ ਪਾਵਰਸ ਹੋਣੀਆਂ ਚਾਹੀਦੀਆਂ ਪਰ ਬਾਰਡਰ ਤੇ ਹੋਣੀਆਂ ਚਾਹੀਦੀਆਂ ਨੇ। ਮੈਂ ਮਤਲਬ ਤੁਹਾਨੂੰ ਇਹ ਦੱਸਣਾ ਚਾਹੁੰਦਾ, ਨਹੀਂ ਸਵਾਲ ਇਹ ਹੈ ਕਿ 2012 ਮਾਰਚ ਮਹੀਨਾ ਪੀ ਚਿਦੰਬਰਮ ਨੇ ਬਿੱਲ ਪੇਸ਼ ਕੀਤਾ ਸੀ ਪਾਰਲੀਮੈਂਟ ਦੇ ਵਿੱਚ ਕਿ ਬਾਰਡਰ ਦੀ ਜਿਹੜੀ ਸਿਕਿਉਰਿਟੀ ਫੋਰਸਿਸ ਹੈਗੀ BSF ਉਹਨੂੰ ਅਧਿਕਾਰ ਵਧਾਉਣੇ ਚਾਹੀਦੇ ਨੇ, ਖੇਤਰ ਵਧਾਉਣਾ ਚਾਹੀਦਾ ਹੈ। ਉਸ ਵੇਲੇ ਤੁਹਾਡੀ ਪਾਰਟੀ ਦੀ ਰਾਏ ਹੋਰ ਸੀ ਤੇ ਅੱਜ ਹੋਰ ਕਿਉਂ ਹੈ? ਦੇਖੋ ਮੈਂ ਉਸ ਗੱਲ ਨੂੰ ਨਹੀਂ, ਮੈਨੂੰ ਉਸ ਬਾਰੇ ਆਈਡੀਆ ਨਹੀਂ ਹੈ, ਲੇਕਿਨ ਮੇਰੀ ਨਿੱਜੀ ਰਾਏ ਤੁਹਾਨੂੰ ਮੈਂ ਦੱਸ ਦੇਣਾ ਬਿਲਕੁਲ ਕਲੀਅਰ। BSF ਜਿਹੜੀ ਹੈ ਨਾ ਜੀ, BSF ਕੋਲੇ ਫੁੱਲ ਪਾਵਰਸ ਹੋਣੇ ਚਾਹੀਦੇ ਆ ਵਿਦਆਊਟ ਐਨੀ ਪੋਲੀਟੀਕਲ ਇੰਟਰਫੇਰੈਂਸ, ਚਾਹੇ ਉਹ ਕਾਂਗਰਸ ਹੋਵੇ, ਚਾਹੇ BJP ਹੋਵੇ, ਚਾਹੇ ਆਮ ਆਦਮੀ ਹੋਵੇ, ਚਾਹੇ ਕੋਈ ਹੋਵੇ, BSF ਕੋਲੇ 100% ਫੁੱਲ ਪਾਵਰਸ ਹੋਣੀਆਂ ਚਾਹੀਦੀਆਂ, ਪਰ ਹੋਣੀਆਂ ਚਾਹੀਦੀਆਂ ਬਾਰਡਰ ਤੇ। ਹੁਣ ਤੁਸੀਂ ਬਾਰਡਰ ਤੇ ਕਹਿ ਰਹੇ ਆ ਜੋਸ਼ੀ ਜੀ ਤੁਹਾਡੀ ਸਰਕਾਰ ਉਸ ਵੇਲੇ ਤੁਹਾਡੇ ਵੀ ਬਿਆਨ ਕੁਝ ਹੋਰ ਸੀਗੇ। 2012 ਦੀ ਮੈਂ ਗੱਲ ਕਰ ਰਿਹਾ ਕਿਉਂਕਿ ਸਾਨੂੰ ਸਾਰਾ ਕੁਝ ਜਾਣਨਾ ਪਵੇਗਾ ਨਾਲ ਦੀ ਨਾਲ। ਜਦੋਂ ਉਸ ਵੇਲੇ ਕਾਂਗਰਸ ਨੇ ਮਤਾ ਲਿਆਂਦਾ ਸੀਗਾ ਉਦੋਂ ਤੁਹਾਡੀ ਪਾਰਟੀ ਸਿੱਧੇ ਤੌਰ ਤੇ ਮੁਖਾਲਫਤ ਕਰਦੀ ਸੀ ਕਿ BSF ਨੂੰ ਐਡਾ ਅਧਿਕਾਰ ਨਹੀਂ ਦੇਣਾ ਚਾਹੀਦਾ। ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਇਸ ਵੇਲੇ ਮੌਜੂਦਾ ਹੈਗੇ ਨੇ, ਉਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ ਸੀਗੇ, ਉਹਨਾਂ ਨੇ ਸਿੱਧੇ ਤੌਰ ਤੇ ਮੁਖਾਲਫਤ ਕੀਤੀ ਸੀ ਇਸ ਚੀਜ਼ ਦੀ ਕਿ BSF ਨੂੰ ਇੰਨੇ ਅਧਿਕਾਰ ਨਹੀਂ ਦੇਣੇ ਚਾਹੀਦੇ। ਤੇ ਅੱਜ ਜਦੋਂ ਸੱਤਾ ਦੇ ਵਿੱਚ ਆ ਗਏ ਅੱਜ ਕੁਝ ਹੋਰ ਬੋਲ ਰਹੇ ਆ। ਇਹ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਕੁਝ ਬਿਆਨ ਅਲੱਗ ਹੋ ਜਾਂਦੇ ਨੇ ਜਾਂ ਲੋਕੀ ਭੁੱਲ ਜਾਂਦੇ ਨੇ? ਤੁਸੀਂ ਇਸ ਵੇਲੇ ਸਟੇਟਮੈਂਟ ਹੋਰ ਦੇ ਰਹੇ ਹੋ, ਉਸ ਵੇਲੇ ਤੁਹਾਡੀਆਂ ਸਟੇਟਮੈਂਟਾਂ ਹੋਰ ਸੀ। ਭੋਗਲ ਸਾਹਿਬ ਮੇਰੀ ਬੇਨਤੀ ਹੈ ਕਿ ਜੇ ਮੋਦੀ ਜੀ ਨੇ ਕੋਈ ਐਸੀ ਸਟੇਟਮੈਂਟ ਦਿੱਤੀ ਹੈ ਡਿਬੇਟ ਵਿੱਚ ਰੋਕ ਕੇ ਕਾਪੀ ਫੜਾ ਦਿਓ ਤੇ ਆਪਾਂ ਫਿਰ ਦਾ ਜਵਾਬ ਦੇ ਦਿੰਦੇ, ਨਹੀਂ ਤਾਂ ਤੂੰ ਚ ਡੱਡੂ ਨਾ ਉਡਾਓ। ਨਹੀਂ ਇਹਦੇ ਵਿੱਚ ਪੂਰੇ ਤੱਥ ਹੈਗੇ ਨੇ, ਤੁਹਾਨੂੰ ਪੂਰੀ ਡਿਟੇਲ ਦੇਖੋ ਜਦੋਂ ਤੁਸੀਂ ਇਦਾਂ ਦੀ ਗੱਲ ਕਰਦੇ ਆ ਨਾ। ਦੇਖੋ ਮੇਰੀ ਗੱਲ ਸੁਣੋ, ਮੇਰੀ ਵੀਰ ਗੱਲ ਸੁਣੋ, ਮੈਂ ਜੋ ਗੱਲ ਕਹਿ ਰਿਹਾ ਕਿ ਜੇ ਸਟੇਟਮੈਂਟ ਦਿੱਤੀ ਹੈ ਤੇ ਡਿਬੇਟ ਰੁਕੋ, ਮੈਂ ਕਿਹੜਾ ਆਪਸ਼ਨ ਇਹਨਾਂ ਨੇ ਤਾਂ GST ਦੇ ਵੀ ਡਿਬੇਟ, GST ਦੇ ਵੀ ਨਹੀਂ ਗੱਲ ਕਰਨ ਪੋਲੀਟੀਕਲ ਕੰਮ ਹੈ ਜੀ। ਮੈਂ ਦੱਸਦਾ ਇੱਕ ਮਿੰਟ ਭੋਗਲ ਸਾਹਿਬ, GST ਦੇ ਉੱਤੇ ਵੀ ਜਦੋਂ ਸਰਕਾਰ ਕਾਂਗਰਸ ਦੀ ਇਹਨਾਂ ਨੇ ਕਿਹਾ GST ਨਹੀਂ ਲੱਗਣੀ ਚਾਹੀਦੀ, ਮੁੜ ਕੇ GST ਆਪ ਲਾਈ, ਉਹ ਵੀ ਉਹਨਾਂ ਹਾਲਾਤਾਂ ਚ ਲਾਈ, ਤੁਹਾਨੂੰ ਸਾਰਿਆਂ ਨੂੰ ਪਤਾ ਜੀ। ਮੇਰੀ ਗੱਲ ਸੁਣੋ, NIA ਤਾਂ ਅਸੀਂ ਨਹੀਂ ਬਣਾਈ ਸੀਗੀ, ਠੀਕ ਹੈ, ਤਾਂ ਕਿਸੇ ਹੋਰ ਨੇ ਬਣਾਈ ਸੀ। ਇੱਕ ਦੂਸਰੀ ਗੱਲ ਇਹ ਹੈ ਕਿ ਮੇਰੇ ਪੰਜਾਬ ਦੇ ਵੀਰ ਸਮਝ ਲੈਣ ਕਿ BSF ਕੋਲ 15 ਕਿਲੋਮੀਟਰ ਦਾ ਅਧਿਕਾਰ ਸੀ। ਉਸ ਅਧਿਕਾਰਾਂ ਤਹਿਤ ਨਾ ਤਾਂ ਫੈਡਰਲ ਸੈਕਸ਼ਨ ਢਾਹ ਲੱਗਦਾ ਸੀ, ਨਾ ਪੰਜਾਬ ਪੁਲਿਸ ਦੀ ਕੋਈ ਪਾਵਰ ਕੱਢਦੀ ਸੀ। ਤੇ 50 ਕਿਲੋਮੀਟਰ ਹੋਣ ਤੋਂ ਬਾਅਦ ਵੀ ਨਾ ਪੰਜਾਬ ਪੁਲਿਸ ਇੱਕ ਸੈਕਿੰਡ, ਨਾ ਪੰਜਾਬ ਪੁਲਿਸ ਤੁਸੀਂ ਆਪਣੇ ਨਾ ਭੋਗਲ ਮੇਰੀ ਗੱਲ ਨਹੀਂ, ਮੇਰੀ ਗੱਲ ਪੂਰੀ ਡਿਟੇਲ ਤੁਹਾਡੀ ਕੱਢ ਲਈ ਤੁਹਾਨੂੰ ਇੱਕ ਸੈਕਿੰਡ ਮੈਂ ਗੱਲ ਨਾ 50 ਕਿਲੋਮੀਟਰ ਦਾ ਕੋਈ ਪਾਵਰ ਕੱਢੀ ਹੈ। ਫਿਰ 200 ਹੀ ਲੈ ਲਓ, 200 250 ਦਾ ਰਾਜਾ ਜੀ ਬੋਲੋ, ਰਾਜਾ ਜੀ ਇਹ ਗੱਲ ਬਿਲਕੁਲ, ਰਾਜਾ ਜੀ ਇੱਕ ਮਿੰਟ ਬੋਲੋ, 200 ਕਿਲੋਮੀਟਰ ਕਰਾ ਲਓ ਮੋਦੀ ਸਾਹਿਬ ਤੋਂ। ਰਾਜਾ ਜੀ ਇੱਕ ਮਿੰਟ, ਰਾਜਾ ਜੀ CRPC ਤਹਿਤ ਜਦ BSF ਨੇ ਕਿਸੇ ਰੇਡ ਕਰਨਾ ਹੈ, ਬਾਰਡਰ ਏਰੀਆ 'ਚ ਫੜਨਾ ਹੈ, ਕੋਈ ਨਸ਼ਾ ਫੜਨਾ ਹੈ, ਕੋਈ ਬੰਦੇ ਸ਼ੱਕ ਹੈ, ਜਿਹਦੇ ਕੋਲ ਸਪਲਾਈ ਆਈ ਹੈ, ਨਾ ਕੋਈ ਨੱਠ ਕੇ ਕਿਸੇ ਘਰ ਛੁਪ ਗਿਆ, ਤੇ ਘਰਾਂ ਦੇ ਅੰਦਰ ਜਾਣ ਵਾਸਤੇ CRPC ਤਹਿਤ ਪਾਵਰ ਹੈ ਸਿਰਫ ਰੇਡ ਕਰਨ ਲਈ। ਇਹੀ ਤਾਂ ਗੱਲ ਤਾਂ ਖਤਮ ਹੋ ਲੈਣ ਦਿਓ, ਰੇਡ ਦੀ ਤਾਂ ਅਸਲੀ ਪਾਵਰ ਹੁੰਦੀ ਹੈ, ਗੱਲ ਤਾਂ ਖਤਮ ਹੋ ਲੈਣ ਦਿਓ। ਰਾਜਾ ਜੀ ਇੱਕ ਮਿੰਟ ਗੱਲ ਕਰ, ਰੇਡ ਕਰਨ ਦੀ ਪਾਵਰ ਹੈ, ਰੇਡ ਕਰਨ ਤੋਂ ਬਾਅਦ ਉਹ ਡਿਟੇਨ ਕਰਨ ਦੀ ਪਾਵਰ ਹੈ। ਉਸ ਤੋਂ ਬਾਅਦ ਲੋਕਲ ਥਾਣੇ ਨੂੰ ਬੁਲਾਏਗੀ, ਉਹ ਜਿਹੜਾ ਹੈਗਾ ਸਮਾਨ ਕਸਟਡੀ 'ਚ ਲਏਗੀ, ਪਰਚਾ ਉਹ ਦਰਜ ਕਰੇਗੀ। 15 ਕਿਲੋਮੀਟਰ ਸਾਰੀ ਪੰਜਾਬ ਦੇ ਦੇਗੇ, ਕੰਮ ਤੁਸੀਂ ਕਰ ਜਾਓ। ਮੈਂ ਬਦਨਾਮੀ ਸਾਰੀ ਪੰਜਾਬ ਨੂੰ ਦੇ ਦਿਓ। 1969 ਤੋਂ ਬਾਅਦ 15 ਕਿਲੋਮੀਟਰ ਦੇ ਅੰਦਰ ਪੰਜਾਬ 'ਚ ਇਹ ਹੁੰਦਾ ਆ ਰਿਹਾ ਸੀ, ਤੇ ਪੰਜਾਬ 'ਚ ਵੀ ਹੋਣਾ, 50 ਕਿਲੋਮੀਟਰ 'ਚ ਹੋਣਾ। ਕੋਈ ਨਾ ਸਕਦਾ ਡਿਬੇਟ ਚੱਲਦੀ ਰਹੀ ਹੈ। ਰਾਜਾ ਜੀ ਪੰਜਾਬ ਨੂੰ ਇਸ ਵਕਤ ਜਿਹੜਾ ਖਤਰਾ ਹੈ ਨਾ, ਉਹ
ਬਾਰਡਰਾਂ ਤੋਂ ਘੱਟ ਹੈ, ਬੀਜੇਪੀ ਤੋਂ ਜ਼ਿਆਦਾ ਹੋ ਗਿਆ। ਇਹ ਗੱਲ ਮੇਰੀ ਹੁਣ ਨੋਟ ਕਰ ਲੈਣ ਸਾਰੇ, ਕਿਉਂਕਿ ਬੀਜੇਪੀ ਨੇ ਹੁਣੇ ਪ੍ਰੋਗਰਾਮ ਬਣਾ ਲਿਆ। ਉਹ ਦਿਖਾ ਦਿਓ, ਜੋਸ਼ੀ ਤੁਸੀਂ ਪੁੱਛਿਆ ਸੀਗਾ ਇੱਕ ਜ਼ਿੰਮੇਵਾਰ ਅਖਬਾਰ ਦੀ ਖਬਰ ਹੈਗੀ ਆ, ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਮੈਂ ਪੜ੍ਹ ਕੇ ਕਮੈਂਟ ਕਰਾਂਗਾ, ਇਹਦਾ ਲਿੰਕ ਤੁਹਾਨੂੰ ਫਾਰਵਰਡ ਕਰ ਦਿੰਦੇ ਆ। ਇਹ ਸਟੇਟਮੈਂਟ ਹੈਗੀ ਸੀਗੀ। ਦੇਖੋ ਅਸੀਂ ਕੋਈ ਹਵਾ ਦੇ ਵਿੱਚ ਗੱਲ ਨਹੀਂ ਕਰ ਰਹੇ, ਤੁਸੀਂ ਜਵਾਬ ਇਸ ਗੱਲ ਦਾ ਦੇ ਸਕਦੇ, ਕੋਈ ਚੱਕਰ ਨਹੀਂ। ਜੇ ਤੁਹਾਨੂੰ ਜਵਾਬ ਦੇ ਵਿੱਚ ਕੋਈ ਡਾਊਟ ਹੈਗਾ ਕੋਈ ਜਵਾਬ ਤਾਂ ਨਿਸ਼ਚਿਤ ਗੱਲ ਹੈ। ਉਹਨਾਂ ਚਿਰ ਗਰਗ ਸਾਹਿਬ ਜਵਾਬ ਥੋੜੀ ਭੱਜੇ। ਗਰਗ ਸਾਹਿਬ ਜੇ ਅਸੀਂ ਤੁਹਾਡੀ ਗੱਲ ਕਰੀਏ, ਤੁਹਾਡੀ ਕਾਂਗਰਸ ਵਾਲੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਆਮ ਆਦਮੀ ਪਾਰਟੀ ਇਸ ਵੇਲੇ ਸਰਬਦਲੀ ਬੈਠਕ ਦੇ ਵਿੱਚ ਵੀ ਸ਼ਾਮਲ ਹੋਈ। ਭਗਵੰਤ ਮਾਨ ਦੀਆਂ ਟਿੱਪਣੀਆਂ ਤੁਹਾਡੇ ਕੋਲ ਪਹੁੰਚ ਗਈਆਂ। ਭਗਵੰਤ ਮਾਨ ਨੇ ਵੀ ਸਾਫ਼ ਤੌਰ ਤੇ ਗੱਲ ਆਖੀ ਹੈ ਕਿ ਇਹ ਫੈਸਲਾ ਨਹੀਂ ਲੈਣਾ ਚਾਹੀਦਾ। ਆਮ ਆਦਮੀ ਪਾਰਟੀ ਤੇ ਇਹ ਸਵਾਲ ਖੜੇ ਹੋ ਰਹੇ ਨੇ ਕਿ ਜਦੋਂ ਦਿੱਲੀ ਨੂੰ ਕੇਂਦਰ ਸ਼ਾਸਿਤ ਸੂਬਾ ਬਣਾਇਆ ਜਾ ਰਿਹਾ ਸੀ ਤੇ ਉਦੋਂ ਉਹਨਾਂ ਨੇ ਸਰਬਦਲੀ ਬੈਠਕ ਨਹੀਂ ਸੱਦੀ। ਸਵਾਲ ਉਹਨਾਂ ਦੀ ਪਾਰਟੀ ਤੋਂ ਕਿਉਂ ਨਾ ਹੋਣ ਕਿ ਜਦੋਂ ਸੂਬਿਆਂ ਦੇ ਅਧਿਕਾਰ ਖੋਏ ਜਾਂਦੇ ਨੇ ਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਚੁੱਪ ਕਾਹਤੋਂ ਬਹਿ ਜਾਂਦੇ ਨੇ ਉਸ ਵੇਲੇ? देखो मैं उस तो पहला ਤੁਹਾਨੂੰ ਇੱਕ ਚੀਜ਼ ਦਾ ਹੋਰ ਜਵਾਬ ਦੇਣਾ ਚਾਹਾਂਗਾ। ਤੁਸੀਂ ਕਾਂਗਰਸ ਤੇ ਬੀਜੇਪੀ ਦਾ ਤੁਸੀਂ ਦੇਖ ਹੀ ਰਹੇ ਜਿਸ ਤਰੀਕੇ ਨਾਲ ਗੱਲਬਾਤ ਹੋ ਰਹੀ ਸੀ। ਐਕਚੁਅਲੀ ਦੇ ਵਿੱਚ ਕੀ ਹੈ, ਚਾਹੇ ਬੀਜੇਪੀ ਹੋਵੇ ਜਾਂ ਹੋਵੇ ਕਾਂਗਰਸ, ਇਹਨਾਂ ਦੀ ਮਾਨਸਿਕਤਾ ਇੱਕੋ ਤਰ੍ਹਾਂ ਦੀ ਹੈਗੀ ਹੈ ਦੇਸ਼ ਦੇ ਮੁੱਦਿਆਂ ਨੂੰ ਲੈ ਕੇ। ਭਾਵੇਂ ਉਹ ਕਿਸਾਨ ਬਿੱਲਾਂ ਦੀ ਗੱਲ ਹੋਵੇ ਜਿਨ੍ਹਾਂ ਤੇ ਅੱਜ ਕਾਂਗਰਸ ਰੌਲਾ ਪਾ ਰਹੀ ਹੈ ਕਿਉਂਕਿ ਨੀਤੀ ਘਾੜੇ ਇਹੀ ਇਹਨਾਂ ਦੇ ਚੋਣ ਮੈਨੀਫੈਸਟੋ ਦਾ ਹਿੱਸਾ ਹੈਗਾ। ਭਾਵੇਂ ਐਫਡੀਆਈ ਦੀ ਗੱਲ ਹੋਵੇ, ਭਾਵੇਂ ਜੀਐਸਟੀ ਦੀ ਗੱਲ ਹੋਵੇ, ਤੇ ਭਾਵੇਂ ਜਿਹੜਾ ਹੈਗਾ ਕਿ ਸੂਬਿਆਂ ਨੂੰ ਕਮਜ਼ੋਰ ਕਰਨ ਦੀ ਗੱਲ ਹੋਵੇ। ਇੰਦਰਾ ਗਾਂਧੀ ਦੀ ਸਰਕਾਰਾਂ ਵੇਲੇ ਵੀ ਇਸੇ ਤਰ੍ਹਾਂ ਸੂਬਾ ਸਰਕਾਰਾਂ ਤੋੜ ਦਿੱਤੀਆਂ ਜਾਂਦੀਆਂ ਸੀ ਜਾਂ ਕਬਜ਼ਾ ਕਰ ਲਿਆ ਜਾਂਦਾ ਸੀ ਤੇ ਜਾਂ ਉਹਨਾਂ ਦੀਆਂ ਤਾਕਤਾਂ ਨੂੰ ਘਟਾਇਆ ਜਾਂਦਾ ਸੀ। ਬੀਜੇਪੀ ਵੀ ਅੱਜ ਉਸੇ ਰਾਹ ਤੇ ਤੁਰੀ ਹੋਈ ਹੈ। ਔਰ ਤੁਸੀਂ ਜਦੋਂ ਗੱਲ ਕਰੀ ਰਹੀ ਸ਼ੱਕ ਕਿਉਂ ਨਾ ਕਰੀਏ ਕਾਂਗਰਸ ਦੇ ਉੱਤੇ, ਜਿੱਦਾਂ ਰਾਜਾ ਜੀ ਨੇ ਗੱਲ ਕੀਤੀ, ਤੁਸੀਂ ਦੇਖੋ ਇਹ 11 ਤਰੀਕ ਦਾ ਫੈਸਲਾ ਹੈਗਾ। ਅਸੀਂ ਪਹਿਲੇ ਦਿਨ ਹੀ ਇਹ ਮੰਗ ਉਠਾਈ ਸੀ ਕਿ ਸਰਬਦਲੀय ਮੀਟਿੰਗ ਵੀ ਹੋਣੀ ਚਾਹੀਦੀ ਹੈ ਔਰ ਵਿਧਾਨ ਸਭਾ ਦਾ ਸੈਸ਼ਨ ਵੀ ਹੋਣਾ ਚਾਹੀਦਾ, ਕਿਉਂਕਿ ਬੀਇੰਗ ਜਰਨਲਿਸਟ ਤੁਹਾਡੇ ਕੋਲ ਵੀ ਤੁਹਾਡੀਆਂ ਮੰਗਾਂ ਮੰਨ ਲਈਆਂ ਉਹਨਾਂ ਨੇ, ਠੀਕ ਹੈ ਨਾ। ਜੀ ਤੁਸੀਂ ਦੇਖੋ ਜੀ, ਮੈਂ ਕਹਿੰਦਾ ਇਹ ਜਿਹਾ ਮੁੱਖ ਮੰਤਰੀ ਕਿੱਥੇ ਹੋਣਾ ਜਿਹੜਾ ਨਾਲ ਦੀ ਨਾਲ ਕੰਮ ਕਰ ਦੇਵੇ। ਉਹ ਇਹੋ ਜਿਹਾ ਮੁੱਖ ਮੰਤਰੀ ਇਹੋ ਜਿਹੀ ਹੈ ਨਾ, ਤੁਹਾਡਾ ਇਹੋ ਜਿਹਾ ਮੁੱਖ ਮੰਤਰੀ ਵੀ ਹੈਗਾ ਸੀ। ਇਹਨਾਂ ਨੂੰ ਤਾਂ ਦਲਿਤ ਮੁੱਖ ਮੰਤਰੀ ਪਚ ਨਹੀਂ ਰਿਹਾ। ਇਸ ਤੇ ਸਵਾਗਤ ਕੀਤਾ ਸੀ ਵੀ ਪੰਜਾਬ ਦਾ ਕੋਈ ਸੈਸੀ ਆ ਗਈ ਹੁਣ ਜਾਂਦਾ ਵਿੱਚ ਬੰਦਾ ਆ ਗਿਆ। ਆਮ ਆਦਮੀ ਪਾਰਟੀ ਨੂੰ ਪਚ ਨਹੀਂ ਰਿਹਾ। ਕਿੱਥੇ ਲੈ ਕੇ ਗੱਲ ਤੁਸੀਂ ਪਚ ਨਹੀਂ ਰਿਹਾ ਆਮ ਆਦਮੀ, ਤੁਹਾਨੂੰ ਨਹੀਂ ਪਤਾ। ਰਾਜ ਤੁਹਾਡੇ ਵੱਲ ਆਉਂਦਾ, ਜੋਸ਼ੀ ਤੁਹਾਡੇ ਵੱਲ ਆਉਂਦਾ। ਗਰਗ ਸਾਹਿਬ ਬੋਲੋ, ਗਰਗ ਸਾਹਿਬ ਬੋਲੋ। ਮੈਂ ਜਵਾਬ ਦੇਣਾ ਜੀ, ਦੇਣਾ ਡੈਕੋਰਮ ਨਹੀਂ ਹੈਗਾ ਇਸ ਡਿਬੇਟ ਦਾ। ਡਿਬੇਟ ਇਦਾਂ ਥੋੜੀ ਹੁੰਦੀ ਹੈ। ਨਹੀਂ, ਬੋਲੋ ਬਾਕੀ ਦੇ ਵਿੱਚ ਬੋਲ ਜੋ ਤਾਂ ਡਿਬੇਟ ਹੈ, ਡੈਕੋਰਮ ਹੈ। ਦੂਜਾ ਬੋਲ ਜੋਸ਼ੀ ਜੀ ਆਪ ਕਿਉਂ ਵਿੱਚ ਬੋਲਦੇ ਨੇ? ਜੋਸ਼ੀ ਜੀ ਇੱਕ ਮਿੰਟ, ਚਲੋ ਜੋਸ਼ੀ ਜੀ ਇੱਕ ਮਿੰਟ, ਆ ਜਾਓ ਕੋਈ ਗੱਲ ਨਹੀਂ। ਤੁਸੀਂ ਇਹ ਲਿਖਿਆ ਸੀ ਕਿ ਮੋਦੀ ਰਾਈਟਸ ਟੂ ਪੀਐਮ ਓਪੋਜ਼ਸ ਗਵਰਨਮੈਂਟ ਮੂਵ ਟੂ ਗਿਵ ਵਾਈਡ ਪਾਵਰਸ ਟੂ ਬੀਐਸਐਫ। ਮੋਦੀ ਜੀ ਤਦ ਮੁੱਖ ਮੰਤਰੀ ਸੀਗੇ ਗੁਜਰਾਤ ਦੇ ਜੀ। ਉਸ 'ਚ ਉਹਨਾਂ ਸਾਫ਼ ਲਿਖਿਆ ਹੈ ਕਿ ਜਿਹੜੀ ਬੀਐਸਐਫ ਹੈ ਦੇਸ਼ ਦੇ ਕਿਸੇ ਕੋਨੇ 'ਚ ਵੀ, ਪੂਰੇ ਇੰਡੀਆ 'ਚ ਕਿਸੇ ਨੂੰ ਵੀ ਅਰੈਸਟ ਕਰ ਸਕਦੀ ਹੈ। ਮੋਦੀ ਜੀ ਨੇ ਇਹਨੂੰ ਅਪੋਜ਼ ਕੀਤਾ ਸੀ। ਅੱਜ ਜਿਹੜੀ ਬੀਐਸਐਫ ਦਾ ਦਾਇਰਾ ਵਧਿਆ, ਇਹ ਕਿਸੇ ਨੂੰ ਅਰੈਸਟ ਨਹੀਂ ਕਰ ਸਕਦੀ, ਠੀਕ ਹੈ। ਇਹ ਰੇਡ ਕਰ ਸਕਦੀ ਹੈ, ਰੁਕ ਸਕਦੀ ਹੈ। ਲੋਕਲ ਪੰਜਾਬ ਪੁਲਿਸ ਉਸ ਸਟੇਟ ਦੀ ਪੁਲਿਸ ਆ ਕੇ ਅਰੈਸਟ ਕਰੇਗੀ, ਹੋਰ ਕੋਈ ਨਹੀਂ ਕਰੇਗੀ। ਇਹਨਾਂ ਨੇ ਅਰੈਸਟ ਵਾਲੀ ਗੱਲ ਨੂੰ ਅਪੋਜ਼ ਕੀਤਾ ਸੀਗਾ। ਇਹ ਫੜ ਲਓ ਜੀ। ਨਹੀਂ, ਜਿਹੜੇ ਇਹਦੇ ਵਿੱਚ ਸਿੱਧੇ ਤੌਰ ਤੇ ਲਿਖੀ ਗਈ ਹੈ ਗੱਲ, ਅਰੈਸਟ ਦੀ ਗੱਲ ਇਸ ਵਾਰ ਵੀ ਹੋ ਰਹੀ ਹੈ ਨਾ। ਦੇਖੋ ਇਹਦੇ ਵਿੱਚ ਤੁਸੀਂ ਇਹਨੂੰ ਗੱਲ ਨੂੰ ਉਲਝਾਉਣ ਦੀ ਕੋਸ਼ਿਸ਼ ਨਾ ਕਰੋ। ਸਾਫ਼ ਤੌਰ ਤੇ ਲਿਖਿਆ ਗਿਆ ਤਿੰਨ ਚੀਜ਼ਾਂ। ਗਰਗ ਸਾਹਿਬ ਤਿੰਨ ਚੀਜ਼ਾਂ, ਗਰਗ ਸਾਹਿਬ ਤੁਸੀਂ ਪੜ ਲਓ। ਗਰਗ ਸਾਹਿਬ ਐਤਕੀ ਵੀ ਤਿੰਨ ਚੀਜ਼ਾਂ ਨੇ। ਗਰਗ ਸਾਹਿਬ ਨੂੰ ਫੜ ਲਈਏ। ਗਰਗ ਸਾਹਿਬ ਇੰਟੈਲੀਜੈਂਟ ਆਦਮੀ ਨੇ, ਇੰਟੈਲੀਜੈਂਟ ਪਾਰਟੀ ਦੇ ਬੰਦੇ ਨੇ। ਜੋਸ਼ੀ ਜੀ ਐਤਕੀ ਵੀ ਤਿੰਨ ਚੀਜ਼ਾਂ ਨੇ, ਸੀਜ਼ ਕਰਨਾ, ਸਿਕਿਉਰਿਟੀ ਤੇ ਅਰੈਸਟ। ਤੁਸੀਂ ਅਰੈਸਟ ਵਾਲੀ ਗੱਲ ਨੂੰ ਘੁਮਾ ਰਹੇ ਹੋ। ਅਰੈਸਟ ਨੂੰ ਡਿਟੇਨ ਹੈ, ਦੇਖੋ ਡਿਟੇਨ ਕਰਨਾ, ਅਰੈਸਟ ਕਰਨਾ। ਦੇਖੋ ਤੁਹਾਡੇ ਘਰ ਦੇ ਵਿੱਚ ਪੁਲਿਸ ਆਈ। ਗਰਗ ਸਾਹਿਬ ਦਾ ਜਵਾਬ ਦੇ ਦਵਾਂ। ਤੁਹਾਡੇ ਘਰ ਦੇ ਵਿੱਚ ਪੁਲਿਸ ਆਈ ਜਾਂ ਬੀਐਸਐਫ ਦੀ ਫੋਰਸ ਆਈ, ਉਹਨਾਂ ਨੇ ਦੇਖ ਲਿਆ ਵੀ ਤੁਹਾਡੇ ਕੋਲ ਸਮਾਨ ਗਲਤ ਹੈ ਜਾਂ ਸ਼ੱਕੀ ਹੈ, ਤਾਂ ਤੁਹਾਨੂੰ ਉਹ ਨਾਲ ਲੈ ਕੇ ਜਾਵੇਗੀ। ਨਹੀਂ, ਉਹ ਨਜ਼ਦੀਕੀ ਪੁਲਿਸ ਥਾਣੇ ਲੈ ਕੇ ਜਾਵੇ ਜਾਂ ਆਪਣੇ ਕੋਲ ਲੈ ਕੇ ਜਾਵੇ, ਉਹ ਆਪਣੇ ਨਾਲ ਲੈ ਕੇ ਜਾਵੇਗੀ ਤੁਹਾਨੂੰ। ਜਦੋਂ ਕਿਸੇ ਸਮਾਜ ਦੇ ਵਿੱਚ ਇੱਕ ਵਿਅਕਤੀ ਨੂੰ ਇਸ ਤਰੀਕੇ ਨਾਲ ਲਿਜਾਇਆ ਜਾਂਦਾ ਤਾਂ ਪੂਰੇ ਸਮਾਜ ਦੇ ਵਿੱਚ ਉਹਦੀ ਕੀ ਛਵੀ ਬਣਦੀ ਤੁਹਾਨੂੰ ਵੀ ਪਤਾ ਹੈ। ਗੋਗਲ ਸਾਹਿਬ ਮੈਂ ਦੱਸਣਾ, ਦੇਖੋ ਡੈਕੋਰਮ ਤਾਂ ਮੇਨਟੇਨ ਗਰਗ ਸਾਹਿਬ ਨੇ ਕਰ ਲਿਆ ਵਿੱਚ ਦੁਆਰਾ ਬੋਲ ਕੇ। ਮੈਂ ਇਹ ਕਹਿਣਾ ਚਾਹ ਰਿਹਾ ਕਿ ਰੇਡ ਕਰੇਗੀ, ਪਿੱਛਾ ਕਰੇਗੀ, ਘਰ ਦੇ ਅੰਦਰ ਜਾਏਗੀ, ਉਸ ਤੋਂ ਬਾਅਦ ਉੱਥੇ ਰੁਕ ਜਾਏਗੀ। ਉੱਥੇ ਪੰਜਾਬ ਪੁਲਿਸ ਆਏਗੀ, ਮੌਕੇ ਤੇ ਬਰਾਮਦਗੀ ਜਿਹੜੀ ਪੰਜਾਬ ਪੁਲਿਸ ਕਰੇਗੀ ਔਰ ਪਰਚਾ ਪੰਜਾਬ ਪੁਲਿਸ ਦਰਜ ਕਰੇਗੀ। ਅਰੈਸਟ ਜਿਹਨੂੰ ਕਹਿੰਦੇ ਗ੍ਰਿਫਤਾਰੀ, ਉਹ ਪੰਜਾਬ ਪੁਲਿਸ ਕਰ ਸਕਦੀ ਹੈ, ਬੀਐਸਐਫ ਨਹੀਂ ਕਰ ਸਕਦੀ। ਡਿਟੇਨ ਤਾਂ ਰੋਕਣਾ ਹੁੰਦਾ, ਡਿਟੇਨ ਰੋਕਣਾ ਹੁੰਦਾ। ਡਿਟੇਨ ਮਤਲਬ ਤਦ ਤੱਕ ਰੋਕਣਾ ਚਾਹੀਦਾ ਹਿਰਾਸਤ ਦੇ ਵਿੱਚ ਲੈਣਾ, ਹਿਰਾਸਤ ਦੇ ਵਿੱਚ ਅਰੈਸਟ ਉਹ ਕਰ ਸਕਦਾ ਜਿਹੜਾ ਪਰਚਾ ਦਰਜ ਕਰਦਾ। ਪਰਚਾ ਪੰਜਾਬ ਪੁਲਿਸ ਕਰੇ, ਆਪਣੀ ਪਾਵਰ ਦੇ ਅਧੀਨ ਰੱਖਣਾ। ਹਿਰਾਸਤ ਦੇ ਵਿੱਚ ਲੈਣਾ, ਪੰਜਾਬ ਪੁਲਿਸ ਕਹੇ, ਹਿਰਾਸਤ ਦੇ ਵਿੱਚ ਲੈਣਾ, ਪੰਜਾਬ ਪੁਲਿਸ ਕਹਦੀ ਕਿ ਪਰਚਾ ਨਹੀਂ। ਜੋਸ਼ੀ ਤੁਸੀਂ ਪਹਿਲਾਂ ਤਾਂ ਇਸ ਗੱਲ ਤੋਂ ਹੀ ਮੁੱਕਰ ਗਏ ਕਿ ਨਰਿੰਦਰ ਮੋਦੀ ਨੇ ਗੱਲ ਕਹੀ ਨਹੀਂ। ਕਿੰਨੇ? ਤੁਸੀਂ ਪਹਿਲਾਂ ਇਹ ਗੱਲ ਤੋਂ ਹੀ ਮੁੱਕਰ ਗਏ, ਨਰਿੰਦਰ ਮੋਦੀ ਨੇ ਇਹੀ ਗੱਲ ਕਹੀ ਨਹੀਂ। ਮੈਂ ਨਾ ਦਰਸ਼ਕਾਂ ਨੂੰ ਕਹਿਦਾ ਕਿ ਇਹ ਇਹਨਾਂ ਚਲਾ ਦੇਣ, ਇਹਦੇ ਉੱਪਰ ਸਾਫ਼ ਨਾਲ ਚਲਾ ਦੇਵਾਂਗੇ। ਬਾਰਡਰ ਸਿਕਿਉਰਿਟੀ ਫੋਰਸ ਪੂਰੇ ਦੇਸ਼, ਇਹ ਨਾਲ ਭੋਗਲ ਸਾਹਿਬ ਬੋਲਣ ਦਿਓ, ਭੋਗਲ ਸਾਹਿਬ ਬੋਲਣ ਦਿਓ, ਭੋਗਲ ਸਾਹਿਬ ਬੋਲਣ ਦਿਓ। ਮੋਦੀ ਜੀ ਨੂੰ ਗਲਤ ਕੋਟ ਨਾ ਕਰੋ। ਮੋਦੀ ਜੀ ਨੇ ਕਿਹਾ ਸੀਗਾ
ਕਿ ਪੰਜਾਬ ਦੇਸ਼ ਦੀ ਕਾਂਗਰਸ ਸਰਕਾਰ BSF ਨੂੰ ਪਾਵਰ ਦੇ ਰਹੀ ਹੈ ਕਿ ਦੇਸ਼ ਦੇ ਕਿਸੇ ਕੋਨੇ 'ਚ ਜਾ ਕੇ ਕਿਸੇ ਨੂੰ ਵੀ ਗ੍ਰਿਫਤਾਰ ਕਰ ਸਕਦੀ ਹੈ, ਜਿਹੜੀ ਕਿ ਮੋਦੀ ਜੀ ਦੀ ਸਰਕਾਰ ਨੇ ਕਿਤੇ ਵੀ ਗ੍ਰਿਫਤਾਰੀ ਦੀ ਪਾਵਰ ਨਹੀਂ ਦਿੱਤੀ ਹੈ। 50 ਕਿਲੋਮੀਟਰ ਦੇ ਅੰਦਰ ਸਿਰਫ ਉਹ ਰੇਡ ਕਰ ਸਕਦੇ ਨੇ, ਪਿੱਛਾ ਕਰ ਸਕਦੇ ਨੇ, ਡਿਟੇਨ ਕਰ ਸਕਦੇ ਨੇ। ਗੱਲ ਤਾਂ ਖਤਮ ਹੋ ਲੈਣ ਦਿਓ, ਉਹ ਗੱਲ ਤਾਂ ਖਤਮ ਹੋ ਲੈਣ ਦਿਓ, ਗੱਲ ਤਾਂ ਖਤਮ ਹੋ ਲੈਣ ਦਿਓ, ਗੱਲ ਤਾਂ ਖਤਮ ਹੋ ਲੈਣ ਦਿਓ। ਉਹ ਸਿਰਫ ਪੰਜਾਬ ਪੁਲਿਸ ਆਏਗੀ, ਪਰਚਾ ਉਹ ਦਰਜ ਕਰੇਗੀ, ਗ੍ਰਿਫਤਾਰ ਉਹ ਕਰੇਗੀ, ਕੋਰਟ ਚਲਾਨ ਉਹ ਪੇਸ਼ ਕਰੇਗੀ। ਔਰ ਜੇ ਪੰਜਾਬ ਪੁਲਿਸ ਨੂੰ ਲੱਗਦਾ ਹੈ ਕਿ ਗਲਤ ਡਿਟੇਨ ਕੀਤਾ ਹੈ, ਉਹ ਛੱਡ ਦੇਗੀ ਉਹਨਾਂ ਨੂੰ। ਜੋ ਪੰਜਾਬ ਜੋਸ਼ੀ ਭਾਈ ਸਾਨੂੰ ਇਹ ਦੱਸੋ ਵੀ ਉਥੋਂ ਭੇਜਦੇ ਕਿਉਂ ਆ ਪਹਿਲਾਂ ਬੰਦੇ, ਬਾਰਡਰ ਤੋਂ ਆਉਂਦੇ ਬੰਦੇ ਕਿਉਂ ਆ, ਉਹ ਦੱਸਣ BSF ਉਹਦੀ ਜਵਾਬਦੇਹੀ ਹੋਵੇ। ਮਨਜੀਤ ਜੀ ਕਿੰਨੇ ਬੰਦੇ ਤੁਸੀਂ BSF ਦੇ ਫੌਰਨ ਕੀਤੇ ਆ, ਤੁਸੀਂ BSF ਦੇ ਮੈਨੂੰ ਦੱਸੋ, ਤੁਹਾਨੂੰ BSF ਤੇ ਬੜੀ ਇਨਕਲਾਬੀ ਲੱਗਦੀ ਆ ਔਰ ਪੰਜਾਬ ਪੁਲਿਸ ਕਰਪਟ ਲੱਗਦੀ ਆ। ਸਾਨੂੰ ਇਹ ਦੱਸੋ ਵੀ ਅੱਜ ਤੱਕ ਕਿੰਨੇ BSF ਦੇ ਬੰਦੇ ਖੜੇ ਆ। ਜੋਸ਼ੀ ਜੀ ਇੱਕ ਮਿੰਟ, ਤੁਸੀਂ ਕਾਂਗਰਸ ਔਰ ਪੰਜਾਬ ਪੁਲਿਸ ਦੇ ਹੱਥ ਠੋਕੇ ਸਰਦਾਰ ਮਨਜੀਤ ਸਿੰਘ ਜੀ, ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਜਿਹੜਾ ਪੰਜਾਬ ਦੇ ਅੰਦਰ ਨਸ਼ਾ ਵਿਕਦਾ ਹੈ, ਪੰਜਾਬ ਦੇ ਅੰਦਰ ਜਿਹੜੇ ਗੈਂਗਸਟਰ ਜਿਹੜੇ ਕਿ ਉਹ ਕਾਰਵਾਈ ਕਰਦੇ ਨੇ, ਉਹਦੇ ਉੱਪਰ ਵੀ ਕਮੈਂਟ ਕਰ ਦਿਓ। ਸੁਣ ਲਓ ਹੁਣ, ਇੱਕ ਮਿੰਟ ਰਾਜਾ ਜੀ, ਜੋਸ਼ੀ ਜੀ ਇੱਕ ਮਿੰਟ, ਤੁਸੀਂ ਸਵਾਲ ਕਰ ਲਿਆ, ਜੋਸ਼ੀ ਜੀ ਸਵਾਲ ਕਰ ਲਿਆ, ਜਵਾਬ ਲੈ। ਜੋਸ਼ੀ ਜੀ ਮੈਂ ਤਾਂ ਚੁੱਪ ਕਰ ਜਾਣੀ, ਮੈਂ ਚੁੱਪੀ ਹਾਂ ਜੀ। ਜੋਸ਼ੀ ਜੀ ਜਵਾਬ ਲੈ। ਬੜੀ ਸਾਫ਼ ਗੱਲ ਆ, ਪੰਜਾਬ ਦੇ ਅੰਦਰ ਜਿਹੜਾ ਘਰ ਘਰ ਨਸ਼ਾ ਫੈਲਿਆ ਉਹ ਬਿਨਾਂ ਪੁਲਿਸ ਦੇ ਅੰਦਰ, ਮੈਂ ਸਾਰੀ ਫੋਰਸ ਨਹੀਂ ਕਹਿੰਦਾ, ਬਿਨਾਂ ਪੁਲਿਸ ਦੇ ਕਾਲੀਆਂ ਭੇਡਾਂ ਦੀ ਸ਼ਮੂਲੀਅਤ ਤੋਂ ਉਹ ਨਹੀਂ ਜਾ ਸਕਦਾ। ਅੱਜ ਵੀ ਕਹਿਣਾ, ਜਿਹੜਾ ਬਾਰਡਰ ਤੋਂ ਅੰਦਰ ਭਾਵੇਂ ਉਹ ਹਥਿਆਰ ਆ, ਭਾਵੇਂ ਨਸ਼ਾ ਤੇ ਭਾਵੇਂ ਬੰਦੇ ਆ ਤੇ ਭਾਵੇਂ ਕੁਛ ਵੀ ਜਿਹੜਾ ਆ ਰਿਹਾ, ਡਰੋਨ ਆ ਰਿਹਾ, ਬਿਨਾਂ BSF ਦੀ ਸਹਿਮਤੀ ਤੋਂ ਮੈਂ ਪਿਛਲੇ 4 ਦਹਾਕਿਆਂ ਤੋਂ ਜਾਣਦਾ। ਉਹ ਜਿਹੜੀਆਂ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਫਾਲੋ ਕਰਦੇ, ਕਿਉਂ ਨਹੀਂ ਉਹਨਾਂ ਨੂੰ ਪੁੱਛਦੇ ਕਿ ਕਿਉਂ ਇੰਜ ਹੁੰਦਾ? ਉਹਨਾਂ ਨੂੰ ਤੁਸੀਂ ਹੋਰ ਅਧਿਕਾਰ ਦੇ ਰਹੇ ਆ ਪੰਜਾਬ ਦੇ ਅੰਦਰ ਆਉਣ ਦਾ। ਤੁਸੀਂ ਆ ਕੇ 50-50 ਕਿਲੋਮੀਟਰ ਅੰਦਰ ਆ ਕੇ ਜਾ ਕੇ ਚੈੱਕ ਕਰਨ, ਨਾਕਾਬੰਦੀ ਕਰਨਾ, ਜੋ ਵੀ ਤੁਸੀਂ ਕਹਿੰਦੇ ਤੁਹਾਡੇ ਹੀ ਸ਼ਬਦ ਵਰਤ ਲੈਨੇ ਆ ਇਸ ਗੱਲ ਲਈ, ਔਰ ਉਹਨਾਂ ਨੂੰ CRPC ਦੇ ਤਹਿਤ ਉਹਨਾਂ ਦੇ ਧਾਰਾ ਲਾ ਕੇ ਉਹਨਾਂ ਨੂੰ ਅਰੈਸਟ ਕਰਵਾਉਣ। ਇਹ ਗੱਲ ਪੰਜਾਬ ਪੁਲਿਸ ਨੂੰ ਰਹਿਣ ਦਿਓ, ਨਹੀਂ ਤੇ ਇਹ ਗੱਲ ਇੱਥੇ ਜੇ ਤੁਸੀਂ ਇੰਨੇ ਹੀ ਦੁੱਧ ਧੋਤੇ ਆ, ਇੰਨੇ ਹੀ ਸਾਫ਼ ਸੁਥਰੇ ਆ, ਇੰਨੇ ਦੇਸ਼ ਭਗਤ ਆ, ਤੇ ਮੀਟਿੰਗ ਜੱਜ ਕਿਉਂ ਨਹੀਂ ਗਏ? ਜਿਹੜੀ ਸਰਵ ਪਾਰਟੀ ਮੀਟਿੰਗ ਚੀਫ ਮਿਨਿਸਟਰ ਨੇ ਬੁਲਾਈ ਹੈ, ਤੁਸੀਂ ਉੱਥੇ ਕਿਉਂ ਨਹੀਂ ਸ਼ਾਮਲ ਹੋਏ? ਇੱਕ ਮਿੰਟ, ਰਾਜਾ ਜੀ ਨੇ ਵੀ, ਅਸੀਂ ਦੇਖੋ ਮਸਲਾ ਇਹ ਹੈਗਾ ਕਿ ਅਸੀਂ ਕੋਸ਼ਿਸ਼ ਕਰ ਰਹੇ ਕਿ तमाम ਪਾਰਟੀਆਂ ਦੇ ਵਿਚਾਰ ਲੈ ਸਕੀਏ। ਜੇ ਕਾਂਗਰਸ ਨੇ ਉਸ ਵੇਲੇ ਸਿੱਧੇ ਤੌਰ ਤੇ ਇਸ ਗੱਲ ਦੀ ਪ੍ਰੋੜਤਾ ਕੀਤੀ ਸੀ 2012 ਦੇ ਵਿੱਚ, ਅਸੀਂ ਉਹਨਾਂ ਨੂੰ ਵੀ ਸਵਾਲ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਤੋਂ ਜਵਾਬ ਨਹੀਂ ਹੈਗਾ ਇਸ ਗੱਲ ਦਾ। ਪਰ ਜੇ ਇਸ ਵੇਲੇ BJP ਦੀ ਗੱਲ ਕਰੀਏ, ਅੱਜ ਸਰਬਦਲੀ ਬੈਠਕ ਸੀਗੀ, ਜੋਸ਼ੀ ਜੀ ਉਹਦੇ ਵਿੱਚ ਜਾ ਕੇ ਆਪਣਾ ਤੁਸੀਂ ਜੋ ਇੱਥੇ ਕਹਿ ਰਹੇ ਹੋ, ਤੁਹਾਡੀ ਪਾਰਟੀ ਦੇ ਨੁਮਾਇੰਦੇ ਉੱਥੇ ਵੀ ਜਾ ਕੇ ਗੱਲ ਰੱਖ ਸਕਦੇ ਸੀ, ਉਸ ਚੀਜ਼ ਦੀ ਸਿੱਧੇ ਤੌਰ ਤੇ ਬਾਈਕਾਟ ਕਰ ਦੇਣਾ। ਇਹ ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਸਿਆਸੀ ਤੌਰ ਤੇ ਆਪਣੀ ਉੱਥੇ ਗੱਲ ਰੱਖ ਸਕਦੇ ਸੀ ਜੇ ਤੁਸੀਂ ਇਹਨੇ ਸੱਚੇ ਸੀਗੇ, ਜਾਂ ਇਹਨੇ ਤੁਹਾਨੂੰ ਲੱਗਦਾ ਸੀਗਾ ਕਿ ਕੋਈ ਅਧਿਕਾਰ ਨਹੀਂ ਖੋਏ ਜਾ ਰਹੇ? ਇਸ ਤਰ੍ਹਾਂ ਕਿ ਜਿਹੜਾ ਪੰਜਾਬ ਸਰਕਾਰ ਨੇ ਆਲ ਪਾਰਟੀ ਮੀਟਿੰਗ ਬੁਲਾਈ ਹੈ, ਉਹਦਾ ਮੰਤਵ ਰਾਜਨੀਤੀ ਹੈ, ਪੋਲਿਟਿਕਸ ਹੈ। ਪੰਜਾਬ ਸਰਕਾਰ ਕੋਲ ਇਨ ਰਾਈਟਿੰਗ ਡਾਕੂਮੈਂਟ ਹੈਗਾ ਜਿਹੜਾ ਸਪਸ਼ਟ ਕਰਦਾ ਹੈ ਕਿ BSF ਕੋਲ ਜਿਹੜੀਆਂ ਪਾਵਰ ਜਿਹੜੀਆਂ ਪਹਿਲੇ ਸੀਗੀਆਂ 15 ਕਿਲੋਮੀਟਰ ਚ, ਉਹੀ 50 ਕਿਲੋਮੀਟਰ ਚ ਨੇ। ਦੇ ਨੋ ਇਟ ਵੈਰੀ ਵੈਲ, ਦੇ ਹੈਵ ਆਨਸਰ ਇਨ ਰਾਈਟਿੰਗ, ਲਿਖਤੀ ਉਹਨਾਂ ਕੋਲ ਜਵਾਬ ਹੈਗਾ। ਜੇ ਇਹਦੇ ਬਾਵਜੂਦ ਰਾਜਨੀਤੀ ਕਰਨੀ ਹੈ ਤੇ ਫਿਰ ਅਸੀਂ ਉਸ ਚ ਕੀ ਜਾਣਾ? ਤੁਸੀਂ ਇਹੋ ਹੀ ਜਾ ਕੇ ਅੰਦਰ ਗੱਲ ਕਹਿੰਦੇ, ਅਸੀਂ ਤਾਂ ਕਈ ਵਾਰ ਕਿ ਤੁਸੀਂ ਰਾਜਨੀਤੀ ਕਰ ਰਹੇ, ਇਹੋ ਹੀ ਕਹਿੰਦੇ ਅੰਦਰ ਜਾ ਕੇ। ਜੋ ਗੱਲਾਂ TV ਡਿਬੇਟ ਚ ਕਹਿ ਰਹੇ ਹਾਂ, ਜੋ ਅਸੀਂ ਪ੍ਰੈਸ ਕਾਨਫਰੰਸ ਚ ਕਹਿ ਰਹੇ ਹਾਂ, ਉਹੀ ਗੱਲ ਅਸੀਂ ਅੰਦਰ ਕਹਿਣੀ ਹੈ, ਸਭ ਕੁਝ ਪਤਾ ਹੈ। ਔਰ ਅੰਦਰ ਵਾਲੇ ਨੇ ਵੀ ਉਹੀ ਗੱਲ ਕਹਿਣੀ ਜੋ TV ਡਿਬੇਟ ਚ ਬੋਲਦੇ ਨੇ। ਅੰਦਰ ਇਹਨਾਂ ਸ਼ੋਰ ਪਾਣਾ ਹੈ, ਬੋਲਣ ਨਹੀਂ ਦੇਣਾ, ਅਸੀਂ ਬਾਹਰ ਬੈ ਕੇ ਆਪਣੀ ਗੱਲ ਰੱਖ ਰਹੇ ਹਾਂ, ਅੰਦਰ ਤਾਂ ਬੋਲਣ ਨਹੀਂ ਦੇਣਾ। ਗਰਗ ਸਾਹਿਬ ਤੁਹਾਡਾ ਬੋਲਣ ਇਸ ਕਰਕੇ ਤੁਹਾਡੇ ਕੋਲ ਬੰਦੇ ਨਹੀਂ ਹੋਣੇ ਅੱਗੇ ਅੰਦਰ ਬੋਲਣ ਜੋਗੇ। ਚਲੋ ਹੌਲੀ ਹੌਲੀ ਸਭ ਕੁਝ ਨਿਪਟ ਜਾਣਾ। ਤੁਹਾਡੇ ਤੇ ਪਾਰਲੀਮੈਂਟ ਦਾ ਡਬਲ ਡਿਜਿਟ ਚ ਆ ਗਏ ਹੋ ਗਰਗ ਸਾਹਿਬ, ਤੁਸੀਂ ਪੁਆਇੰਟ ਰੱਖ ਰਹੇ ਸੀ ਆਪਣਾ, ਸੋਨੀਆ ਜੀ ਨੇਤਰਤਵ ਡਬਲ ਡਿਜਿਟ ਚ ਆ ਗਏ ਹੋ। ਗਰਗ ਸਾਹਿਬ ਤੁਸੀਂ ਪੁਆਇੰਟ ਰੱਖ ਰਹੇ ਸੀ। ਪਹਿਲਾਂ ਪੁੱਛ ਲਓ, ਸੈਂਸਰ ਲੱਗਿਆ ਹੋਇਆ BJP ਵੱਲੋਂ, ਬੋਲਣ ਦੇਣਾ ਵੀ ਹੈ ਕਿ ਨਹੀਂ ਦੇਣਾ? ਬੋਲਣ ਦੇਣਾ, ਮੈਂ ਗੱਲ ਕਰਾਂ ਨਹੀਂ। ਤੁਸੀਂ ਤਾਂ ਮੇਰੇ ਵਿੱਚ ਤੁਸੀਂ ਜੋ ਬੋਲਣ ਦਿਓ, ਮੈਂ ਤਾਂ ਬੋਲਦਾ ਨਹੀਂ। ਜੀ ਬੋਲੋ ਬੋਲੋ। ਮੈਂ ਤਾਂ ਹੱਥ ਜੋੜ ਕੇ ਬੈਠਾ। BJP ਨੇ ਤਾਂ ਹੱਕ ਦੀ ਜ਼ੁਬਾਨ ਬੰਦ ਕੀਤੀ ਹੋਈ ਹੈ। ਨਾ ਗਰਗ ਸਾਹਿਬ, ਆਮ ਆਦਮੀ ਪਾਰਟੀ ਨੇ ਬੰਦ ਕੀਤੀ ਹੋਈ ਹੈ। ਕੋਈ ਆਪਣੀ ਗੱਲ ਨਹੀਂ ਕਰ ਸਕਦਾ। ਇਹਨਾਂ ਨੇ ਪਤਾ ਨਹੀਂ ਖਾਣਾ ਪੀਣਾ ਵੀ ਇਹਨਾਂ ਨੂੰ ਪੁੱਛਣਾ ਪੈਂਦਾ ਵੀ ਕੀ ਹਿੰਦੁਸਤਾਨੀ ਖਾਣਗੇ, ਕੀ ਪਹਿਨਣਗੇ, ਕੀ ਗੱਲ ਕਰਨਗੇ। ਗਰਗ ਸਾਹਿਬ ਸਵੇਰੇ ਕਿੰਨੇ ਦਾ ਤੇਲ ਪਾਉਣਗੇ, ਅਗਲੇ ਦਿਨ ਕਿੰਨੇ ਦਾ ਤੇਲ ਪਾਉਣਗੇ। ਇਹਨਾਂ ਨੂੰ ਟੋਕਣਾ, ਇਹਨਾਂ ਨੂੰ ਵੀ ਕਾਂਗਰਸ ਬੋਲਦੀ, ਉਹਨਾਂ ਨੇ ਟੋਕਣਾ ਮੇਰਾ। ਦੇਖੋ ਪੰਜਾਬ ਦੇ 2 ਤਿਹਾਈ ਏਰੀਏ ਚ ਜ਼ਮਾਨਤਾਂ ਜ਼ਬਤ ਕਰਵਾਉਣ ਵਾਲੀ, ਕੈਂਡੀਡੇਟ ਨਾ ਮਿਲਣ ਵਾਲੀ। ਪਰ ਮੇਰੀ ਗੱਲ ਚ ਖਤਮ, ਮੇਰੀ ਗੱਲ ਤਾਂ ਗੱਲ ਕਹਿ ਦੇਵਾਂ, ਮੈਂ ਤਾਂ ਹੱਥ ਜੋੜੀ ਬੈਠਾ। ਦੇਖੋ ਜੋਸ਼ੀ ਜੀ, ਆਪਾਂ ਮਸਲੇ ਤੇ ਰਹੀਏ। ਇੱਕ ਸੈਕਿੰਡ, ਲੋਕ ਦੇਖ ਰਹੇ ਨੇ ਕਿ ਗਰਗ ਸਾਹਿਬ ਨੇ ਮੇਰੀ ਗੱਲ ਪੂਰੀ ਨਹੀਂ ਹੋਣ ਦਿੱਤੀ।
ਪੂਰੇ ਦੇਸ਼ 'ਚ ਪਾਰਲੀਮੈਂਟ ਕੈਂਡੀਡੇਟ ਨਹੀਂ ਮਿਲੇ, ਜਿੱਥੇ ਮਿਲੇ ਜ਼ਮਾਨਤਾਂ ਜ਼ਬਤ ਹੋ ਗਈਆਂ। ਇਹ ਲੋਕਾਂ ਨੂੰ ਸਭ ਪਤਾ। ਰਾਜਾ ਜੀ ਇੱਕ ਮਿੰਟ ਗੱਲ ਕਰ, ਮੈਂ ਨਹੀਂ ਵਿੱਚ ਬੋਲਦਾ ਜੀ, ਗਰਗ ਸਾਹਿਬ ਨੇ ਵਿੱਚ ਬੋਲਣਾ ਸ਼ੁਰੂ ਕੀਤਾ, ਪੂਰੀ ਡਿਬੇਟ ਦਰਸ਼ਕ ਰਿਵਾਈਂਡ ਕਰਕੇ ਦੇਖ ਲੈਣ। ਜੋਸ਼ ਜੀ ਹੁਣ ਗਰਗ ਸਾਹਿਬ, ਦੇਖੋ ਭੋਗਲ ਸਾਹਿਬ, ਮੈਂ ਇਹਨਾਂ ਨੂੰ 2 ਸਵਾਲ ਪੁੱਛੇ ਸੀ, ਉਹਨਾਂ ਸਵਾਲਾਂ ਦਾ ਯਾਨੀ ਕਿ ਮੇਰੇ ਵੀਰ ਜੋਸ਼ੀ ਜੀ ਨੇ ਕੋਈ ਜਵਾਬ ਨਹੀਂ ਦਿੱਤਾ। ਜੇਕਰ ਇਹਨਾਂ ਦਾ ਕੰਸਰਨ ਨਸ਼ੇ ਰੋਕਣਾ ਹੈਗਾ, ਠੀਕ ਹੈ ਨਾ, ਤਾਂ ਫਿਰ ਜਿਹੜੀ ਇਹਨਾਂ ਨੇ ਸਤੰਬਰ 2018 ਦੇ ਜੋਸ਼ੀ ਜੀ ਉਹ ਜਵਾਬ ਦੇ ਦਿਓ, ਉਹ ਜਿਹੜੀ ਕਮੇਟੀ ਬਣਾਈ ਸੀ ਗਰਗ ਸਾਹਿਬ, ਉਹ ਜਵਾਬ ਲੈ ਲਈਏ। ਉਹ ਜਿਹੜੀ 2018 ਚ ਬਣਾਈ ਕਮੇਟੀ, ਹਾਂ, ਉਹਦੀ ਜਿਹੜੀ ਕਿੰਨੀਆਂ ਮੀਟਿੰਗਾਂ ਹੋਈਆਂ? ਉਹਦੀ ਸਬ ਕਮੇਟੀ ਹੈ ਜਿਸ ਚ ਡੀਜੀਪੀਸ ਬੈਠਦੇ ਨੇ, ਉਹਦੀ ਲਗਾਤਾਰ ਮੀਟਿੰਗ ਹੋ ਰਹੀ ਹੈ। ਉਸ 'ਚ ਡੀਜੀਪੀ ਵੀ ਬੈਠਦੇ ਨੇ ਸਟੇਟ ਦੇ, ਉਹਦੇ ਉਸ 'ਚ ਜਿਹੜੇ ਆਈਬੀ ਦੇ ਆਫੀਸਰਸ ਵੀ ਬੈਠਦੇ ਨੇ, ਉਸ 'ਚ BSF ਦੇ ਲੋਕ ਵੀ ਬੈਠਦੇ ਨੇ, ਲਗਾਤਾਰ ਉਹਦੀ ਮੀਟਿੰਗਾਂ ਹੋ ਰਹੀਆਂ। ਕੋਈ ਡਿਟੇਲ ਹੈ ਕਿ ਤੁਹਾਡੇ ਕੋਲ? ਤੁਸੀਂ ਮੇਰੇ ਤੋਂ ਡਿਟੇਲ ਮੰਗ ਲਈ ਸੀ, ਸਾਡੇ ਤੋਂ ਵੀ ਡਿਟੇਲ ਮੰਗ ਲਈ ਸੀ, ਕੋਈ ਡਿਟੇਲ ਹੈ ਤੁਹਾਡੇ ਕੋਲ? ਨਾਰਕੋਟਿਕਸ ਕੰਟਰੋਲ ਬਿਊਰੋ ਦੀ ਹੈ, ਠੀਕ ਹੈ ਸਰ। ਮੈਂ ਅੱਜ ਤੱਕ ਕਾਗਜ਼ ਨਹੀਂ ਜੇਬ ਪਾਇਆ ਨਾ, ਪਰ ਤੁਸੀਂ ਤਾਂ ਖਬਰ ਕੋਟ ਕੀਤਾ, ਮੈਂ ਤੁਹਾਡਾ ਪ੍ਰਿੰਟ ਮੰਗ ਲਿਆ ਸੀ, ਤੁਸੀਂ ਖਬਰ ਕੋਟ ਕੀਤੀ ਸੀ। ਮੈਂ ਖਬਰ ਕੋਟ ਕੀਤੀ, ਖਬਰ ਦੇਖ ਵੀ ਮੇਰਾ ਜ਼ਿੰਮੇਵਾਰੀ ਹੈ। ਉਹਨਾਂ ਨੇ ਕਿਹਾ ਸੀ ਕਿ BSF ਪੂਰੇ ਦੇਸ਼ 'ਚ ਅਰੈਸਟ ਕਰ ਸਕਦੀ ਹੈ। ਤੁਹਾਡੇ ਕੋਲ ਡਿਟੇਲ ਨਹੀਂ ਹੈਗੀ ਇਸ ਵੇਲੇ, ਡਿਟੇਲ ਨਹੀਂ ਹੈਗੀ ਤੁਹਾਡੇ ਕੋਲ। BSF ਵਾਲੀ ਗੱਲ ਸੀ ਤੁਹਾਡੀ ਖਬਰ ਚੋਂ, ਮੈਂ ਇਸ ਵੇਲੇ ਡਿਟੇਲ ਨਹੀਂ ਹੈਗੀ ਤੁਹਾਡੇ ਕੋਲ। BSF ਵਾਲੇ ਵੀ ਕਰਦੇ ਚਲਾਓਗੇ ਨਾ ਨਾਲ ਇਹ ਤੁਸੀਂ ਡਿਟੇਲ, ਕਿਉਂਕਿ ਤੁਸੀਂ ਜਰਨਲਿਸਟ ਹੋ, ਤੁਹਾਨੂੰ ਸਾਰਾ ਕੁਝ ਲੱਭ ਜਾਏਗਾ। ਜੇ ਇੱਕ ਵੀ ਮੀਟਿੰਗ ਹੋਈ ਹੋਵੇ, ਮੈਂ ਆਪਦਾ ਸਵਾਲ ਹੀ ਵਾਪਸ ਲੈ ਲਵਾਂ। ਹੋਰ ਦੱਸੋ, ਤਾਂ ਡਿਬੇਟ ਖੰਦਾ, ਅਗਲੀ ਡਿਬੇਟ ਦੱਸ ਦਿਓ ਜੀ, ਅਗਲੀ ਡਿਬੇਟ 'ਚ ਕਰ ਲਾਂਗੇ ਇਸ ਉੱਪਰ ਗੱਲ। ਗਰਗ ਸਾਹਿਬ ਹੋਰ ਅਗਲੀ ਮੈਂ ਕਹਿੰਦਾ ਕੱਲ ਬੁਲਾ ਲਿਓ, ਮੈਂ ਵੀ ਆ ਜਾਊਂ। ਗਰਗ ਸਾਹਿਬ ਲੱਗਦਾ ਕਿ ਜਿਸ ਤਰੀਕੇ ਨਾਲ ਇਸ ਵੇਲੇ ਹੁਣ ਕਿਉਂਕਿ ਅੱਜ ਦੀ ਬੈਠਕ ਦੀ ਗੱਲ ਕਰੀਏ, ਸਰਬਦਲੀ ਬੈਠਕ ਹੋਈ ਆਖਰੀ ਤੇ। ਭੋਗਲ ਸਾਹਿਬ ਇੱਕ ਸੈਕਿੰਡ, ਇੱਕ ਸੈਕਿੰਡ ਰਿਕੁਐਸਟ ਦੇਖੋ, ਭਾਰਤੀ ਜਨਤਾ ਪਾਰਟੀ ਆਪਣੀ ਗੱਲ ਕਹਿੰਦੀ ਹੈ, ਕੱਲ ਦੁਬਾਰਾ ਰੱਖ ਲਿਓ। ਮੈਂ ਜਿਹੜੀ ਨਾਰਕੋਟਿਕਸ ਕੰਟਰੋਲ ਬਿਊਰੋ 'ਚ ਬਾਕੀ ਡੀਜੀਪੀ ਦੀ ਮੀਟਿੰਗ ਹੁੰਦੇ ਆ, ਉਹਦੇ ਮੈਂ ਜਿਹੜੇ ਡੇਟਸ ਤੁਹਾਨੂੰ ਮੈਂ ਸ਼ੇਅਰ ਕਰ ਲਾਂਗਾ। ਪਰ ਅਸੀਂ ਆਮ ਆਦਮੀ ਪਾਰਟੀ ਵਾਂਗ ਨਹੀਂ ਹੈ। ਅਰਵਿੰਦ ਕੇਜਰੀਵਾਲ ਨਸ਼ੇ ਦਾ ਐਲੀਗੇਸ਼ਨ ਲਗਾਉਂਦਾ ਹੈ, ਮਜੀਠੀਵਾਲ ਬਾਅਦ 'ਚ ਮਾਫੀ ਮੰਗ ਕੇ ਬਾਹਰ ਆਇਆ। ਪ੍ਰੋਫੈਸਰ ਸਾਹਿਬ, ਅਖੀਰ ਤੇ ਅੱਜ ਦੀ ਜਿਹੜੀ ਸਰਬਦਲੀ ਬੈਠਕ ਹੋਈ, ਉਹਦੇ ਵਿੱਚ ਸਿੱਧੇ ਤੌਰ ਤੇ ਇਹ ਫੈਸਲਾ ਲਿਆ ਗਿਆ तमाम ਪਾਰਟੀਆਂ ਵੱਲੋਂ, ਬੀਜੇਪੀ ਨੂੰ ਛੱਡ ਕੇ, ਕਿ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਜਿਹੜਾ ਫੈਸਲਾ ਲਿਆ ਗਿਆ ਹੈ ਤੇ ਮੁੜ ਵਿਚਾਰ ਹੋਵੇ। ਇਹ ਫੈਸਲਾ ਸਾਨੂੰ ਕਿਸੇ ਵੀ ਧਿਰ ਨੂੰ ਸਵੀਕਾਰ ਨਹੀਂ ਹੈਗਾ। ਅਸੀਂ ਨਹੀਂ ਚਾਹੁੰਦੇ ਕਿ 15 ਕਿਲੋਮੀਟਰ ਤੋਂ 50 ਕਿਲੋਮੀਟਰ ਦਾ ਦਾਇਰਾ ਕੀਤਾ ਜਾਵੇ। ਸਾਫ਼ ਤੌਰ ਤੇ ਇਹ ਕਹਿ ਦਿੱਤਾ ਗਿਆ, ਨਾਲੇ ਕਹਿ ਦਿੱਤਾ ਗਿਆ ਕਿ ਅਸੀਂ ਇੱਕ ਸਪੈਸ਼ਲ ਸੈਸ਼ਨ ਜਿਹੜਾ ਆ ਪੰਜਾਬ ਦੀ ਵਿਧਾਨ ਸਭਾ ਦਾ ਬੁਲਾਵਾਂਗੇ। ਉਹਦੇ ਵਿੱਚ ਇਹ ਵੀ ਹੋਊਗਾ ਕਿ ਉਹ ਲਾਈਵ ਕੀਤਾ ਜਾਵੇ, ਲੋਕਾਂ ਨੂੰ ਵੀ ਪਤਾ ਲੱਗੇ ਕਿ ਕਿਹੜੀ ਪਾਰਟੀ ਕੀ ਪੱਖ ਰੱਖ ਰਹੀ ਹੈ। ਇਹ ਜਿਹੜਾ ਅੱਜ ਦਾ ਫੈਸਲਾ, ਇਹਨੂੰ ਕਿਵੇਂ ਦੇਖੀਏ? ਭੋਗਲ ਜੀ, ਇਹ ਤਾਂ ਬਿਲਕੁਲ ਬਹੁਤ ਹੀ ਖਾਸ ਮੌਕੇ ਦੇ, ਇਹੋ ਜਿਹੇ ਮੌਕੇ, ਸੈਂਸਿਟਿਵ ਮੌਕੇ ਤੇ ਇਹੋ ਜਿਹਾ ਫੈਸਲਾ ਕੀਤਾ ਨਹੀਂ ਸੀ ਲੈਣਾ ਚਾਹੀਦਾ। ਕਾਰਨ ਉਹਦਾ ਮੈਂ ਕਹਿੰਦਾ, ਪਿਛਲੇ 1 ਸਾਲ ਤੋਂ ਪਹਿਲਾਂ ਹੀ ਕਿਸਾਨ 3 ਜਿਹੜੇ ਕੇਂਦਰ ਨੇ ਜ਼ਬਰਦਸਤੀ ਕਾਨੂੰਨ, ਕਾਲੇ ਕਾਨੂੰਨ ਖੇਤੀ ਵਾਲੇ ਲੱਦੇ ਆ, ਉਹਦੇ ਵਿਰੋਧੀ ਅਜੇ ਜਿਹੜਾ ਇੰਨਾ ਇਜ਼ਹਾਰ, ਲੋਕਾਂ ਦਾ ਇੰਨਾ ਰੋਸ ਜਿਹੜਾ ਉਹ ਮੱਠਾ ਨਹੀਂ ਪੈ ਰਿਹਾ। ਤਾਂ ਇਹਦੇ ਵਿੱਚ ਤੁਸੀਂ ਇਹੋ ਜਿਹਾ ਇੱਕ ਹੋਰ ਫਾਨਾ ਠੋਕ ਦੇਣਾ, ਉਹ ਤੇ ਜਿਹੜੇ ਪਹਿਲੀ ਬੇਵਿਸ਼ਵਾਸੀ ਉਸ ਨੂੰ ਹੋਰ ਪੱਕਾ ਕਰਦਾ। ਉਹਦੇ ਲਈ ਵੀ 3 ਕਾਲੇ ਕਾਨੂੰਨਾਂ ਨੂੰ ਵਾਪਸ ਕਰਨ ਲਈ ਅਸੈਂਬਲੀ ਦੇ ਸੈਸ਼ਨ ਦੀ ਗੱਲ ਚੱਲ ਰਹੀ ਆ। ਹੁਣ ਉਹ ਅਜੇ ਗੱਲ ਅਜੇ ਵਾਪਸ ਹੋਏ ਨਹੀਂ ਸੀ, ਜਿਹੜੇ ਕੈਂਸਲ ਜਾਣੀ ਕਿ ਅਸੀਂ ਲਾਗੂ ਨਹੀਂ ਕਰਾਂਗੇ, ਉਹਨਾਂ ਨੇ ਕਹਿਣਾ ਸੀਗਾ। ਇਹ ਅਜੇ ਉਹ ਹੋਇਆ ਨਹੀਂ ਤੇ ਇਹ ਨਵਾਂ ਕੰਮ ਛਿੜ ਪਿਆ। ਇਹਦੇ ਲਈ ਵੀ ਹੁਣ ਸਪੈਸ਼ਲ ਸੈਸ਼ਨ ਦਾ ਫੈਸਲਾ ਹੋਇਆ। ਇਹਦੇ 'ਚ ਵੀ ਹੁਣ ਸਾਰੇ ਜਿਹੜੇ ਜਿੰਨੀਆਂ ਵੀ ਉੱਥੇ ਰੂਲਿੰਗ ਤੇ ਆਪੋਜੀਸ਼ਨ ਮਾਈਨਸ ਬੀਜੇਪੀ ਨੂੰ ਛੱਡ ਕੇ ਉਹ ਜਾਣਗੇ ਦਿੱਲੀ ਜਾ ਕੇ ਗੱਲ ਕਰਨਗੇ ਕਿ ਇਹਨੂੰ ਤੁਸੀਂ ਰੋਲ ਬੈਕ ਕਰੋ, ਇਹਨੂੰ ਵਾਪਸ ਲਓ। ਇਹ ਗੱਲ ਸਾਡੇ ਪੰਜਾਬ ਨੂੰ ਸੂਟ ਨਹੀਂ ਕਰਦੀ, ਕਿ ਅੱਧਿਓਂ ਵੱਧ ਪੰਜਾਬ ਤੁਸੀਂ BSF ਦੇ ਇਨਫਲੂਐਂਸ ਪ੍ਰਭਾਵ ਥੱਲੇ ਦੇ ਦਿੰਦੇ ਆ, ਜਿਹੜਾ ਕਿ ਸਾਨੂੰ ਕਿਸੇ ਵੀ ਤਰੀਕੇ ਨਾਲ ਸੱਭਿਆਚਾਰਕ ਤੌਰ ਤੇ, ਰਾਜਨੀਤਿਕ ਤੌਰ ਤੇ, ਜਾਂ ਈਵਨ ਡਿਫੈਂਸ ਦੇ ਤੌਰ ਤੇ, ਜਾਂ ਜਿਹੜੇ ਵੀ ਇਹ ਕਹਿ ਰਹੇ ਆ ਕਿ ਬਹੁਤ ਸਾਰੇ ਉੱਥੇ ਨਸ਼ੇ ਆ ਤੇ ਹੋ ਰਿਹਾ ਜਿਹੜੀ ਇਨਫਿਲਟ੍ਰੇਸ਼ਨ ਆ, ਉਸ ਨੂੰ ਸਾਨੂੰ ਸੂਟ ਨਹੀਂ ਕਰਦੀ। ਇਹਦਾ ਸਿੱਧਾ ਮੈਸੇਜ ਇਹ ਆ ਕਿ ਸਾਨੂੰ ਜਾਂ ਕੇਂਦਰ ਨੂੰ, ਜਾਣੀ ਕਹਿ ਲਓ ਕੇਂਦਰ ਨੂੰ, ਪੰਜਾਬ ਪੁਲਿਸ ਤੇ ਪੰਜਾਬ ਦੇ ਸਿਸਟਮ ਤੇ, ਪੰਜਾਬ ਦੀ ਗਵਰਨੈਂਸ ਤੇ ਭਰੋਸਾ ਨਹੀਂ ਹੈ। ਤੇ ਆਪਾਂ ਕਿਵੇਂ ਨਾ ਕਹੀਏ ਕਿ ਸੂਬਿਆਂ ਦੇ ਵਾਧੇ ਅਧਿਕਾਰਾਂ ਤੇ ਛਾਪਾ, ਸੂਬਿਆਂ ਦੇ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਵਾਲੀ ਗੱਲ ਆ। ਇਹੀ ਸਾਰੇ ਲੋਕ ਦਵਾਈ ਦੇ ਰਹੇ ਆ। ਇਸ ਲਈ ਇਹ ਗੱਲ ਬਹੁਤ ਹੀ ਇੱਕ ਇਹੋ ਜਿਹੇ ਸਮੇਂ ਦੇ ਉੱਤੇ ਇਹ ਇਹੋ ਜਿਹਾ ਮੁੱਦਾ ਲੈ ਕੇ ਆਏ ਆ, ਜਿੱਥੇ ਪਹਿਲਾਂ ਹੀ ਬੇਵਿਸ਼ਵਾਸੀ ਪੰਜਾਬੀਆਂ ਦੇ ਵਿੱਚ ਸੀਗੀ ਸੈਂਟਰ ਪ੍ਰਤੀ, ਉਹ ਹੋਰ ਗਹਿਰੀ ਹੋਈ ਹੈ। ਬਹੁਤ ਸ਼ੁਕਰੀਆ, ਤੁਸੀਂ ਆਪਣਾ ਸਮਾਂ ਕੱਢਿਆ। ਪ੍ਰੋਫੈਸਰ ਸਾਹਿਬ ਤੁਹਾਡਾ ਬਹੁਤ ਧੰਨਵਾਦ, ਰਾਜੀਵ ਤੁਹਾਡਾ ਬਹੁਤ ਧੰਨਵਾਦ, ਜੋਸ਼ੀ ਤੁਹਾਡਾ ਬਹੁਤ ਧੰਨਵਾਦ, ਤੁਸੀਂ ਆਪਣਾ ਪੱਖ ਰੱਖਿਆ। ਗਰਗ ਸਾਹਿਬ ਤੁਹਾਡਾ ਬਹੁਤ ਧੰਨਵਾਦ। तमाम ਪੈਨਲਿਸਟ ਸਾਡੇ ਨਾਲ ਅੱਜ ਮੌਜੂਦ ਰਹੇ, ਉਹਨਾਂ ਨੇ ਆਪਣੇ ਪੱਖ ਰੱਖੇ ਨੇ। ਸਿੱਧੇ ਤੌਰ ਤੇ BSF ਦਾ ਦਾਇਰਾ ਵਧਾਇਆ ਜਾ ਰਿਹਾ, ਇਹਦੇ ਵਿੱਚ ਸਿੱਧੇ ਤੌਰ ਤੇ ਚਿੰਤਾ ਪੰਜਾਬ ਲਈ ਇਸ ਕਰਕੇ ਵੱਧ ਜਾਂਦੀ ਕਿਉਂਕਿ 50,000 ਕਿਲੋਮੀਟਰ ਦਾ ਸਕੁਅਰ ਕਿਲੋਮੀਟਰ ਦਾ ਦਾਇਰਾ, ਉਸ ਤੋਂ ਵਿੱਚੋਂ ਜੇ ਵੱਡਾ ਦਾਇਰਾ BSF ਦੇ ਪ੍ਰਭਾਵ ਹੇਠ ਆਉਂਦਾ ਤਾਂ ਪੰਜਾਬੀਆਂ ਦਾ ਫਿਕਰ ਕਰਨਾ ਬਣਦਾ ਹੈਗਾ। ਇਸੇ ਕਰਕੇ ਬਾਕੀ ਸੂਬਿਆਂ ਦੀ ਜੇ ਅਸੀਂ ਗੱਲ ਕਰੀਏ, ਜਿਹਦੇ ਵਿੱਚ ਅਸਾਮ ਨੇ ਵੀ ਆਉਣਾ, ਇਸ ਤੋਂ ਇਲਾਵਾ ਜੇ ਅਸੀਂ ਰਾਜਸਥਾਨ ਦੀ ਗੱਲ ਕਰ ਲਈਏ, ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਬੰਗਾਲ ਦੀ, ਤਾਂ ਬੰਗਾਲ ਦੇ ਵਿੱਚ ਵੀ ਚਿੰਤਾਵਾਂ ਵੱਧ ਗਈਆਂ। ਵੱਡੇ ਪੱਧਰ ਤੇ ਉਹਨਾਂ ਦੇ ਕਈ ਵਿਧਾਨ ਸਭਾ ਹਲਕੇ ਜਿਹੜੇ ਨੇ ਇਸ ਪ੍ਰਭਾਵ ਹੇਠ ਆ ਜਾਣਗੇ, ਤਾਂ ਬਹੁਤ ਸਾਰੇ ਸ਼ੰਕੇ ਪੈਦਾ ਹੋਏ ਨੇ। ਅੱਜ ਉਹਨਾਂ ਸ਼ੰਕਿਆਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਇੱਦਾਂ ਦੇ ਹਾਲਾਤ ਬਣਦੇ ਨੇ ਕਿ ਜਿਹੜੀਆਂ ਸੂਬੇ ਦੀਆਂ ਫੋਰਸਿਸ ਹੈਗੀਆਂ ਨੇ ਕਿ ਉਹਨਾਂ ਤੇ ਇਤਬਾਰ ਨਹੀਂ ਕੀਤਾ ਜਾ ਰਿਹਾ, ਕਿ ਜੇ ਕਿਸੇ ਪੋਰਟ ਦੇ ਉੱਪਰੋਂ
3000 ਕਰੋੜ ਦੀ ਹੈਰੋਇਨ ਅਲੱਗ ਤੌਰ ਤੇ ਫੜੀ ਜਾਂਦੀ ਹੈ, ਉਸ ਨੂੰ ਲੈ ਕੇ ਬੜੇ ਸਵਾਲ ਹੋ ਜਾਂਦੇ ਨੇ। 3000 ਕਿਲੋ, ਬਹੁਤ ਸਾਰੇ ਸਵਾਲ ਉਧਰ ਨੂੰ ਵੀ ਜਾਂਦੇ ਨੇ ਕਿ ਉਧਰਲੇ ਪਾਸੇ ਵੀ ਕੀ ਇਦਾਂ ਦੀਆਂ ਤਾਕਤਾਂ ਲਗਾਈਆਂ ਜਾਣੀਆਂ ਚਾਹੀਦੀਆਂ, ਉਧਰਲੇ ਪਾਸੇ ਵੀ ਦਾਇਰੇ ਵਧਾਏ ਜਾਣੇ ਚਾਹੀਦੇ। ਪੋਰਟ ਦੇ ਉੱਪਰ ਉਹਨਾਂ ਦੇ ਦਾਇਰੇ, ਕਾਂਗਰਸ ਨੇ ਸਵਾਲ ਚੱਕੇ ਸਿੱਧੇ ਤੌਰ ਤੇ ਕਿ ਉਧਰਲੇ ਪਾਸੇ ਤਾਂ ਦਾਇਰੇ ਘਟਾ ਦਿੱਤੇ ਗਏ BSF ਦੇ, ਇਧਰਲੇ ਪਾਸੇ ਵਧਾਏ ਕਿਉਂ ਜਾ ਰਹੇ। ਇਧਰੋਂ BJP ਨੇ ਸਾਫ਼ ਤੌਰ ਤੇ ਆਪਣਾ ਪੱਖ ਰੱਖਿਆ ਕਿ ਇਹਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਇਸ ਤਰੀਕੇ ਦੀ ਸੂਬਾ ਸਰਕਾਰ ਦੇ ਵਿੱਚ ਜਾਂ ਸੂਬੇ ਦੀ ਜਿਹੜੀ ਫੋਰਸਿਸ ਹੈਗੀਆਂ ਉਹਨਾਂ ਦੀ ਅਸੀਂ ਤਾਕਤ ਘਟਾਉਣ ਦੀ ਕੋਈ ਵੀ ਕੋਸ਼ਿਸ਼ ਨਹੀਂ ਕੀਤੀ। ਤਾਂ ਹਰੇਕ ਧਿਰ ਨੇ ਆਪਣਾ ਪੱਖ ਰੱਖਿਆ ਹੈਗਾ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਜ਼ਰੂਰ ਸਾਂਝੇ ਕਰਿਓ। ਜੇ ਤੁਹਾਡੇ ਕੋਲ ਕੋਈ ਸਬੂਤ ਨੇ, ਟਿੱਪਣੀਆਂ ਨੇ, ਜਾਂ ਕੁਝ ਤੁਹਾਨੂੰ ਵੀ ਲੱਗਦਾ ਹੈਗਾ ਕਿ ਇਸ ਫੈਸਲੇ ਦੇ ਨਾਲ ਕੀ ਪੰਜਾਬ ਤੇ ਅਸਰ ਹੋਣ ਵਾਲਾ, ਤੁਸੀਂ ਵੀ ਆਪਣੇ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਫਿਲਹਾਲ ਤੁਹਾਡੇ ਤੋਂ ਅਗਲੇ ਨੇ ਬਹੁਤ ਬਹੁਤ ਧੰਨਵਾਦ।